Okay, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ everyone ਮੇਰਾ ਨਾਮ ਹੈ ਰਵਨੀਤ ਕੌਰ ਤੇ ਵੈਲਕਮ ਟੂ ਨਿਵੇਸ਼ 101 ਅਸੀਂ ਬਹੁਤ ਐਕਸਾਈਟਡ ਹਾਂ ਕਿ ਤੁਸੀਂ ਸਾਡੇ ਨਾਲ ਹੁਣੇ ਜੁੜੇ ਹੋਏ ਹੋ ਤੇ ਅੱਜ ਤੁਸੀਂ ਆਪਣਾ ਸਮਾਂ ਕੱਢਿਆ ਹੈ ਸਾਡੇ ਨਾਲ ਜੁੜਨ ਲਈ ਆਬਵੀਅਸਲੀ ਇਹ ਬਹੁਤ ਹੀ ਸਾਡੇ ਲਈ ਐਕਸਾਈਟਿੰਗ ਇਵੈਂਟ ਹੈਗਾ ਹੈ ਬਿਕੋਜ਼ ਇਹ ਟੌਪਿਕ ਬੜੇ ਡਿਮਾਂਡ ਦੇ ਵਿੱਚ ਹੈਗਾ ਸੀ ਬਹੁਤ ਸਾਰੇ ਲੋਕੀ ਜਾਨਣਾ ਚਾਹੁੰਦੇ ਨੇ ਕਿ ਡਿਫਰੈਂਟ ਤਰ੍ਹਾਂ ਦੇ ਇਨਵੈਸਟਮੈਂਟ ਸ਼ੁਰੂ ਮੈਂ ਕੀਤਾ ਸੀ ਆਪਣਾ ਚੈਨਲ ਬਿਟਕੋਇਨ ਦੇ ਨਾਲ ਬਿਟਕੋਇਨ ਦੇ ਬਾਰੇ ਗੱਲ ਕਰਕੇ ਪਰ ਹੁਣ ਲੋਕੀ ਮੈਨੂੰ ਹੋਰ ਕੁਐਸਚਨਸ ਪੁੱਛ ਰਹੇ ਨੇ ਕਿ ਕਿਵੇਂ ਅਸੀਂ ਮਾਰਜਨ ਟ੍ਰੇਡਿੰਗ ਦੇ ਬਾਰੇ ਜਾਣੀਏ ਕਿਵੇਂ ਅਸੀਂ ਇਹ ਤਰੀਕਾ ਜਾਣੀਏ ਕਿਵੇਂ ਅਸੀਂ ਉਹ ਤਰੀਕਾ ਜਾਣੀਏ ਤੇ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਪਪੂਲਰ ਡਿਮਾਂਡ ਦੇ ਨਾਲ ਅਸੀਂ ਇੱਕ ਟੌਪਿਕ ਲੈ ਕੇ ਆਏ ਹਾਂ ਤੇ ਵੈਰੀ ਵੈਰੀ ਐਕਸਾਈਟਿੰਗ ਤੇ ਗਾਇਜ਼ ਜੇ ਤੁਸੀਂ ਇਹ ਸਾਡਾ ਹੁਣ ਸੈਕੰਡ ਲਾਈਵ ਵੀਡੀਓ ਹੈ ਜੇ ਤੁਸੀਂ ਪਹਿਲਾ ਵਾਲਾ ਸਾਡਾ ਲਾਈਵ ਵੀਡੀਓ ਜੇ ਸਾਡੇ ਨਾਲ ਜੁੜੇ ਸੀ ਜਾਂ ਤੁਸੀਂ ਉਹਨੂੰ ਰੀਪਲੇ ਕਰਕੇ ਵੇਖਿਆ ਸੀ ਅਸੀਂ ਬਿਟਕੋਇਨ ਦੇ ਬਾਰੇ ਗੱਲ ਕੀਤੀ ਸੀ ਪੰਜਾਬੀ ਦੇ ਵਿੱਚ ਤੇ ਲੋਕਾਂ ਨੂੰ ਬਹੁਤ ਚੰਗਾ ਲੱਗਿਆ ਬਿਕੋਜ਼ ਲੋਕੀ ਵੇਖ ਰਹੇ ਸੀ ਕਿ ਬਿਟਕੋਇਨ ਕੀ ਹੁੰਦਾ ਹੈ ਤੇ ਡਿਫਰੈਂਟ ਅਸੀਂ ਪਰਸਪੈਕਟਿਵ ਸੁਣੇ ਸੀਗੇ ਪ੍ਰਭਜੀਤ ਸਿੰਘ ਸਿੱਧੂ ਤੋਂ ਹਰਕਰਨ ਤਿਆਰਾ ਤੋਂ ਹਰਪ੍ਰੀਤ ਸਿੰਘ ਤੋਂ ਤੇ ਬੜਾ ਚੰਗਾ ਨਿਕਲਿਆ ਸੀ ਤੇ ਹੁਣ ਅਸੀਂ ਥੋੜਾ ਇਹਨੂੰ ਡਿਫਰੈਂਟ ਟੌਪਿਕ ਗੱਲ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਹੁਣ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਓਵਰਆਲ ਕਿ ਕਿਹੋ ਜਿਹੇ ਇਨਵੈਸਟਮੈਂਟਸ ਮੈਥਡਸ ਹੁੰਦੇ ਨੇ ਤਰੀਕੇ ਹੁੰਦੇ ਨੇ ਤੇ ਥੋੜਾ ਟ੍ਰੇਡਿੰਗ ਵਿੱਚ ਵੀ ਜਾਵਾਂਗੇ ਸੋ ਵੈਰੀ ਐਕਸਾਈਟਿੰਗ ਸੋ ਅਗੇਨ एवरीवन ਵੈਲਕਮ ਤੇ ਹੁਣ ਅਸੀਂ ਵੈਲਕਮ ਕਰਨੇ ਆ ਆਪਣੇ ਸਪੀਕਰਸ ਦਾ ਸੋ ਅੱਜ ਸਾਡੇ ਨਾਲ ਨੇ ਹਰਕਰਨ ਸਿੰਘ ਤਿਆਰਾ ਤੇ ਪ੍ਰਭਜੀਤ ਸਿੰਘ ਸਿੱਧੂ ਪ੍ਰਭਜੀਤ ਸਿੰਘ ਸਿੱਧੂ ਇਨਵੈਸਟਰ ਨੇ ਯੂਐਸ ਡੈਟ ਮਾਰਕੀਟ ਦੇ ਵਿੱਚ ਤੇ ਯੂਐਸ ਤੋਂ ਹੈਗੇ ਨੇ ਤੇ ਇਹ ਥੋੜਾ ਸਪੈਸ਼ਲਾਈਜ਼ ਕਰਦੇ ਨੇ ਟ੍ਰੈਡੀਸ਼ਨਲ ਇਨਵੈਸਟਮੈਂਟ ਸਟਾਈਲਸ ਦੇ ਵਿੱਚ ਕਿਹੋ ਜਿਹੇ ਮੇਨ ਇਨਵੈਸਟਮੈਂਟ ਦੇ ਜਿਹੜੇ ਸਟਾਈਲਸ ਹੁੰਦੇ ਨੇ ਤੇ ਪ੍ਰਭਜੀਤ ਵੈਲਕਮ ਟੂ ਦ ਚੈਨਲ ਵੈਲਕਮ ਟੂ ਦ ਲਾਈਵ ਸਾਡੇ ਨਾਲ ਲਾਈਵ ਵੈਬਿਨਾਰ ਦੇ ਵਿੱਚ Thanks for having me, Ravneet. Vaiguru Ji Ka Khalsa, Vaiguru Ji Ki Fateh. ਤੇ ਸਾਡੇ ਨਾਲ ਹੈਗੇ ਨੇ ਹਰਕਰਨ ਤਿਆਰਾ ਵੀ ਹਰਕਰਨ ਤਿਆਰਾ ਇੱਕ ਸਟਾਕ ਟ੍ਰੇਡਰ ਹੈਗੇ ਨੇ ਤੇ ਇੱਕ ਫਾਈਨੈਂਸ਼ੀਅਲ ਐਨਾਲਿਸਟ ਹੈਗੇ ਨੇ ਤੇ ਹਰਕਰਨ 5-6 ਸਾਲਾਂ ਤੋਂ ਪ੍ਰੋਫੈਸ਼ਨਲੀ ਸਟਾਕ ਟ੍ਰੇਡਿੰਗ ਮਾਰਕੀਟ ਟ੍ਰੇਡਿੰਗ ਤੇ ਫਾਈਨੈਂਸ਼ੀਅਲ ਐਨਾਲਿਸਿਸ ਕਰ ਰਹੇ ਨੇ ਤੇ ਹਰਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Waheguru Ji Ka Khalsa, Waheguru Ji Ki Fateh. Thank you so much for having me. Looking forward to it. Brilliant. So let's get started. So guys, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮੇਨ ਇਨਵੈਸਟਮੈਂਟ ਦੀ ਅਸੀਂ ਗੱਲ ਕਰਨੇ ਆ ਪ੍ਰਭਜੀਤ ਸਿੰਘ ਸਿੱਧੂ ਦੇ ਨਾਲ ਤੇ ਅਸੀਂ ਲੈਟਸ ਫਾਈਂਡ ਆਊਟ ਕਿ ਮੇਨ ਓਵਰਵਿਊ in terms of ਕਿ ਇੰਟਰੋਡਕਸ਼ਨ ਇੱਕ ਇੰਟਰੋਡਕਸ਼ਨ ਟੂ ਇਨਵੈਸਟਮੈਂਟ ਸਟਾਈਲਸ ਤੇ ਕਿਹੜੇ ਲੋਕਾਂ ਲਈ ਇਹ ਸਟਾਈਲ ਸੂਟਡ ਹੈਗਾ ਸੋ ਪ੍ਰਭਜੀਤ take it away so ਸਾਨੂੰ ਥੋੜਾ ਜਿਹਾ ਇੰਟਰੋਡਕਸ਼ਨ ਤੁਸੀਂ ਦੱਸੋ ਟੂ ਮੇਨ ਜਿਹੜੇ ਟ੍ਰੈਡੀਸ਼ਨਲ ਇਨਵੈਸਟਮੈਂਟ ਸਟਾਈਲਸ ਹੁੰਦੇ ਨੇ ਹਾਂਜੀ ਸੋ ਜਿਹੜੇ ਆਮ ਇਨਵੈਸਟਰਸ ਵਾਸਤੇ ਕਈ ਤਰ੍ਹਾਂ ਦੇ ਪਪੂਲਰ ਇਨਵੈਸਟਮੈਂਟਸ ਹੈਗੇ ਆ ਤੇ ਜਿਹੜੀ ਓਵਰਵਿਊ ਹੈਗੀ ਆ ਵੀ ਕੈਸ਼ ਬਾਂਡਸ ਸਟਾਕਸ ਗੋਲਡ ਬਿਟਕੋਇਨ ਤੇ ਰੀਅਲ ਏਸਟੇਟ ਤੇ ਆਪਸ਼ਨਸ ਤੇ ਜਿਹੜੀ ਕੈਸ਼ ਹੈਗੀ ਆ ਜਿਹੜੀ ਬੈਂਕ ਅਕਾਊਂਟ ਦੇ ਵਿੱਚ ਪੈਸੇ ਰੱਖਣੇ ਹੈਗੇ ਆ ਇਹਦਾ ਫਾਇਦਾ ਹੈਗਾ ਆਪਸ਼ਨੈਲਿਟੀ ਵੀ ਜਦੋਂ ਤੁਹਾਨੂੰ ਲੋੜ ਹੈਗੀ ਆ ਪੈਸੇ ਨੇੜੇ ਹੋਊਗੇ ਤੇ ਪਰ ਜਿਵੇਂ ਅਸੀਂ ਪਿਛਲੀ ਵਾਰੀ ਗੱਲ ਕਰਦੇ ਸੀਗੇ ਵੀ ਜਿਹੜੇ 20 ਸਾਲ ਪਿੱਛੇ ਖਾਣਾ $1 ਦਾ ਮਿਲਦਾ ਸੀਗਾ ਹੁਣ $6 ਦਾ ਮਿਲਦਾ ਹੈਗਾ ਹਨਾ ਤਾਂ ਜਿਹੜੀ ਥੋੜੀ ਬਚਤ ਹੈਗੀ ਆ ਬੈਂਕ ਅਕਾਊਂਟ ਦੇ ਵਿੱਚ ਜਦੋਂ ਵੱਧਦੀ ਨੀ ਗੀ ਉਹ ਕੱਟੀ ਜਾਂਦੀ ਹੈਗੀ ਆ ਇਨਫਲੇਸ਼ਨ ਦੇ ਨਾਲ ਤੇ ਜਿਹੜੀ ਫਿਰ ਅਗਲੀ ਹੈਗੀ ਆ ਦੈਟਸ ਕੈਸ਼ ਤੇ ਹੁਣ ਜਿਹੜੀ ਅਗਲੀ ਹੈਗੀ ਆ ਬਾਂਡਸ ਹਨਾ ਸੋ ਜਦੋਂ ਗਵਰਨਮੈਂਟ ਜਾਂ ਵੱਡੀਆਂ ਕੰਪਨੀਆਂ ਨੂੰ ਲੋਨ ਦਿੰਦੇ ਹੈਗੇ ਆ ਤੇ ਫਿਰ ਆਪ ਨੂੰ ਵਾਪਸ ਵਿਆਜ ਮਿਲਦਾ ਹੈਗਾ ਅੱਜ ਕੱਲ ਜਦੋਂ ਰੇਟਾਂ ਇੰਨੀਆਂ ਘਟ ਗਈਆਂ ਹੈਗੀਆਂ ਇਹਦੇ ਵਿੱਚ ਫਾਇਦਾ ਘੱਟ ਹੈਗਾ ਤੇ ਹੁਣ ਕੈਸ਼ ਦੇ ਨਾਲ ਥੋੜਾ ਜਿਹਾ ਬਣ ਗਿਆ ਹੈਗਾ ਜਿਵੇਂ ਜਿਹੜੀ ਤੁਹਾਨੂੰ ਵਾਪਸ ਵਿਆਜ ਮਿਲਦੀ ਹੈਗੀ ਬਹੁਤ ਘੱਟ ਮਿਲਦੀ ਹੈਗੀ ਆ ਤੇ ਬਾਲਾ ਫਾਇਦਾ ਵੀ ਨਹੀਂ ਹੈਗਾ ਜਿਹੜੀ ਹੁਣ ਵਿਆਜ ਮਿਲਦੀ ਹੈਗੀ ਆ 20 ਸਾਲ ਪਿੱਛੇ ਤੁਹਾਨੂੰ ਬੈਂਕ ਅਕਾਊਂਟ ਦੇ ਵਿੱਚ ਮਿਲਦੇ ਸੀਗੇ ਸੋ ਬਾਂਡਸ ਥੋੜੇ ਜਿਹੇ ਘੱਟ ਫਾਇਦਾ ਵਾਲੇ ਹੈਗੇ ਆਮ ਬੰਦੇ ਵਾਸਤੇ ਤੇ ਫਿਰ ਹੈਗੀ ਆ ਗੋਲਡ ਬਿਟਕੋਇਨ ਤੇ ਰੀਅਲ ਏਸਟੇਟ ਹੁੰਦਾ ਜਿਵੇਂ ਲਾਈਕ
ਸ਼ਹਿਰਾਂ ਦੇ ਵਿੱਚ ਪਲਾਟ ਹੁੰਦੇ ਆ ਉਹ ਵਰਗੀ ਰੀਅਲ ਏਸਟੇਟ ਦੀ ਗੱਲ ਕਰਦੇ ਆ, ਐਗਰੀਕਲਚਰ ਲੈਂਡ ਦੀ ਨਹੀਂ। ਪਰ ਸੋ ਇਹ ਹੈਗੀ ਜਿਹੜੀਆਂ ਚੀਜ਼ਾਂ ਦੇ ਵਿੱਚ ਕਮੀ ਹੈ। ਸੋ ਹੁਣ ਦੁਨੀਆ ਡਾਲ ਦੇ ਸਿਸਟਮ ਦੇ ਨਾਲ ਚੱਲਦਾ ਹੈਗਾ ਤੇ ਅਮਰੀਕਨ ਗਵਰਨਮੈਂਟ ਕੇ ਪ੍ਰੋਬਲਮਸ ਠੀਕ ਨਹੀਂ ਕਰ ਸਕਦੇ ਤਾਂ ਉਹ ਵੱਧ ਪੈਸੇ ਪ੍ਰਿੰਟ ਕਰਦੇ ਹੈਗੇ ਆ। ਸੋ ਜਿਹੜੇ ਲੋਕਾਂ ਦੀ ਬਚਤ US ਡਾਲਰਸ ਦੇ ਵਿੱਚ ਹੈਗੀ ਆ ਉਹਦੀ ਬਚਤ ਘਟ ਜਾਂਦੀ ਹੈਗੀ ਆ ਹੁਣ। ਤੇ ਜਿਹੜੇ ਲੋਕਾਂ ਦੀ ਬਚਤ ਹੋਰ ਕਿਸੇ ਦੇਸ਼ਾਂ ਦੇ ਪੈਸੇ ਦੇ ਵਿੱਚ ਹੈਗੀ ਆ ਉਹ ਫਿਰ ਵੱਧ ਘਟ ਜਾਂਦੀ ਹੈਗੀ ਆ। ਸੋ ਜਿਹੜੀਆਂ ਚੀਜ਼ਾਂ ਦੇ ਵਿੱਚ ਕਮੀ ਹੈ ਉਹਦੇ ਪ੍ਰਾਈਸ ਵੱਧਦੀ ਹੈਗੀ ਆ ਤੇ ਇਹ ਵੱਧਦੀ ਹੈਗੀ ਆ ਤਾਂ ਕਿ ਸਾਰੇ ਨੂੰ ਪਤਾ ਲੱਗਦਾ ਵੀ US ਗਵਰਨਮੈਂਟ ਪੈਸੇ ਪ੍ਰਿੰਟ ਕਰਦੀ ਆ। ਸੋ ਕੋਈ ਚਾਹੁੰਦਾ ਨਹੀਂ ਵੀ ਸਾਰੇ ਪੈਸੇ US ਡਾਲਰਸ ਦੇ ਵਿੱਚ ਰੱਖੇ, ਉਹ ਚਾਹੁੰਦੇ ਆ ਵੀ ਜਿਹੜੇ ਵੀ ਥਾਂ ਦੇ ਵਿੱਚ ਅਸੀਂ ਪਾ ਸਕਦੇ ਹਾਂ ਪਾਓ। ਤੇ ਹੁਣ ਅਸੀਂ ਦੇਖ ਸਕਦੇ ਹਾਂ ਜਿਹੜੀ US ਦੇ ਵਿੱਚ ਰੀਅਲ ਏਸਟੇਟ ਮਾਰਕੀਟ ਬਹੁਤ ਚੱਲਦਾ ਹੈਗਾ। ਤੇ ਕਿਉਂ ਚੱਲਦਾ ਹੈਗਾ? ਬਿਕਾਜ਼ ਕਈ ਲੋਕਾਂ ਨੇ ਗਵਰਨਮੈਂਟ ਅਸਿਸਟੈਂਸ ਮਿਲੀ ਹੈਗੀ ਆ ਤੇ ਹੁਣ ਗਵਰਨਮੈਂਟ ਬਹੁਤ ਪੈਸੇ ਪ੍ਰਿੰਟ ਕਰਦੀ ਹੈਗੀ ਆ। ਸੋ ਜਿਹੜੇ ਲੋਕਾਂ ਨੂੰ ਪੈਸੇ ਮਿਲਦੇ ਹੈਗੇ ਆ ਜਾਂ ਜਿਹੜੇ ਲੋਕਾਂ ਨੇ ਪੈਸੇ ਸਾਈਡ ਤੇ ਰੱਖੇ ਹੈਗੇ ਆ ਉਹਨੂੰ ਪਤਾ ਵੀ ਹੁਣ ਪੈਸੇ ਦੀ ਕਮੀ ਨਹੀਂ ਹੈਗੀ ਤਾਂ ਕੋਸ਼ਿਸ਼ ਕਰਦੇ ਆ ਕੁਛ ਚੀਜ਼ ਵਿੱਚ ਪਾਓ ਤੇ ਰੀਅਲ ਏਸਟੇਟ ਬਹੁਤ ਨੇੜੇ ਚੀਜ਼ ਹੈਗੀ ਆ। ਸੋ ਜਿਹੜੇ ਆਪਣੇ ਸ਼ਹਿਰਾਂ ਦੇ ਵਿੱਚ ਪਲਾਟ ਦੀ ਰੀਅਲ ਏਸਟੇਟ ਬਹੁਤ ਚੱਲਦੀ ਹੈਗੀ ਆ। ਹੁਣ ਜਿੱਥੇ ਮੈਂ ਬੈਠਾ ਬਹੁਤ ਚੱਲਦੀ ਹੈਗੀ ਆ ਤੇ ਮੈਂ ਸੁਣਿਆ ਵੀ ਹੋਰ ਕਿਸੇ ਥਾਂ ਦੇ ਵਿੱਚ ਵੀ ਚੱਲਦੀ ਹੈਗੀ ਆ। ਤੇ ਤਾਂ ਜਿਹੜੀ ਗੋਲਡ ਦੀ ਪ੍ਰਾਈਸ ਹੁਣ US ਡਾਲਰਸ ਦੇ ਵਿੱਚ 2000 ਤੱਕ ਪਹੁੰਚਿਆ ਸੀਗਾ ਤੇ ਤਾਂ ਪਹੁੰਚਿਆ ਸੀਗਾ ਵੀ ਜਿਹੜੇ ਹਰ ਕੋਈ ਬੰਦੇ ਨੂੰ ਪਤਾ ਸੋਨਾ ਕੀ ਹੈਗਾ ਤੇ ਪਤਾ ਵੀ ਤੁਸੀਂ ਇੰਨੀ ਸੋਨਾ ਮਾਈਨ ਨਹੀਂ ਕਰ ਸਕਦੇ, ਤੁਸੀਂ ਨਵੇਂ ਨਹੀਂ ਬਣਾ ਸਕਦੇ ਹਨਾ, ਜਿੰਨੀ ਹੈਗੀ ਆ ਤਾਂ ਉਹਦੀ ਪ੍ਰਾਈਸ ਵੀ ਵੱਧਦੀ ਸੀਗੀ ਤੇ ਤਾਂ ਬਿਟਕੋਇਨ ਦੀ ਵੀ ਵੱਧਦੀ ਹੈਗੀ ਆ। ਤੇ ਜਿਹੜੀ ਸਟਾਕਸ ਹੈਗੇ ਆ ਜਿਹੜੇ ਵੱਡੀ ਕੰਪਨੀਆਂ ਦੇ ਸ਼ੇਅਰਸ ਜਾਂ ਹਿੱਸੇ ਲੈ ਸਕਦੇ ਆ। ਸੋ ਜਿਹੜੇ ਪੁਰਾਣੇ ਦਿਨ ਦੇ ਵਿੱਚ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟਸ ਦੇਖ ਸਕਦੇ ਸੀਗੇ ਤੇ ਐਨਾਲਿਸਿਸ ਕਰ ਸਕਦੇ ਸੀਗੇ ਵੀ ਤੁਹਾਨੂੰ ਪਤਾ ਲੱਗਦਾ ਸੀਗਾ ਵੀ ਹਰ ਹਿੱਸਾ ਦਾ ਕਿੰਨੀ ਪ੍ਰਾਈਸ ਹੋਣੀ ਚਾਹੀਦੀ ਸੀ। ਪਰ ਹੁਣ ਜਦੋਂ ਹੋਰ ਕੁਝ ਚੀਜ਼ ਦੀ ਕਮੀ ਨਹੀਂ ਹੈਗੀ ਫਿਰ ਜਿਹੜੀਆਂ ਤਕੜੀਆਂ ਕੰਪਨੀਆਂ ਦੀ ਸਟਾਕਸ ਫਿਰ ਉਹਦੀ ਕੀਮਤ ਵੱਧਦੀ ਜਾਊਗੀ। ਜਿਵੇਂ ਅਸੀਂ ਗੋਲਡ, ਬਿਟਕੋਇਨ ਤੇ ਰੀਅਲ ਏਸਟੇਟ ਦੀ ਗੱਲ ਕਰਦੇ ਸੀਗੇ, ਹੁਣ ਸਾਰੇ ਇੱਕ ਦੂਜੇ ਨਾਲ ਰੇਸ ਕਰਦੇ ਹੈਗੇ ਆ ਤੇ ਪਾਲਣ ਦੀ ਕੋਸ਼ਿਸ਼ ਕਰਦੇ ਆ ਵੀ ਕਿਹੜਾ ਕੋੜਾ ਹੋਰ ਛੇਤੀ ਚੱਲੂਗਾ, ਜਿਵੇਂ ਕਿਹੜੀ ਚੀਜ਼ ਦੀ ਕੀਮਤ ਹੋਰ ਵੱਧ ਜਾਊਗੀ। ਤੇ ਜਿਹੜੇ ਸਟਾਕਸ ਦੇ ਵਿੱਚ ਕਈ ਇਨਵੈਸਟਮੈਂਟ ਸਟਾਈਲ ਹੁੰਦੇ ਆ ਪਰ ਜਿਹੜੀ ਸਭ ਤੋਂ ਪਪੂਲਰ ਸਟਾਈਲ ਹੈਗਾ ਜਿਹੜੇ ਐਕਚੁਅਲੀ ਪੁੱਠੇ ਸਟਾਈਲ ਹੈਗਾ ਜਿਹੜੇ ਮੇਰੇ ਜਦੋਂ ਅਸੀਂ ਕਾਲਜ ਦੇ ਵਿੱਚ ਸੀਗੇ ਤੇ ਜਿਹੜੇ ਸਾਰੇ ਬਹੁਤ ਮੁੰਡੇ ਕਰਦੇ ਹੁੰਦੇ ਆ ਹਨਾ ਇੱਕ ਦੂਜੇ ਨਾਲ ਕਿਸੇ ਅਖਬਾਰ ਦੇ ਵਿੱਚ ਪੜ੍ਹਿਆ ਵੀ ਫਲਾਣਾ ਸਟਾਕ ਵੱਧੀ ਜਾਊਗਾ ਸੋ ਸਾਰੇ ਪੈਸੇ ਉਹਦੇ ਵਿੱਚ ਪਾਓ ਹਨਾ। ਤੇ ਕਈ ਲੋਕੀ ਐਵੇਂ ਹੀ ਕਰਦੇ ਹੈਗੇ ਆ ਜਿਹੜੇ ਲੋਕ ਨਵੇਂ ਆਏ ਹੈਗੇ ਇਨਵੈਸਟਮੈਂਟਿੰਗ ਤੋਂ। ਤੇ ਤਾਂ ਮੈਂ ਇਹ ਸਟਾਈਲ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਰੀ ਰਾਸ਼ੀ ਦਾ ਇੱਕ ਵੱਡਾ ਹਿੱਸਾ ਨਾ ਬਣਾਓ ਤੇ ਉਸ ਨੂੰ ਛੋਟੇ ਹਿੱਸਿਆਂ ਦੇ ਵਿੱਚ ਪਾਓ ਤੇ ਇੰਡੈਕਸ ਫੰਡਸ ਦੇ ਵਿੱਚ ਪਾਓ। ਇਹਦਾ ਨਾਮ ਹੈਗਾ ਡਿਵਰਸਿਫਿਕੇਸ਼ਨ। ਸੋ ਤਾਂ ਕਿ ਕਿੱਥੇ ਕੱਟੇ ਦੇ ਸਮਾਂ ਆਵੇ ਫਿਰ ਤੁਸੀਂ ਇਕੱਠਾ ਨਹੀਂ ਖਾਓਗੇ ਹਨਾ। ਸੋ ਐਵੇਂ ਸੋਚੋ ਵੀ ਜੇ ਤੁਹਾਡੇ 4 ਜੇਬਾਂ ਹੈਗੇ ਆ ਤੇ ਹੁਣ ਕਿਸੇ ਨੇ ਇੱਕ ਜੇਬ ਕੱਟ ਲਈ ਫਿਰ 3 ਬਚੂਗੇ ਹਜੇ ਹਨਾ। ਤੇ ਜੇ ਤੁਸੀਂ ਐਵੇਂ ਇਨਵੈਸਟ ਕਰਨਾ ਹੈਗਾ ਇੰਡੈਕਸ ਫੰਡਸ ਦੇ ਵਿੱਚ ਪਰ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੈਗੇ ਆ ਮੈਂ ਤੁਹਾਨੂੰ ਮੈਂ ਪਾਲਿਆ ਹੈਗਾ ਕਿਹੜੇ ਬੈਂਕ ਦੇ ਨਾਲ ਤੁਸੀਂ ਕਰ ਸਕਦੇ ਆ। ਸੋ this is the overview bonds, gold, bitcoin, real estate ਤੇ stocks। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਇਨਫਲੇਸ਼ਨ ਹੁੰਦੀ ਆ, ਪੈਸੇ ਪ੍ਰਿੰਟ ਹੁੰਦੀ ਆ ਤੇ ਤੁਹਾਨੂੰ ਹੁਣ ਥੋੜਾ ਫਰਜ਼ ਬਣਦਾ ਇਨਵੈਸਟ ਕਰਨ ਨੂੰ ਹਨਾ। ਤੁਸੀਂ ਤੁਹਾਡੇ ਪੈਸੇ ਬੈਂਕ ਅਕਾਊਂਟ 'ਚ ਬੈਠੇ ਨਾ ਹੋਵੇ। ਤੇ ਮੈਂ ਇੱਕ ਚੀਜ਼ ਕਵਰ ਨਹੀਂ ਕੀਤੀ ਸੀਗੀ ਆਪਸ਼ਨਸ ਤੇ ਟ੍ਰੇਡਿੰਗ। ਸੋ ਮੈਂ I'll defer to you guys on that. Perfect. Thank you so much for that, Prabjeet. ਬਹੁਤ ਚੰਗੀ ਤੁਸੀਂ ਇੰਟਰੋਡਕਸ਼ਨ ਦਿੱਤੀ ਹੈ ਕਿ ਤੁਸੀਂ ਕਿਹੜੇ ਡਿਫਰੈਂਟ ਟੌਪਿਕਸ ਤੇ ਸਟਾਈਲਸ ਜਿਹੜੇ ਮੈਥਡਸ ਹੁੰਦੇ ਨੇ ਉਹਨਾਂ ਦੇ ਉੱਤੇ ਤੁਸੀਂ ਸਾਨੂੰ ਹੋਰ ਦੱਸੋਗੇ। ਤੇ ਇਟ ਸੀਮਸ ਲਾਈਕ ਕਿ ਤੁਸੀਂ ਮੇਨਲੀ ਜਿਹੜੇ ਇਨਵੈਸਟਮੈਂਟ ਸਟਾਈਲਸ ਦੇ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ। ਤੁਹਾਡਾ ਇਹ ਮੰਨਣਾ ਹੈ ਕਿ ਸਾਨੂੰ ਐਂਡ ਗਾਇਜ਼ ਇਹ ਗੱਲ ਬਹੁਤ ਇੰਪੋਰਟੈਂਟ ਹੈ, ਤੁਸੀਂ ਵੀ ਇਹ ਗੱਲ ਧਿਆਨ ਨਾਲ ਸੁਣੋ ਕਿ ਸਾਨੂੰ ਇਹੋ ਜਿਹੀ ਪ੍ਰਭਜੀਤ ਕਹਿ ਰਹੇ ਨੇ ਕਿ ਸਾਨੂੰ ਇਹੋ ਜਿਹੀ ਚੀਜ਼ਾਂ ਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਇਨਵੈਸਟਮੈਂਟ ਲਈ ਜਿਹੜੀਆਂ ਚੀਜ਼ਾਂ ਲਿਮਿਟਿਡ ਨੇ, ਸਕੇਅਰਸਿਟੀ ਹੈਗੀ ਹੈ। ਠੀਕ ਹੈ, ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਜਿਹੜੀ
ਅਮਾਉਂਟ ਹੈ ਉਹ ਅਨਲਿਮਿਟਿਡ ਨਹੀਂ ਹੈਗਾ, ਉਹ ਲਿਮਿਟਿਡ ਹੈਗਾ ਹੈ, ਠੀਕ ਹੈ। ਤੇ ਹੁਣ ਜਿਵੇਂ ਤੁਸੀਂ ਉਹਨਾਂ ਨੇ ਤੁਹਾਨੂੰ ਸਾਨੂੰ ਕੁਝ ਐਗਜ਼ਾਮਪਲਸ ਦਿੱਤੇ ਨੇ, 골ਡ ਵੇਖ ਲਓ, ਹੁਣ 골ਡ ਅਨਲਿਮਿਟਿਡ ਤੇ ਨਹੀਂ ਹੈਗਾ, ਸੋਨੇ ਦਾ ਕੀਮਤ ਕਿਉਂ ਹੈ? ਕਿਉਂਕਿ ਉਹ ਲਿਮਿਟਿਡ ਹੈਗੀ ਹੈ, ਠੀਕ ਹੈ। ਰੀਅਲ ਇਸਟੇਟ, ਹੁਣ ਰੀਅਲ ਇਸਟੇਟ ਦੀ ਕੀਮਤ ਕਿਉਂ ਲੋਕੀ ਕਹਿੰਦੇ ਆ ਕਿ ਤੁਸੀਂ ਘਰ ਖਰੀਦੋ, ਘਰ ਤੁਸੀਂ ਲੈਗੇਸੀ ਪੁਸ਼ਤਾਂ ਨੂੰ ਵੀ ਦੇ ਸਕਦੇ ਹੋ, ਅੱਗੇ ਫਿਊਚਰ ਜਨਰੇਸ਼ਨਸ ਨੂੰ ਦੇ ਸਕਦੇ ਹੋ, ਕਿਉਂਕਿ ਘਰ ਜਿਹੜਾ ਹੈ ਲਿਮਿਟਿਡ ਅਮਾਉਂਟ ਦੇ ਵਿੱਚ ਹੈਗਾ ਹੈ। ਤੇ ਸੋ ਸਾਨੂੰ ਇਹੋ ਜਿਹੀ ਚੀਜ਼ਾਂ ਦੇ ਵਿੱਚ ਵੇਖਣਾ ਚਾਹੀਦਾ, ਜਿਵੇਂ ਬਿਟਕੋਇਨ ਲਿਮਿਟਿਡ ਅਮਾਉਂਟ। ਤੇ ਇੱਕ ਹੋਰ ਗੱਲ ਪ੍ਰਭਜੀਤ ਨੇ ਕਹੀ ਹੈ ਕਿ ਤੁਹਾਨੂੰ ਇੱਕ ਦੂਜੀ ਗੱਲ ਤੁਹਾਨੂੰ ਯੂ ਸ਼ੁਡ ਕੀਪ ਇਨ ਮਾਈਂਡ ਕਿ ਡਾਇਵਰਸਿਫਿਕੇਸ਼ਨ ਬਹੁਤ ਇੰਪੋਰਟੈਂਟ ਹੈ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਾਰਾ ਕੁਛ ਹੀ ਇੱਕ ਆਪਣੇ ਸਾਰਾ ਜੇ ਤੁਸੀਂ ਮਤਲਬ ਪੈਸਾ ਲਾਣਾ ਚਾਹੁੰਦੇ ਹੋ ਇੱਕ ਥਾਂ ਤੇ ਨਾ ਲਾਓ, ਉਹਨੂੰ ਡਾਇਵਰਸਿਫਾਈ ਕਰੋ, ਮਲਟੀਪਲ ਚੀਜ਼ਾਂ ਦੇ ਵਿੱਚ ਲਾਓ, ਹੈ ਨਾ। ਤੇ ਸੋ ਥੈਂਕ ਯੂ ਫॉर दैट ਪ੍ਰਭਜੀਤ। ਮੈਂ ਐਕਸਾਈਟਿਡ ਹਾਂ ਹੋਰ ਤੁਹਾਡੇ ਤੋਂ ਸੁਣਨ ਲਈ, ਬਿਕੋਜ਼ ਇਹ ਏਰੀਆ ਦੇ ਵਿੱਚ ਮੈਂ ਮਾਹਿਰ ਨਹੀਂ ਹੈਗੀ, ਇਸ ਕਰਕੇ ਮੇਰੇ ਨਾਲ ਇੰਨੇ ਐਕਸਪਰਟਸ ਜੁੜੇ ਹੋਏ ਨੇ। ਤੇ ਗਾਇਜ਼ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਦੇ ਵਿੱਚ, ਤੇ ਸਾਡੇ ਨਾਲ ਥੋੜਾ ਪੇਸ਼ੈਂਟ ਰਹੋ। ਤੇ ਥੈਂਕ ਯੂ ਸੋ ਮਚ ਫॉर दैट ਪ੍ਰਭਜੀਤ। ਤੇ ਹਰਕਰਨ, ਹੁਣ ਤੁਹਾਡੇ ਨਾਲ ਗੱਲ ਕਰਨੇ ਆ, ਪਲੀਜ਼ ਸਾਨੂੰ ਦੱਸੋ, ਕਿਉਂਕਿ ਤੁਸੀਂ ਥੋੜੇ ਡਿਫਰੈਂਟ ਹੋ ਪ੍ਰਭਜੀਤ ਦੇ ਨਾਲ, ਤੁਹਾਡਾ ਫੋਕਸ ਹੈਗਾ ਹੈ ਟ੍ਰੇਡਿੰਗ ਦੇ ਵਿੱਚ, ਹੈ ਨਾ। ਤੇ ਤੁਸੀਂ ਬੜੇ ਜਿਵੇਂ ਹਾਰਡਕੋਰ ਟ੍ਰੇਡਿੰਗ ਬੜੇ ਸਾਲਾਂ ਤੋਂ ਕਰ ਰਹੇ ਹੋ, ਤੇ ਆਮ ਸ਼ੋਰ ਇੱਥੇ ਬਹੁਤ ਸਾਰੇ ਲੋਕਾਂ ਦਾ ਇੰਟਰਸਟ ਟ੍ਰੇਡਿੰਗ ਵਿੱਚ ਹੈਗਾ ਹੈ। ਤੇ ਸਾਨੂੰ ਪਲੀਜ਼ ਥੋੜਾ ਓਵਰਵਿਊ ਦੱਸੋ ਕਿ ਅੱਜ ਤੁਸੀਂ ਕੀ ਤਰ੍ਹਾਂ ਦੇ ਟ੍ਰੇਡਿੰਗ ਦੇ ਤਰੀਕੇ ਸਾਡੇ ਨਾਲ ਗੱਲ ਕਰ ਰਹੇ ਹੋ, ਐਂਡ ਦੈਨ ਵੀ ਵਿਲ ਗੈਟ ਮੋਰ ਇਨਟੂ ਇਟ। ਥੈਂਕ ਯੂ। Sure. So trading ਉਹਨਾਂ ਦੇ ਲਈ ਆ, ਬੰਦਿਆਂ ਦੇ ਲਈ ਜਿਨ੍ਹਾਂ ਨੇ ਚਾਹੁੰਦੇ ਆ ਵੀ ਜ਼ਿਆਦਾ ਪੈਸੇ ਬਣਾ ਸਕਦੇ ਆ ਤੁਸੀਂ ਬਹੁਤ ਜ਼ਿਆਦਾ ਘੱਟ ਟਾਈਮ ਦੇ ਵਿੱਚ। ਜਿੱਦਾਂ ਟ੍ਰੇਡਿੰਗ ਟ੍ਰੈਡੀਸ਼ਨਲੀ ਜਿਹੜੇ ਟ੍ਰੇਡਰ ਹੁੰਦੇ ਆ ਉਹ ਹੁੰਦੇ ਆ ਜਿੱਦਾਂ ਡੇ ਟ੍ਰੇਡਰਸ, ਮੋਮੈਂਟਮ ਟ੍ਰੇਡਰਸ, ਟੈਕਨੀਕਲ ਟ੍ਰੇਡਰਸ। ਸੋ ਜਿਹੜੇ ਡੇ ਟ੍ਰੇਡਰ ਹੁੰਦੇ ਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਚਾਹੁੰਦਾ ਵੀ ਜਿਵੇਂ ਇੱਕ ਕੰਪਨੀ ਦਾ ਸਟਾਕ ਖਰੀਦਿਆ ਤਾਂ ਮੈਂ ਉਸੇ ਦਿਨ ਹੀ ਉਹਨੂੰ ਵੇਚ ਦੇਣਾ। ਸੋ ਇਹਦਾ ਫਾਇਦਾ ਇਹ ਹੁੰਦਾ ਆ ਕਿ ਜੇ ਰਾਤ ਦੇ ਜਾਂ ਓਵਰਨਾਈਟ ਕੁਛ ਵੀ ਜਾਂ ਸ਼ਾਮ ਨੂੰ ਕੋਈ ਨਿਊਜ਼ ਆ ਜਾਵੇ ਜਿਹੜੀ ਵੀ ਕੰਪਨੀ ਦੇ ਬਾਰੇ ਜਿਹੜੀ ਘਟੀਆ ਨਿਊਜ਼ ਹੋਵੇ। ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ, ਜਿੱਦਾਂ ਐਪਲ ਕੰਪਨੀ ਆ, ਉਹਨਾਂ ਨੇ ਨਿਊ ਫੋਨ ਲਾਂਚ ਕੀਤਾ, ਸੋ ਉਹਨਾਂ ਦੀ ਅੱਜ ਸਵੇਰੇ ਜਿੱਦਾਂ ਪ੍ਰਾਈਸ ਬਹੁਤ ਜ਼ਿਆਦਾ ਸਟਾਕ ਪ੍ਰਾਈਸ ਵੱਧ ਗਈ। ਜੇ ਸ਼ਾਮ ਨੂੰ ਉਹ ਪਤਾ ਲੱਗਾ ਵੀ ਉਹਦੇ ਹਾਰਡਵੇਅਰ ਜਾਂ ਉਹਦੇ ਸੌਫਟਵੇਅਰ ਦੇ ਵਿੱਚ ਕੁਛ ਨੁਕਸ ਆ, ਇਹਦਾ ਮਤਲਬ ਵੀ ਅਗਲੇ ਦਿਨ ਉਹ ਸਟਾਕ ਬਹੁਤ ਜ਼ਿਆਦਾ ਜਿੱਦਾਂ ਡਾਊਨ ਜਾ ਸਕਦਾ ਆ। ਸੋ ਜਿਹੜੇ ਡੇ ਟ੍ਰੇਡਰ ਆ ਉਹ ਇੱਕ ਦਿਨ ਤੋਂ ਬਾਅਦ ਉਹ ਕਦੀ ਵੀ ਜ਼ਿਆਦਾ ਨਹੀਂ ਕੁਛ ਵੀ ਪੋਜੀਸ਼ਨ ਨੂੰ ਹੋਲਡ ਨਹੀਂ ਕਰਦੇ। ਸੋ ਸਾਰੇ ਸ਼ੇਅਰ ਇੱਕ ਦਿਨ ਦੇ ਵਿੱਚ ਵੇਚ ਦਿੰਦੇ ਆ। ਬਾਕੀ ਜਿਹੜੇ ਦੂਜੇ ਸ਼ਾਰਟ ਟਰਮ ਟ੍ਰੇਡਰਸ ਵੀ ਆ, ਜਿਹੜੇ ਕਰਦੇ ਆ ਜੀ ਕੋਈ ਹਫ਼ਤੇ ਦੇ ਵਿੱਚ ਹੋਲਡ ਕਰਦੇ ਆ, ਕੋਈ ਮਹੀਨੇ ਦੇ ਵਿੱਚ ਵੀ ਹੋਲਡ ਕਰ ਸਕਦੇ ਆ। ਸੋ ਉਹ ਹੁੰਦਾ ਜਿਹੜੇ ਮੋਮੈਂਟਮ ਟ੍ਰੇਡਰਸ ਆ, ਜਿਨ੍ਹਾਂ ਨੂੰ ਪਤਾ ਵੀ ਕੋਈ ਅਰਨਿੰਗਸ ਰਿਪੋਰਟ ਜਿੱਦਾਂ ਵੀ ਅਗਲੇ ਹਫ਼ਤੇ ਆ, ਉਹਨਾਂ ਨੂੰ ਪਤਾ ਵੀ ਇਹ ਜਿਹੜੀ ਬੈਂਕ ਆ ਇਹ ਬਹੁਤ ਵਧੀਆ ਕਰ ਰਹੀ ਆ, ਉਹਨਾਂ ਨੇ ਕੁਆਟਰ ਪਿਛਲਾ ਜਿਹੜਾ ਸੀਗਾ ਉਹਨਾਂ ਨੇ ਬਹੁਤ ਵਧੀਆ ਕੀਤਾ, ਉਹਨਾਂ ਨੇ ਮੋਰਗੇਜ ਲੋਨ ਬਹੁਤ ਜ਼ਿਆਦਾ ਦਿੱਤੇ। ਸੋ ਉਹਨਾਂ ਨੂੰ ਪਤਾ ਵੀ ਇਹ ਸਟਾਕਸ ਜਿੱਦਾਂ ਇਹ ਬਹੁਤ ਵਧੀਆ ਜਾਊਗਾ। ਉਹ ਜਿੱਦਾਂ ਕੋਈ ਨਿਊਜ਼ ਦੇ ਵਿੱਚ ਉਹ ਕੋਈ ਪੜ੍ਹ ਲੈਂਦੇ ਵੀ ਕੁਛ ਵਧੀਆ ਕੰਮ ਕਰ ਰਹੀ ਹੈ ਕੰਪਨੀ, ਸੋ ਉਹ ਫਿਰ ਜਦੋਂ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਪ੍ਰਾਈਸ ਬਹੁਤ ਜ਼ਿਆਦਾ ਬਣ ਸਕਦੀ ਆ। ਸੋ ਇਹਦਾ ਫਾਇਦਾ ਇਹ ਹੁੰਦਾ ਆ ਵੀ ਤੁਸੀਂ ਜਿੱਦਾਂ ਆਪਣਾ ਰਿਸਕ ਪੂਰਾ ਤੁਸੀਂ ਆਪਣਾ ਉਹਨੂੰ ਮਿਨੀਮਾਈਜ਼ ਕਰ ਸਕਦੇ ਆ। ਸੋ ਇਹ ਹੁੰਦਾ ਵੀ ਜਿੱਦਾਂ ਟ੍ਰੇਡਿੰਗ ਦੀ ਐਗਜ਼ਾਮਪਲ। ਬਾਕੀ ਤੁਸੀਂ ਟ੍ਰੇਡਿੰਗ ਦੇ ਵਿੱਚ ਆਪਸ਼ਨਸ ਵੀ ਬਾਏ ਕਰ ਸਕਦੇ ਆ। ਜਿੱਦਾਂ ਕਹਿ ਲਓ ਜੀ ਸੈਮਸੰਗ ਦੀ ਕੰਪਨੀ ਆ, ਉਹਦੀ ਪ੍ਰਾਈਸ ਇਸ ਤਰ੍ਹਾਂ 1000 ਆ, ਤਾਂ ਮੈਂ ਕਹਿ ਰਿਹਾ ਵੀ ਇਹ ਸੈਮਸੰਗ ਦੀ ਪ੍ਰਾਈਸ ਇੱਕ ਮਹੀਨੇ ਦੇ ਵਿੱਚ 1200 ਹੋਊਗੀ। ਸੋ ਮੈਂ ਉਹ 1200 ਪ੍ਰਾਈਸ ਵਾਲਾ ਕੰਟਰੈਕਟ ਇੱਕ ਮੈਂ ਬਾਏ ਕਰ ਸਕਦਾ ਹਾਂ। ਉਹਦੀ ਐਕਸਪੀਰੇਸ਼ਨ ਡੇਟ ਹੋਊਗੀ ਵੀ ਅਗਲੇ ਮਹੀਨੇ ਦੀ ਜੋ ਵੀ ਹੈ, ਤਾਂ ਉਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਉਹ ਪੈਸੇ ਬਣਾ ਸਕਦੇ ਆ। ਇੱਕ ਕੰਟਰੈਕਟ ਦਾ ਮੀਨਿੰਗ ਹੁੰਦਾ ਆ ਵੀ 100 ਸ਼ੇਅਰਸ। ਸੋ ਤਾਂ ਕਰਕੇ ਤੁਸੀਂ ਬਹੁਤ ਜ਼ਿਆਦਾ ਪੈਸੇ ਬਣਾ ਸਕਦੇ ਆ। ਤਾਂ ਇਹਦੇ ਵਿੱਚ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਜਿੰਨੇ ਜ਼ਿਆਦਾ ਤੁਸੀਂ ਪੈਸੇ ਜ਼ਿਆਦਾ ਬਣਾ ਸਕਦੇ ਹੋ ਉਨੇ ਜ਼ਿਆਦਾ ਤੁਹਾਨੂੰ ਘਾਟਾ ਵੀ ਪੈ ਸਕਦਾ ਆ। ਪਰ ਟ੍ਰੇਡਿੰਗ ਦਾ ਟ੍ਰੈਡੀਸ਼ਨਲੀ ਇਹ ਮੀਨ ਹੁੰਦਾ ਆ ਵੀ ਰਿਸਕ ਘੱਟ ਹੋਵੇ ਤੇ ਪੈਸੇ ਜ਼ਿਆਦਾ ਬਣ।
Perfect. Thank you so much for that, Harkaran. ਤੇ ਹਰਕਰਨ ਟ੍ਰੇਡਿੰਗ ਦੇ ਵਿੱਚ ਮੈਨੂੰ ਪਰਸਨਲੀ ਬਹੁਤ ਸ਼ੌਕ ਹੈ 2017 ਦੇ ਵਿੱਚ ਜਦੋਂ ਬਿਟਕੋਇਨ ਦਾ ਪ੍ਰਾਈਸ ਬਹੁਤ ਚੜ ਗਿਆ ਸੀ ਉਹਨੇ ਮੈਨੂੰ ਟ੍ਰੇਡਿੰਗ ਦੇ ਵਿੱਚ ਖਿੱਚਿਆ ਉਦੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਬੜੀ ਪ੍ਰੋਫੈਸ਼ਨਲ ਟ੍ਰੇਡਰ ਬਣ ਗਈ ਹਾਂ ਤੇ ਉਹਦੇ ਬਾਅਦ ਜਦੋਂ ਸਾਰੇ ਟੈਕਨੀਕਲ ਆਪਸ਼ਨਸ ਆ ਜਾਂਦੇ ਸੀ ਜਦੋਂ ਤੁਸੀਂ ਐਕਸਚੇਂਜ ਤੇ ਹੈਗੇ ਹੋ ਫਿਰ ਮੈਂ ਵੇਖਦੀ ਸੀ ਇਹਦਾ ਮੈਂ ਹੁਣ ਕੀ ਕਰਾਂ ਇਹਦਾ ਕੀ ਕਰਾਂ ਮੈਨੂੰ ਲੱਗਿਆ ਸਿਰਫ ਬਾਈ ਸੈਲ ਹੋਈਦਾ ਕਰੀਦਾ ਹੋਰ ਮਤਲਬ ਹੈ ਕੀ ਆਪਸ਼ਨਸ ਆ ਗਏ ਨੇ ਸੋ ਇੱਕ ਗੱਲ ਤੁਸੀਂ ਬਹੁਤ ਇੰਟਰਸਟਿੰਗ ਕਹੀ ਹੈ ਹਰਕਰਨ ਤੇ ਤੁਸੀਂ ਇਹ ਕਿਹਾ ਇਹ ਨਾਲੇ ਇਹ ਬਹੁਤ ਸਾਰੇ ਲੋਕੀ ਨਹੀਂ ਜਾਣਦੇ ਕਿ ਜਿਹੜਾ ਇੱਕ ਸਟਾਕ ਦੀ ਜਾਂ ਕੋਈ ਟੋਕਨ ਦੀ ਜਿਵੇਂ ਕ੍ਰਿਪਟੋ ਦੇ ਵਿੱਚ ਟੋਕਨ ਹੁੰਦੇ ਨੇ ਉਹਨਾਂ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਪੀਆਰ ਤੇ ਕੰਪਨੀ ਦੀ ਪੀਆਰ ਤੇ ਨਿਊਜ਼ ਤੇ ਬਹੁਤ ਡਿਪੈਂਡੈਂਟ ਹੁੰਦੀ ਹੈ ਤੇ ਜਿਵੇਂ ਮੰਨ ਲਓ ਗਾਇਸ ਕਿ ਹੁਣ ਕੋਈ ਕੰਪਨੀ ਹੈ ਉਹਨਾਂ ਦੀ ਜਿਵੇਂ ਕੋਈ ਬੜੀ ਵਧੀਆ ਨਿਊਜ਼ ਆਈ ਹੈ ਮੀਡੀਆ ਦੇ ਵਿੱਚ ਤੇ ਸਾਰੇ ਲੋਕੀ ਵੇਖ ਰਹੇ ਨੇ ਤੇ ਉਹ ਸੋਚਣਗੇ ਓਕੇ ਓਬਵੀਅਸਲੀ ਕੰਪਨੀ ਚੰਗੀ ਕਰ ਰਹੀ ਹੈ ਜੇ ਉਹਨਾਂ ਦੀ ਬੜੀ ਚੰਗੀ ਨਿਊਜ਼ ਆਈ ਹੈ ਬੜੀ ਚੰਗੀ ਪੀਆਰ ਹੋ ਰਹੀ ਹੈ ਤੇ ਤੁਸੀਂ ਨੋਟਿਸ ਕਰੋਗੇ ਕਿ ਉਹਦਾ ਵੈਲਿਊ ਵਧਣੀ ਸ਼ੁਰੂ ਹੋ ਜਾਏਗੀ ਕਿਉਂਕਿ ਹੋਰ ਲੋਕੀ ਉਹਦੀ ਸਟਾਕ ਖਰੀਦਣਾ ਸ਼ੁਰੂ ਕਰ ਦੇਣਗੇ ਕ੍ਰਿਪਟੋ ਵਿੱਚ ਵੀ ਇਦਾਂ ਹੀ ਹੁੰਦਾ ਹੈ ਠੀਕ ਹੈ ਪਰ ਜੇ ਹੁਣ ਕੋਈ ਕੰਪਨੀ ਦੀ ਬੈਡ ਕੋਈ ਗਲਤ ਕੋਈ ਥੋੜੀ ਨੈਗੇਟਿਵ ਪੀਆਰ ਆਈ ਹੈ ਤੇ ਤੁਸੀਂ ਨੋਟ ਕਰੋਗੇ ਕਿ ਉਹਦੀ ਜਿਹੜੀ ਪ੍ਰਾਈਸ ਹੈ ਉਹ ਥੱਲੇ ਜਾਣੀ ਸ਼ੁਰੂ ਕਰ ਦੇਗੀ ਕਿਉਂਕਿ ਲੋਕੀ ਡਰ ਜਾਣਗੇ ਕਿ ਕੀ ਪਤਾ ਇਹ ਕੰਪਨੀ ਰਹੇ ਜਾਂ ਨਾ ਰਹੇ ਸਟਾਕ ਵੇਚੋ ਤੇ ਇਦਾਂ ਕੰਮ ਕਰਦਾ ਹੈ ਤੇ ਹਰਕਰਨ ਮੈਨੂੰ ਨਹੀਂ ਪਤਾ ਇਫ ਯੂ ਹੈਵ ਰੀਸੈਂਟਲੀ ਸੀਨ ਕਿ ਨੈਟਫਲਿਕਸ ਦਾ ਤੁਸੀਂ ਵੇਖਿਆ ਕੀ ਹੋਇਆ ਹੈ ਨੈਟਫਲਿਕਸ ਨੇ ਪਤਾ ਨਹੀਂ ਬਿਲੀਅਨਸ ਡਾਲਰਸ ਗਾਇਜ਼ ਮਤਲਬ ਦਿਨਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਉਹਨਾਂ ਦੀ ਜਿਹੜੀ ਵੈਲਿਊਏਸ਼ਨ ਹੈ ਸਟਾਕ ਦਾ ਪ੍ਰਾਈਸ ਹੈ ਡਿੱਗ ਪਿਆ ਹੈ ਬਿਕੋਜ਼ ਉਹਨਾਂ ਨੇ ਹੁਣ ਕੋਈ ਮਤਲਬ ਮੂਵੀ ਲਾਈ ਹੈ ਜਿਹੜੇ ਬਹੁਤ ਸਾਰੇ ਲੋਕੀ ਉਹ ਮੂਵੀ ਦੇ ਨਾਲ ਸਹਿਮਤ ਨਹੀਂ ਹੈਗੇ ਤੇ ਕਿਉਂਕਿ ਨੈਟਫਲਿਕਸ ਨੇ ਉਹ ਮੂਵੀ ਨਹੀਂ ਕੱਢੀ ਤੇ ਇਹ ਨੈਗੇਟਿਵ ਜਿਹੜਾ ਇਸ਼ੂ ਬਣ ਗਿਆ ਇਹਦੇ ਕਾਰਨ ਉਹਨਾਂ ਦੇ ਸਟਾਕ ਨੇ ਬਿਲੀਅਨਸ ਆਫ ਡਾਲਰਸ ਗਵਾ ਲਏ ਨੇ ਸੋ ਇਹ ਕਿ ਜਿਹੜੀ ਵੀ ਕੰਪਨੀ ਤੁਸੀਂ ਫੋਲੋ ਕਰ ਰਹੇ ਹੋ ਉਹਦੀ ਨਿਊਜ਼ ਨੂੰ ਫੋਲੋ ਕਰੋ ਇਟਸ ਵੈਰੀ ਇੰਪੋਰਟੈਂਟ ਤੇ ਮੈਂ ਹਰਕਰਨ ਨੂੰ ਵੇਖਣੀ ਆ ਜਦੋਂ ਟਵਿੱਟਰ ਤੇ ਹੁੰਦੇ ਨੇ ਮੈਂ ਵੇਖਣੀ ਆ ਕਿ ਹਰਕਰਨ ਲਿਖ ਰਹੇ ਹੁੰਦੇ ਨੇ ਕਿ ਅੱਜ ਇਹ ਕੰਪਨੀ ਦਾ ਪ੍ਰਾਈਸ ਵਧਿਆ ਹੈ ਕਿਉਂਕਿ ਇਹ ਨਿਊਜ਼ ਨਿਕਲੀ ਸੀ ਜਾਂ ਮੈਂ ਇਹ ਨਿਊਜ਼ ਨਿਕਲੀ ਹੈ ਤੇ ਹੁਣ ਮੈਂ ਇਹ ਸਟਾਕ ਨੂੰ ਵਾਚ ਕਰ ਰਿਹਾ ਵਾਂ ਤੇ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਗਾਇਸ ਕਿ ਤੁਸੀਂ ਇਨਵੈਸਟਰ ਸਾਈਕੋਲੋਜੀ ਨੂੰ ਸਮਝਣਾ ਸ਼ੁਰੂ ਕਰੋ ਕਿ ਇਨਵੈਸਟਰਸ ਕਿਵੇਂ ਸੋਚਦੇ ਨੇ ਕਿਉਂਕਿ ਜੇ ਤੁਸੀਂ ਸਮਝ ਸਕਦੇ ਹੋ ਕਿ ਇਨਵੈਸਟਰਸ ਕਿਵੇਂ ਸੋਚ ਰਹੇ ਨੇ ਫਿਰ ਹੌਲੀ ਹੌਲੀ ਤੁਹਾਨੂੰ ਤਜਰਬਾ ਆਣਾ ਸ਼ੁਰੂ ਹੋ ਜਾਏਗਾ ਸੋ ਥੈਂਕ ਯੂ ਸੋ ਮਚ ਫॉर दैट ਹਰਕਰਨ ਐਕਸਾਈਟਡ ਟੂ ਹੀਅਰ ਕਿ ਹੋਰ ਟ੍ਰੇਡਿੰਗ ਦਾ ਹੋਰ ਥੋੜਾ ਡੀਪ ਜਾਣ ਲਈ ਸੋ ਲੈਟਸ ਡੂ दैट ਇਨ ਅ ਸੈਕਿੰਡ ਤੇ ਹੁਣ ਅਸੀਂ ਵਾਪਸ ਆਨੇ ਆ ਤੁਹਾਡੇ ਨਾਲ ਪ੍ਰਭਜੀਤ ਤੇ ਹੁਣ ਲੈਟਸ ਗੋ ਬੈਕ ਇਨ ਹੁਣ ਅਸੀਂ ਗੱਲ ਕਰਨੇ ਟ੍ਰੈਡੀਸ਼ਨਲ ਇਨਵੈਸਟਮੈਂਟ ਸਟਾਈਲ ਦੀ ਤੁਸੀਂ ਸਾਨੂੰ ਬੜੇ ਚੰਗੇ ਡਿਫਰੈਂਟ ਥੋੜੇ ਆਪਸ਼ਨਸ ਦੱਸੇ ਨੇ ਤੁਸੀਂ ਸਾਨੂੰ ਦੱਸਿਆ 골ਡ ਦੇ ਬਾਰੇ ਬਿਟਕੋਇਨ ਦੇ ਬਾਰੇ ਸਟਾਕਸ ਦੇ ਬਾਰੇ ਰੀਅਲ ਏਸਟੇਟ ਬੌਂਡਸ ਦੇ ਬਾਰੇ ਹੁਣ ਤੁਸੀਂ ਸਾਨੂੰ ਥੋੜਾ ਡੀਟੇਲ ਦੇ ਵਿੱਚ ਦੱਸ ਸਕਦੇ ਹੋ ਹਰ ਇੱਕ ਆਪਸ਼ਨ ਦੇ ਬਾਰੇ ਕਿ ਇਹ ਆਪਸ਼ਨ ਕੀ ਹੁੰਦਾ ਹੈ ਬੇਸਿਕਲੀ ਤੇ ਨਾਲੇ ਇਹਦੇ ਨਾਲ ਮੇਨ ਰਿਸਕਸ ਕੀ ਹੁੰਦੇ ਨੇ ਕਿਉਂਕਿ ਇਟਸ ਇੰਪੋਰਟੈਂਟ ਕਿ ਲੋਕਾਂ ਨੂੰ ਪਤਾ ਹੋਏ ਕਿ ਮੇਨ ਰਿਸਕਸ ਤਾਂ ਕਿ ਉਹਨਾਂ ਨੂੰ ਐਟਲੀਸਟ ਇਹ ਪਤਾ ਲੱਗੇ ਕਿ ਹਾਂ ਇਹ ਰਿਸਕ ਜੇ ਇਹ ਚੀਜ਼ ਦੇ ਨਾਲ ਇਹ ਰਿਸਕ ਹੈ ਮੈਂ ਡੈਫੀਨਿਟਲੀ ਇੱਥੇ ਨਹੀਂ ਜਾਣਾ ਇਹ ਰਿਸਕ ਹੈ ਓਕੇ ਇਹ ਰਿਸਕ ਮੈਂ ਸੰਭਾਲ ਸਕਦਾ ਵਾਂ ਆਈਮ ਇੰਟਰਸਟਿਡ ਇਨ ਦੈਟ ਸੋ ਪ੍ਰਭਜੀਤ ਥੈਂਕ ਯੂ ਜਿਹੜੇ ਬਾਂਡਸ ਦੇ ਰਿਸਕ ਹੈਗੇ ਆ ਵੀ ਇੰਟਰਸਟ ਸੋ ਬਾਂਡਸ ਹੁੰਦੇ ਜਦੋਂ ਤੁਹਾਨੂੰ ਵਿਆਜ ਮਿਲਦਾ ਤੇ ਜਿਹੜੀ ਸਭ ਤੋਂ ਵੱਡੀ ਰਿਸਕ ਲਾਈਕ ਕਈ ਤਰ੍ਹਾਂ ਦੀ ਰਿਸਕ ਹੈਗੀ ਪਰ ਇੱਕ ਰਿਸਕ ਹੈਗੀ ਵੀ ਇੰਟਰਸਟ ਰੇਟ ਰਿਸਕ ਜੇ ਤੁਹਾਨੂੰ ਇੱਕ ਨੰਬਰ ਦੀ ਵਿਆਜ ਮਿਲਦੀ ਆ ਤੇ ਇੰਟਰਸਟ ਰੇਟਸ ਚੇਂਜ ਹੁੰਦੇ ਆ ਹਨਾ ਤੇ ਫਿਰ ਤੇ ਜੇ ਇੰਟਰਸਟ ਰੇਟਸ ਵੱਧਦੇ ਜਾਂਦੇ ਆ ਫਿਰ ਤੁਹਾਨੂੰ ਕੱਟ ਰਹਿ ਗਿਆ ਹਨਾ ਤੇ ਤੁਹਾਡਾ ਪੈਸੇ ਉੱਥੇ ਜੰਮਿਆ ਹੈਗਾ ਤੇ ਵਾਪਸ ਨਹੀਂ ਲੈ ਸਕਦੇ ਛੇਤੀ ਹਨਾ ਸੋ ਇਹ ਬਾਂਡਸ ਦੀ ਇੱਕ ਪ੍ਰੋਬਲਮ ਹੈਗੀ ਆ ਤੇ ਇੱਕ ਹੋਰ ਪ੍ਰੋਬਲਮ ਹੈਗੀ ਆ ਵੀ ਜਿਵੇਂ ਅਸੀਂ ਕਿਹਾ ਸੀਗਾ ਵੀ ਰੇਟਸ ਕੱਟੇ ਗਏ ਹਨਾ ਸੋ ਗਵਰਨਮੈਂਟ ਰੇਟ ਸੈੱਟ ਕਰਦੇ ਹੈਗੇ ਆ ਤੇ ਜਦੋਂ ਗਵਰਨਮੈਂਟ ਨੇ ਉਹ ਚਾਹੁੰਦੇ ਆ ਵੀ ਇਕਾਨਮੀ ਨੂੰ ਹੋਰ ਚਲਾਉਣ ਨੂੰ ਉਹ ਰੇਟਸ ਵੱਧ ਕੱਟਦੇ ਹੈਗੇ ਆ ਤੇ ਇਹ ਤਾਂ ਇਕਾਨਮੀ ਚਲਾਉਂਦਾ ਹੈਗਾ ਵੀ ਹਰ ਕੋਈ ਲਾਈਕ ਅਮਰੀਕਾ ਦੇ ਵਿੱਚ ਹਰ ਕੋਈ ਬੰਦੇ ਦੇ ਘਰ ਦੇ ਮੋਰਗੇਜ ਹੁੰਦਾ ਜਿਵੇਂ ਲੋਨ ਹੈਗਾ ਕਰਦੇ ਹਨਾ ਤੇ ਫਿਰ ਜਦੋਂ ਤੁਸੀਂ ਰੇਟਸ ਕੱਟਦੇ ਹੈਗੇ ਆ ਫਿਰ ਹਰ ਕੋਈ ਰੀਫਾਈਨੈਂਸ ਕਰਨ ਜਾਂਦਾ ਹੈਗਾ ਤੇ ਕਈ ਵਾਰੀ ਰੀਫਾਈਨੈਂਸ ਕਰਦੇ ਤੇ ਫਿਰ ਪੈਸੇ ਕੱਢਦੇ ਆ ਤੇ ਫਿਰ ਉਹ ਸਪੈਂਡ ਕਰਦੇ ਹੈਗੇ ਆ ਸੋ ਥੋੜੀ ਬਾਂਡਸ ਦੀ ਰਿਸਕ ਹੈਗੀ ਆ ਵੀ ਹੁਣ ਰੇਟਸ ਇੰਨੇ ਕੱਟੇ ਹੈਗੇ ਆ ਵੀ ਤੁਹਾਨੂੰ ਰਿਟਰਨ ਵਾਲਾ ਮਿਲਦਾ ਨਹੀਂ ਹੈਗਾ ਤੁਸੀਂ ਪੈਸੇ ਉੱਥੇ ਜੰਮਦੇ ਹੈਗੇ ਆ ਕੰਪਨੀ ਜਾਂ ਗਵਰਨਮੈਂਟ ਬੈਂਕਰਪਟ ਹੋ ਜਾ ਸਕਦੀ ਆ ਪਰ ਫਿਰ ਤੁਹਾਨੂੰ ਵਾਪਸ ਪੈਸੇ ਨਹੀਂ ਮਿਲਣਾ ਹਨਾ ਸੋ ਉਹਦੇ ਚ ਵੱਧ ਰਿਸਕ ਹੈਗਾ ਤੇ ਘੱਟ ਰਿਟਰਨ ਹੈਗਾ ਤੇ ਇਹ ਬਾਂਡਸ ਦੀ ਵੱਡੀ ਰਿਸਕ ਹੈਗੀ ਆ ਜਿਹੜੀ 골ਡ ਬਿਟਕੋਇਨ ਤੇ ਰੀਅਲ ਏਸਟੇਟ ਦੀ ਗੱਲ ਹੈਗੀ ਆ ਵੀ
ਜਿਹੜੀ ਸਭ ਤੋਂ ਵੱਡੀ ਰਿਸਕ ਹੈਗੀ ਵੀ ਤੁਹਾਨੂੰ ਘਾਟੇ ਹੋਊਗਾ। ਤੇ ਕਈ ਚੀਜ਼ਾਂ ਜਿਵੇਂ ਸਟਾਕਸ ਦੇ ਵਿੱਚ ਤੁਹਾਨੂੰ ਪਤਾ ਹੈਗਾ ਵੀ ਕਈ ਕੰਪਨੀਆਂ ਖਰਾਬ ਨਹੀਂ ਹੋਣੀਆਂ, ਤੇ ਇਹ ਕੁਝ ਬਣਾਉਂਦੇ ਚੀਜ਼ ਹੈਗੀ, ਕੁਝ ਚੀਜ਼ ਵੇਚਦੇ ਆ, 20 ਸਾਲ ਵਾਸਤੇ ਕੰਮ ਕਰਦੇ ਆ ਤੇ ਕਿੱਥੇ ਜਾਣਾ ਨਹੀਂ ਹੈਗਾ। ਸੋ ਜਿਵੇਂ ਗੂਗਲ ਹੈਗੀ ਆ, ਹਨਾ, ਹਰ ਕੋਈ ਗੂਗਲ ਸਰਚ ਬਾਰ ਯੂਜ਼ ਕਰਦਾ ਤੇ ਉਹ ਕੰਪਨੀ ਨੇ ਕਿਸੇ ਥਾਂ ਜਾਣਾ ਨਹੀਂ ਹੈਗਾ। ਤੇ ਨੈਟਫਲਿਕਸ ਵੀ, ਹਨਾ, ਉਹਦੀ ਸਟਾਕ ਪ੍ਰਾਈਸ ਹੁਣ ਘਟ ਗਈ ਹੈਗੀ ਆ। ਤੇ ਪਰ ਫਿਰ ਵੀ ਲਾਈਕ ਹਰ ਕੋਈ, ਜਿਹੜੇ ਮੈਨੂੰ ਪਤਾ, ਜਿਹੜੇ ਮੇਰੇ ਦੋਸਤ ਹੈਗੇ ਆ ਜਾਂ ਜੋ ਵੀ ਜਿਹੜੇ ਬੱਚੇ ਹੈਗੇ ਆ, $8 ਵਾਸਤੇ ਇੰਨੀਆਂ ਮੂਵੀਆਂ ਦੇਖਦੀਆਂ, ਤਾਂ ਉਹ ਕੰਪਨੀ ਨੇ ਕਿਸੇ ਥਾਂ ਤੇ ਜਾਣਾ ਨਹੀਂ ਹੈਗਾ। ਪਰ ਪ੍ਰੋਬਲਮ ਹੁੰਦਾ ਜਦੋਂ ਹੋਰ ਕੋਈ ਲੋਕੀ ਹੁੰਦੇ ਆ, ਹਨਾ, ਜਦੋਂ ਤੁਸੀਂ ਇਨਵੈਸਟ ਕਰਦੇ ਆ, ਤੁਹਾਡੀ ਇਹ ਰਿਸਕ ਹੈਗੇ ਵੀ ਜਿਹੜੇ ਹੋਰ ਲੋਕ ਹੁੰਦੇ ਆ, ਜਿਹੜੇ ਉਹ ਹੋਰ ਤਰੀਕੇ ਨਾਲ ਇਨਵੈਸਟ ਕਰਦੇ ਹੈਗੇ ਆ। ਸੋ ਜਿਹੜੀ ਬਿਟਕੋਇਨ ਦੀ ਪ੍ਰਾਈਸ ਸੀਗੀ, ਹਨਾ, ਜਦੋਂ ਲਾਈਕ 2 ਸਾਲ ਪਿੱਛੇ ਜਦੋਂ ਬਹੁਤ ਥੱਲੇ ਗਈ ਸੀਗੀ, $20,000 ਤੇ ਸੀਗਾ, ਤੇ ਬਹੁਤ ਥੱਲੇ ਗਿਆ ਸੀਗਾ $10,000 ਤੱਕ, ਜਾਂ ਪਹਿਲਾਂ 13,000 ਫਿਰ 10,000। ਤੇ ਲੋਕੀ ਸੋਚਦੇ ਸੀਗੇ ਵੀ ਕੌਣ ਵੇਚਦਾ ਹੈਗਾ, ਕਿਸੇ ਨੂੰ ਸਮਝ ਨਹੀਂ ਆਉਂਦੀ ਸੀ ਵੀ ਪ੍ਰਾਈਸ ਇੰਨੀ ਕਿਉਂ ਘਟ ਗਈ। ਤੇ ਇਹ ਸੀਗਾ ਵੀ ਕਿਸੇ ਦੇ ਇੱਕ ਜੈਪਨੀਜ਼ ਬੰਦਾ ਸੀਗਾ, ਸੋ ਜਿਹੜੀ 5 ਸਾਲ ਪਿੱਛੇ ਇੱਕ ਐਕਸਚੇਂਜ ਹੈਕ ਹੋਈ ਸੀਗੀ, ਤੇ ਕਿਸੇ ਟਰਸਟ ਦੇ ਵਿੱਚ ਸਾਰੇ ਬਿਟਕੋਇਨਸ ਪਾਈ ਸੀਗੇ, ਤੇ ਉਹ ਬੰਦਾ ਜਿਹੜਾ ਸੀਗਾ ਉਹ ਬੜਾ ਸਫਿਸਟੀਕੇਟਡ ਨਹੀਂ ਸੀਗਾ। ਉਹਨੇ ਦੇਖਿਆ ਵੀ ਪ੍ਰਾਈਸ 20,000 ਤੇ ਪਹੁੰਚ ਗਿਆ, ਤੇ ਉਹ ਇੱਕਦਮ ਸੈਲ ਕਰਨ ਲੱਗ ਪਿਆ, ਤੇ ਉਹਦੇ ਇੰਨੇ ਬਿਟਕੋਇਨ ਸੀਗੇ ਵੀ ਉਹਦੇ ਨਾਲ ਪ੍ਰਾਈਸ ਥੱਲੇ ਆ ਗਈ। ਸੋ ਜਦੋਂ ਤੁਸੀਂ ਸੋਚਦੇ ਆ ਗੋਲਡ ਜਾਂ ਬਿਟਕੋਇਨ ਜਾਂ ਰੀਅਲ ਏਸਟੇਟ ਦੇ ਵਿੱਚ, ਹਨਾ, ਤੁਸੀਂ ਕੀਮਤ ਕੰਟਰੋਲ ਨਹੀਂ ਕਰ ਸਕਦੇ, ਤੇ ਇਹ ਤੁਹਾਡੇ ਤੋਂ ਬੜੀ ਦੂਰ ਚੀਜ਼ ਹੈਗੀ ਹੈ ਕੀਮਤ। ਪਰ ਸੋ ਇਹਦੇ ਨਾਲ ਲੋਕੀ ਅਪਸੈਟ ਹੁੰਦੇ ਆ, ਹਨਾ। ਸੋ ਤੁਹਾਡੀ ਵੱਡੀ ਰਿਸਕ ਹੈਗੀ ਆ ਵੀ ਤੁਸੀਂ ਸਾਰੇ ਪੈਸੇ ਸੋਨਾ ਜਾਂ ਬਿਟਕੋਇਨ ਜਾਂ ਰੀਅਲ ਏਸਟੇਟ ਦੇ ਵਿੱਚ ਪਾਉਣੇ ਆ, ਕੀਮਤ ਥੱਲੇ ਜਾਂਦੀ ਆ, ਤੇ ਤੁਸੀਂ ਅਪਸੈਟ ਹੋ ਕੇ ਉਦੋਂ ਵੇਚਦੇ ਆ ਜਦੋਂ ਥੱਲੇ ਆ ਗਈ। ਸੋ ਕਈ ਵਾਰੀ ਲੋਕਾਂ ਨੂੰ ਹੋਇਆ, ਹਨਾ, ਵੀ ਅਪਸੈਟ ਹੋ ਕੇ ਵੇਚਿਆ ਤੇ ਫਿਰ ਪ੍ਰਾਈਸ ਵਾਪਸ ਆ ਗਈ। ਹੁਣ ਜਿਹੜੀ US ਸਟਾਕ ਮਾਰਕੀਟ ਹੈਗੀ ਆ, ਹਨਾ, ਹੁਣ ਪਿਛਲੇ ਲਾਈਕ 2 ਮਹੀਨੇ ਹੋ ਗਏ ਮੈਨੂੰ ਲੱਗਦਾ, ਜਦੋਂ ਪ੍ਰਾਈਸ 20% ਥੱਲੇ ਆ ਗਈ ਸੀਗੀ, ਤੇ ਕਈ ਲੋਕੀ ਨੇ ਵੇਚਿਆ ਜਾਂ ਕੁਛ ਕਰਿਆ, ਤੇ ਫਿਰ ਇੱਕਦਮ ਗਵਰਨਮੈਂਟ ਨੇ ਸਪੋਰਟ ਕਰਕੇ ਫਿਰ ਵਾਪਸ ਪ੍ਰਾਈਸਾਂ ਆ ਗਈਆਂ, ਹਨਾ। ਸੋ ਜਿਹੜੀ ਇਨਵੈਸਟਰ ਸਾਈਕੋਲੋਜੀ ਹੈਗੀ ਆ, ਇਹ ਤੁਹਾਡੀ ਸਭ ਤੋਂ ਵੱਡੀ ਰਿਸਕ ਹੈਗੀ ਆ ਵੀ ਤੁਸੀਂ ਸਾਰੇ ਪੈਸੇ ਕਿਸੇ ਸਕੀਮ ਦੇ ਵਿੱਚ ਪਾਓ, ਤੇ ਫਿਰ ਪ੍ਰਾਈਸ ਥੱਲੇ ਜਾਂਦੇ, ਤੁਸੀਂ ਵੇਚਦੇ ਆ, ਫਿਰ ਬਸ। ਤੇ ਇੱਕ ਹੋਰ ਚੀਜ਼ ਇੱਕ ਹੋਰ ਚੀਜ਼ ਹੈਗੀ ਵੀ ਸਕੈਮਸ, ਹਨਾ। ਹੁਣ ਅੱਜ ਕੱਲ੍ਹ ਸਕੈਮਸ ਚੱਲਦੇ ਹੈਗੇ ਆ। ਸੋ ਜਿਵੇਂ ਮੈਂ ਵੇਖਿਆ ਸਟਾਕਸ ਦੇ ਵਿੱਚ ਕਈ ਵਾਰੀ ਧੋਖੇਬਾਜ਼ੀ ਹੁੰਦੀ ਆ, ਤੇ ਦੱਸਣਾ ਔਖਾ ਹੈਗਾ ਵੀ ਕਿਹੜੀ ਸਟਾਕ ਸਹੀ ਹੈ ਜਾਂ ਗਲਤ ਹੈਗਾ। ਸੋ ਜਿਵੇਂ ਅਮਰੀਕਾ ਦੇ ਵਿੱਚ ਇੱਕ ਥੈਰਾਨੋਸ ਕੰਪਨੀ ਸੀ, ਬਲੱਡ ਚੈੱਕ ਕਰਦੇ ਸੀਗੇ, $10 ਬਿਲੀਅਨ ਇਨਵੈਸਟ ਹੋਇਆ ਸੀਗਾ, ਵੱਡੇ ਨਾਮ ਸੀਗੇ ਉਹਦੇ ਵਿੱਚ, ਲਾਈਕ ਜਿਹੜੇ 4 ਸਟਾਰ ਜਨਰਲ ਆਪਦੇ ਬੋਰਡ ਦੇ ਵਿੱਚ ਬੈਠੇ ਸੀਗੇ, ਪਰ ਉਸ ਦੀ ਹੁਣ ਕੋਈ ਕੀਮਤ ਨਹੀਂ ਹੈਗੀ, ਕੋਈ ਕੀਮਤ ਨਹੀਂ ਹੈਗੀ, ਤੇ ਉਹ ਪ੍ਰਾਈਸ ਕੋਲੈਪਸ ਹੋਇਆ ਸੀਗਾ। ਤੇ ਕਈ ਥੈਰਾਨੋਸ, ਇੱਕ ਕਈ ਨਾਂ ਹੈਗੇ ਆ, ਥੈਰਾਨੋਸ, ਹਰਬਲਾਈਫ, ਜਿਹੜੇ ਉਹ ਪੁੱਠੇ ਕੰਮ ਕਰਦੇ ਹੈਗੇ ਆ, ਤੇ ਲੋਕੀ ਰੀਸ ਦੇ ਨਾਲ ਪਰਚੇਸ ਕਰਦੇ ਹੈਗੇ ਆ, ਪਰ ਉਹਦੀ ਕੀਮਤ ਥੱਲੇ ਜਾਊਗੀ ਜ਼ਰੂਰ, ਹਨਾ। ਤੇ ਤੁਹਾਨੂੰ ਉਹਦੇ ਨਾਲ ਕੇਅਰਫੁਲ ਹੋਣਾ ਚਾਹੀਦਾ। ਤੇ ਕਈ ਵਾਰੀ ਜਦੋਂ ਤੁਹਾਨੂੰ ਕੋਈ ਕਹਿੰਦਾ ਹੈਗਾ ਵੀ ਤੁਹਾਡੇ ਪੈਸੇ 2 ਜਾਂ 3 ਦਿਨ, ਤੁਹਾਨੂੰ ਲਾਈਕ 4 ਦਿਨ ਦੇ ਵਿੱਚ ਜਾਂ 4 ਹਫ਼ਤਿਆਂ ਦੇ ਵਿੱਚ 2 ਜਾਂ 3 ਗੁਣਾ ਵੱਧ ਜਾਣਗੇ, ਹਨਾ। ਤੇ ਸਮਝਣ ਦੀ ਲੋੜ ਹੈਗੀ ਆ ਵੀ ਇਹ ਇੱਕ ਧੋਖਾ ਹੈਗਾ, ਤੇ ਇੱਥੇ ਸੋਚਣ ਦੀ ਲੋੜ ਹੈਗੀ ਆ ਵੀ ਉਹ ਜਿਹੜੇ ਆਦਮੀ ਤੁਹਾਨੂੰ ਵੇਚਦੇ ਹੈਗੇ ਆ, ਮੈਨੂੰ ਕਿਉਂ ਪੇਸ਼ਕਸ਼ ਦੇ ਰਹੇ ਹੈ, ਤੇ ਉਹ ਖੁਦ ਕੋਈ ਨਹੀਂ ਆਪਣੇ ਪੈਸੇ ਲਗਾਉਂਦੇ, ਹਨਾ। ਵੀ ਕਈ ਵਾਰੀ ਜਿਹੜੇ ਲੋਕ ਤੁਹਾਨੂੰ ਕਹਿੰਦੇ ਵੀ ਮੈਂ ਤੁਹਾਨੂੰ 1 ਹਫ਼ਤੇ ਦੇ ਵਿੱਚ ਤੁਹਾਡੇ ਪੈਸੇ 2 ਗੁਣਾ ਦੇਣੇ ਆ, ਹਨਾ, ਉਹ ਤੁਹਾਨੂੰ ਸਕੈਮ ਕਰਦੇ ਹੈਗੇ ਆ। ਤੇ ਜਿਹੜੇ ਵੱਡੀ ਕੰਪਨੀਆਂ ਦੇ ਵਿੱਚ ਵੀ ਐਵੇਂ ਸਕੈਮ ਚੱਲਦੇ ਹੈਗੇ ਆ। ਸੋ ਜਿਹੜੀ ਟੈਸਲਾ ਇੱਕ ਕੰਪਨੀ ਹੈਗੀ ਆ, ਟੈਸਲਾ, ਹਨਾ, ਸਾਰਿਆਂ ਦੇ ਨਾਮ ਪਤਾ ਹੈਗੇ ਆ, ਵਧੀਆ ਕਾਰ ਬਣਾਉਂਦੇ ਹੈਗੇ, ਸਾਰੇ ਚਾਹੁੰਦੇ ਆ ਅਮਰੀਕਾ ਦੇ ਵਿੱਚ ਟੈਸਲਾ ਕਾਰ ਚਲਾਉਣ ਨੂੰ। ਪਰ ਪ੍ਰੋਬਲਮ ਹੈਗੀ ਆ, ਜਦੋਂ ਪ੍ਰਾਈਸ ਇੰਨੀ ਉੱਪਰ ਚੱਲਦੀ ਹੈਗੀ ਆ, ਉਹ ਜ਼ਰੂਰ ਥੱਲੇ ਜਾਊਗੀ। ਸੋ ਜੇ ਤੁਸੀਂ ਕੀਮਤ ਦੇ ਪਿੱਛੇ ਚੱਲਦੇ ਹੈਗੇ ਆ, ਤੁਹਾਡੇ ਵੱਡੀ ਲਾਸ ਵੀ ਹੋ ਸਕਦੀ ਆ। ਤੇ ਇਹਦੇ ਨਾਲ ਤਾਂ ਡਿਵਰਸਿਫਿਕੇਸ਼ਨ ਦੀ ਲੋੜ ਹੈਗੀ ਵੀ ਪੈਸੇ ਇੱਕ ਚੀਜ਼ ਦੇ ਵਿੱਚ, ਇਕੱਲੇ ਇੱਕ ਚੀਜ਼ ਦੇ ਵਿੱਚ ਨਾ ਪਾਓ। ਤੇ ਸੋ ਬਿਟਕੋਇਨ ਦੇ ਬਾਰੇ ਤੁਸੀਂ ਰਵਨੀਤ ਨੂੰ ਹੋਰ ਦੱਸ ਸਕਦੀ ਕਿਹੜੇ ਐਕਸਚੇਂਜ ਤੋਂ ਲੈਣੇ ਆ,
but I think Coin DCX is the big one, right? In India. ਹਾਂਜੀ ਇੰਡੀਆ ਦੇ ਵਿੱਚ ਕੋਇਨ DCX ਜ਼ੈਬਪੇ ਤੇ ਹੁਣ ਜਦੋਂ ਤੋਂ ਸੁਪਰੀਮ ਕੋਰਟ ਨੇ ਬੈਨ ਚੱਕਿਆ ਹੈ ਉਹਨਾਂ ਨੇ ਜਦੋਂ ਤੋਂ ਮਾਰਚ ਦੇ ਵਿੱਚ ਆਰਬੀਆਈ ਫੈਬਰੀ ਜਾਂ ਮਾਰਚ ਦੇ ਵਿੱਚ ਆਰਬੀਆਈ ਨੂੰ ਕਿਹਾ ਕਿ ਤੁਸੀਂ ਬੈਨ ਲਿਫਟ ਕਰੋ ਉਦੋਂ ਤੋਂ ਹੋਰ ਵੀ ਐਕਸਚੇਂਜਸ ਹੁਣ ਇੰਡੀਆ ਵਿੱਚ ਆ ਰਹੀਆਂ ਨੇ ਜਿਹੜੀਆਂ ਕ੍ਰਿਪਟੋ ਐਕਸਚੇਂਜਸ ਨੇ ਹਾਂਜੀ ਤੇ ਜਿਹੜੇ ਸਟਾਕ ਟ੍ਰੇਡਿੰਗ ਵਾਸਤੇ ਜਿਹੜੀ ਇੰਡੀਅਨ ਸਟਾਕਸ ਵਾਸਤੇ ਤੁਸੀਂ ਦੇਖ ਸਕਦੇ ਆ ਕਿਹੜੇ ਹੈਗੇ ਆ ਪਰ ਇਹ ਜਿਹੜੀ ਜਦੋਂ ਇੱਕ ਹੋਰ ਚੀਜ਼ ਹੁੰਦੀ ਹੈ ਵੀ ਜਦੋਂ ਤੁਸੀਂ ਆਪਦੇ ਦੇਸ਼ ਦੇ ਸਟਾਕਸ ਜਾਂ ਕੁਝ ਚੀਜ਼ ਲੈਂਦੇ ਆ ਹਨਾ ਤੁਹਾਨੂੰ ਆਪਦੀ ਦੇਸ਼ ਦੇ ਪੈਸੇ ਦੇ ਵਿੱਚ ਮਿਲਦੇ ਹੈਗੇ ਆ ਸੋ ਜਿਹੜੇ ਹੁਣ ਕੀ ਹੋਇਆ ਵੀ ਹਰ ਕੋਈ ਦੇਸ਼ ਜਿਹੜੇ US ਕਰੰਸੀ ਦੇ ਵਿੱਚ ਨਹੀਂ ਹੁੰਦਾ ਉਹ ਕੱਟ ਉੱਪਰ ਜਾਂਦਾ ਹੈਗਾ ਸੋ ਜਿਹੜੇ US ਸਟਾਕਸ ਇੱਕ ਚੀਜ਼ ਹੈਗੀ ਆ ਵੀ US ਡਾਲਰ ਤਕੜਾ ਹੁੰਦਾ ਹੁਣ ਤੇ US ਸਟਾਕਸ ਵੀ ਵਧੀ ਜਾਂਦੇ ਹੈਗੇ ਆ ਸੋ ਤੁਹਾਨੂੰ ਵੱਧ ਪੈਸੇ ਉਹ US ਸਟਾਕਸ ਦੇ ਵਿੱਚ ਮਿਲ ਸਕਦੇ ਆ ਤੇ ਮੈਂ ਇੱਕ ਪੰਜਾਬ ਦੇ ਮੁੰਡੇ ਤੋਂ ਪੁੱਛਿਆ ਸੀਗਾ ਵੀ ਦੋ ਬੈਂਕ ਹੈਗੇ ਜਿਹੜੇ ਤੁਸੀਂ ਓਵਰਸੀਜ਼ ਇਨਵੈਸਟਮੈਂਟ ਅਕਾਊਂਟ ਖੋਲ ਸਕਦੇ ਆ ICICI ਬੈਂਕ ਤੇ HDFC ਸਿਕਿਉਰਿਟੀਜ਼ ਸੋ ਮੈਨੂੰ ਪੂਰਾ ਫੀਸ ਤੇ ਮਾਰੇ ਪਤਾ ਨਹੀਂ ਹੈਗਾ ਪਰ ਅਸੀਂ ਫੇਸਬੁੱਕ ਗਰੁੱਪ ਦੇ ਵਿੱਚ ਹੋਰ ਗੱਲਾਂ ਕਰ ਸਕਦੇ ਹਾਂ ਪਰ ਤੁਹਾਨੂੰ ਇਹ ਸਟਾਕਸ ਦੇ ਵਿੱਚ ਇੰਡੈਕਸ ਫੰਡਸ ਦੇਖਣਾ ਚਾਹੀਦਾ US ਇੰਡੈਕਸ ਫੰਡਸ ਦੇਖਣਾ ਚਾਹੀਦਾ ਤੇ ਜੇ ਤੁਸੀਂ ਸੋਨੇ ਜਾਂ ਰੀਅਲ ਏਸਟੇਟ ਦੇ ਵਿੱਚ ਦੇਖਦੇ ਹੈਗੇ ਆ ਤੇ ਤੁਹਾਨੂੰ ਬਿਟਕੋਇਨ ਦੇ ਵਿੱਚ ਦੇਖਣਾ ਚਾਹੀਦਾ Yeah, perfect. Thank you so much, Prabjeet. So much there to ਤੁਸੀਂ ਬਹੁਤ ਸਾਰਾ ਸਾਨੂੰ ਗਿਆਨ ਦਿੱਤਾ so basically ਤੁਸੀਂ ਇਹ ਕਹਿ ਰਹੇ ਹੋ ਕਿ bonds ਦੇ ਵਿੱਚ ਜਿਹੜੇ ਤੁਹਾਡਾ ਪੈਸਾ ਹੈ ਉਹ ਫ੍ਰੀਜ਼ ਹੋ ਸਕਦਾ ਹੈ ਕਿਉਂਕਿ ਤੁਸੀਂ ਜਿਸ ਪੈਸਾ ਉਹਦੇ ਵਿੱਚ ਜੇ ਪਾਇਆ ਹੈ ਮਤਲਬ ਉਹਦੇ ਵਿੱਚ ਹੁਣ locked ਹੈ ਪੈਸਾ for a certain amount of time period. Is that right? Yep, that's right. ਇੱਕ certain amount of so bonds ਜਿਹੜਾ ਤਰੀਕਾ ਹੈ guys ਉਹਦੇ ਨਾਲ ਇੱਕ certain amount of period ਤੁਹਾਡਾ ਪੈਸਾ ਉਹਦੇ ਵਿੱਚ frozen ਕਹਿ ਲਓ fixed ਕਹਿ ਲਓ so that is a risk ਕਿ ਜੇ ਤੁਹਾਨੂੰ liquidity ਚਾਹੀਦੀ ਹੈ ਜੇ ਤੁਹਾਨੂੰ cash flow ਚਾਹੀਦਾ ਹੈ ਕਿ ਮੰਨ ਲਓ ਕੁਝ ਹੋ ਗਿਆ ਤੇ ਤੁਹਾਨੂੰ ਪੈਸੇ ਕੱਢਣੇ ਨੇ so you have to keep in mind ਕਿ ਜੇ ਤੁਸੀਂ bonds ਦੇ ਵਿੱਚ ਪੈਸਾ ਪਾਣਾ ਚਾਹੁੰਦੇ ਹੋ ਤੇ ਤੁਹਾਡਾ ਪੈਸਾ ਉਹਦੇ ਵਿੱਚ ਹਿੰਦੀ ਵਿੱਚ ਕਹਿੰਦਾ ਵਿਅਸਤ ਪੰਜਾਬੀ ਵਿੱਚ ਮੈਨੂੰ ਪੰਜਾਬੀ ਵਿੱਚ ਪਤਾ ਹੋਣਾ ਚਾਹੀਦਾ ਪਰ ਉਹ ਜਿਵੇਂ ਫਿਕਸਡ ਹੁੰਦਾ ਉਹਦੇ ਵਿੱਚ ਹੈ ਨਾ ਤੇ ਗਵਰਨਮੈਂਟ ਉਹਦਾ ਪ੍ਰਾਈਸ ਸੈੱਟ ਕਰਦੇ ਨੇ ਤੇ ਹੁਣ ਜਿਵੇਂ 골ਡ ਹੈ ਬਿਟਕੋਇਨ ਹੈ ਰੀਅਲ ਏਸਟੇਟ ਹੈ ਇਹਦੀ ਅਸੀਂ ਵੈਲਿਊ ਕੰਟਰੋਲ ਨਹੀਂ ਕਰ ਸਕਦੇ ਇਹਦੀ ਵੈਲਿਊ ਆਈ ਥਿੰਕ ਕਿ ਮਾਰਕੀਟ ਤੇ ਡਿਪੈਂਡੈਂਟ ਹੁੰਦੀ ਹੈ ਕਿ ਲੋਕੀ ਕਿੰਨਾ ਖਰੀਦ ਰਹੇ ਨੇ ਜਾਂ ਲੋਕੀ ਕਿੰਨਾ ਵੇਚ ਰਹੇ ਨੇ ਤੇ ਇੱਕ ਚੀਜ਼ ਬਹੁਤ ਹੁੰਦੀ ਹੈ ਸਪੈਸ਼ਲੀ ਬਿਟਕੋਇਨ ਦੇ ਵਿੱਚ ਕਿ ਜਦੋਂ ਲੋਕੀ ਕ੍ਰਿਪਟੋ ਕਰੰਸੀ ਜਾਂ ਬਿਟਕੋਇਨ ਖਰੀਦਣਾ ਸ਼ੁਰੂ ਕਰਦੇ ਨੇ ਤੇ ਜੇ ਪ੍ਰਾਈਸ ਥੱਲੇ ਡਿੱਗਦਾ ਹੈ ਤੇ ਲੋਕੀ ਬੜੇ ਅਪਸੈਟ ਹੋ ਕੇ ਬੜੇ ਨਿਰਾਸ਼ ਹੋ ਕੇ ਸਸਤੇ ਪ੍ਰਾਈਸ ਤੇ ਉਹਨੂੰ ਵੇਚ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜੇ ਤੁਸੀਂ ਫੜ ਕੇ ਰੱਖੋ ਸਪੈਸ਼ਲੀ ਜੇ ਮੇਨ ਕ੍ਰਿਪਟੋ ਕਰੰਸੀ ਹੈ ਜਾਂ ਮੇਨ ਜਿਵੇਂ ਪ੍ਰਭਜੀਤ ਨੇ ਕਿਹਾ ਕਿ ਮੇਨ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਕਿਤੇ ਨਹੀਂ ਜਾ ਰਹੀਆਂ ਹੈ ਨਾ ਜਿਵੇਂ ਗੂਗਲ ਦਾ ਸਟਾਕ ਹੈ ਗੂਗਲ ਹੁਣ ਇੱਕ ਹੀ ਸਿਰਫ ਸਰਚ ਇੰਜਨ ਹੈ ਹੁਣ ਹੋਰ ਕੋਈ ਸਰਚ ਇੰਜਨ ਯੂਜ਼ ਨਹੀਂ ਕਰ ਰਿਹਾ ਜਿਹੜਾ ਗੂਗਲ ਦੇ ਕੰਪੀਟ ਕਰ ਰਿਹਾ ਸੋ ਕੁਝ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਕਿਤੇ ਨਹੀਂ ਜਾ ਰਹੀਆਂ ਸੋ ਇਟਸ ਇੰਪੋਰਟੈਂਟ ਕਿ ਤੁਹਾਨੂੰ ਇਨਵੈਸਟਰ ਸਾਈਕੋਲੋਜੀ ਪਤਾ ਹੋਏ ਕਿ ਕਿਹੜੇ ਕੋਇਨਸ ਜਾਂ ਸਟਾਕਸ ਜਿਹੜੀ ਵੱਡੀ ਕੰਪਨੀਆਂ ਨੇ ਭਾਵੇਂ ਪ੍ਰਾਈਸ ਉਹਦਾ ਡਿੱਗਦਾ ਹੈ ਤੁਸੀਂ ਫੇਰ ਵੀ ਉਹਨੂੰ ਫੜ ਕੇ ਰੱਖ ਸਕਦੇ ਹੋ ਬਿਕੋਜ਼ ਉਹਦਾ ਪ੍ਰਾਈਸ ਇਵੈਂਚੁਅਲੀ ਉੱਤੇ ਜਾਏਗਾ ਹੈ ਨਾ ਤੇ ਸੋ ਦੈਟਸ ਵੈਰੀ ਵੈਰੀ ਇੰਪੋਰਟੈਂਟ ਤੇ ਵਨ ਥਿੰਗ ਤੁਸੀਂ ਕਹੀ ਕਿ ਸਕੈਮਸ ਦੇ ਨਾਲ ਵੀ ਸਾਨੂੰ ਬਹੁਤ ਧਿਆਨ ਦੇਣਾ ਪੈਂਦਾ ਹੈ ਬਿਕੋਜ਼ ਗਾਇਜ਼ ਇਨਵੈਸਟਮੈਂਟ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਤੁਸੀਂ ਹੁਣ ਆਪਣਾ ਦਿਮਾਗ ਲਾ ਕੇ ਸੋਚੋ ਕਿ ਕੋਈ ਤੁਹਾਨੂੰ ਸਕੀਮ ਦੇ ਬਾਰੇ ਦੱਸ ਰਿਹਾ ਹੈ ਕਿ ਤੁਹਾਨੂੰ ਜੇ ਤੁਸੀਂ ਸਾਨੂੰ ਪੈਸੇ ਦੋਗੇ 4 ਹਫ਼ਤਿਆਂ ਵਿੱਚ ਤੁਹਾਡਾ ਪੈਸਾ ਟ੍ਰਿਪਲ ਹੋ ਜਾਏਗਾ ਡਬਲ ਹੋ ਕੇ ਅਸੀਂ ਤੁਹਾਨੂੰ ਵਾਪਸ ਕਰਾਂਗੇ ਜੇ ਤੁਹਾਨੂੰ ਕੋਈ ਇੰਨਾ ਵੇਚ ਰਿਹਾ ਹੈ ਤੇ ਜਿਵੇਂ ਪ੍ਰਭਜੀਤ ਨੇ ਕਿਹਾ ਕਿ ਉਹਨਾਂ ਨੇ ਆਪਣਾ ਪੈਸਾ ਲਾਇਆ ਉਹਦੇ ਵਿੱਚ ਪ੍ਰੋਬੇਬਲੀ ਨਹੀਂ ਹੈ ਨਾ ਤੇ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਵੇਖੋ ਕਿ ਤੁਹਾਨੂੰ ਜਿਹੜਾ ਬੰਦਾ ਤੁਹਾਨੂੰ ਕੋਈ ਸਕੀਮ ਦੱਸ ਰਿਹਾ ਹੈ ਕਿੰਨਾ ਮਤਲਬ ਉਹਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਸੁੱਟ ਰਿਹਾ ਹੈ ਨਾ ਤੇ ਕਿੰਨਾ ਐਕਚੁਅਲ ਦੇ ਵਿੱਚ ਸੈਂਸ ਬਣ ਰਹੀ ਹੈ ਕਿਉਂਕਿ ਜੋ ਵੀ ਤੁਹਾਨੂੰ ਸਕੀਮ ਦੱਸਦੇ ਨੇ ਜਿਹਦੇ ਵਿੱਚ ਤੁਹਾਨੂੰ ਗਾਰੰਟੀ ਦੇ ਰਹੇ ਨੇ ਕਿ ਹਾਂ ਇੰਨਾ ਵਧੇਗਾ ਹੀ ਇੰਨਾ ਹੋਏਗਾ ਹੀ ਫਾਈਨੈਂਸ ਦੇ ਵਿੱਚ ਕੋਈ ਗਾਰੰਟੀ ਨਹੀਂ ਹੁੰਦੀ ਇਨਵੈਸਟਮੈਂਟਸ ਦੇ ਵਿੱਚ ਬਹੁਤ ਘੱਟ ਗਾਰੰਟੀ ਤੁਸੀਂ ਦੇ ਹੀ ਨਹੀਂ ਸਕਦੇ ਕਿਵੇਂ ਦੇ ਸਕਦੇ ਹੋ ਸੋ ਇਹ ਚੀਜ਼ਾਂ ਦੇ ਵਿੱਚ ਬਹੁਤ ਗੌਰ ਕਰਨਾ ਪੈਂਦਾ ਤੇ ਇੱਕ ਗੱਲ ਹੈ ਪ੍ਰਭਜੀਤ ਕਿ ਤੁਸੀਂ ਨੋਟ ਕੀਤਾ ਹੈ ਕਿ ਜਦੋਂ ਜਿਹੜੀਆਂ ਮੰਨ ਲਓ ਹੁਣੇ ਜਿਵੇਂ ਇਕੋਨਮੀਜ਼ ਹੁਣੇ ਜਿਵੇਂ ਕਰੋਨਾ ਵਾਇਰਸ ਚੱਲ ਰਿਹਾ ਹੈ ਨਾ ਤੇ ਹੁਣੇ ਇਕੋਨਮੀਜ਼ ਜਿਵੇਂ ਕੰਮ ਨਹੀਂ ਕਰ ਰਹੀਆਂ ਇੰਨੀਆਂ ਪੈਸਾ ਜਨਰੇਟ ਨਹੀਂ ਹੋ ਰਿਹਾ ਕਿਉਂਕਿ ਸਾਰੇ ਘਰ ਬੈਠੇ ਹੋਏ ਨੇ
ਤੇ ਤੁਹਾਨੂੰ ਲੱਗਦਾ ਹੈ ਕਿ ਇਸ ਸਮੇਂ ਦੇ ਵਿੱਚ ਲੋਕੀ ਆਪਣਾ ਪੈਸਾ ਬੈਂਕ ਤੋਂ ਕੱਢ ਕੇ ਜ਼ਿਆਦਾਤਰ ਸੋਨਾ ਜਾਂ ਬਿਟਕੋਇਨ ਜਾਂ ਇਹੋ ਜਿਹੀ ਚੀਜ਼ਾਂ ਦੇ ਵਿੱਚ ਪਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਇਹ ਡਰ ਹੋਏ ਕਿ ਸ਼ਾਇਦ ਪੈਸਾ ਨਾ ਉਹਨਾਂ ਦੀ ਵੈਲਿਊ ਨਾ ਘਟ ਜੇ ਜੇ ਬੈਂਕ ਦੇ ਵਿੱਚ ਰੱਖਿਆ ਹੋਇਆ ਪੈਸਾ ਤੇ ਹੁਣ ਇਕਨੋਮੀ ਪਤਾ ਨਹੀਂ ਕਿਵੇਂ ਕਿੱਥੇ ਜਾਣੀ ਹੈ ਤੇ ਉਹਨਾਂ ਨੇ ਉਹ ਪੈਸਾ ਕੱਢ ਕੇ ਸੋਨੇ ਵਿੱਚ ਰੱਖਤਾ ਇਹ ਤਾਂ ਲਾਈਕ ਤੁਸੀਂ ਵੇਖਦੇ ਹੋ ਕਿ ਇਹ ਬਹੁਤ ਹੋ ਰਿਹਾ ਹੈ ਹਾਂਜੀ ਆਈ ਹੁੰਦਾ ਸੋ ਤੁਸੀਂ ਦੇਖ ਲਾਈਕ ਮੈਂ ਤੁਹਾਨੂੰ ਇੱਕ ਦੋ ਦੇਸ਼ਾਂ ਦੇ ਵਿੱਚ ਦੱਸ ਸਕਦਾ ਵੀ ਕੀ ਹੁੰਦਾ ਹਨਾ ਸੋ ਜਿਹੜਾ ਪਹਿਲਾ ਹੈਗਾ ਵੀ ਚਾਈਨਾ ਦੇ ਵਿੱਚ ਕੀ ਹੁੰਦਾ ਹਨਾ ਚੀਨ ਦੇ ਵਿੱਚ ਕੀ ਚੱਲਦਾ ਹੈਗਾ ਤੇ ਉੱਥੇ ਜਿੱਥੇ ਕੋਰੋਨਾ ਵਾਇਰਸ ਪਹਿਲਾਂ ਹੋਇਆ ਸੀਗਾ ਤੇ ਬੜੀ ਇੰਟਰਸਟਿੰਗ ਚੀਜ਼ ਹੈਗੀ ਵੀ ਅਮਰੀਕਾ ਦੇ ਵਿੱਚ ਅਸੀਂ ਸਾਰੇ ਆਈ ਮੀਨ ਇੱਥੇ ਜਿਹੜੀ ਰਿਸਪਾਂਸ ਸੀਗੀ ਬੜੀ ਲੇਟ ਰਿਸਪਾਂਸ ਸੀਗੀ ਤੇ ਲੋਕਾਂ ਦੇ ਇੱਥੇ ਸੇਵਿੰਗਸ ਰੇਟ ਜਿਵੇਂ ਬਚਤ ਕਿੰਨੇ ਰੱਖਦੇ ਹੈਗੇ ਬਹੁਤ ਘੱਟ ਹੈਗਾ ਆਮ ਲੋਕਾਂ ਦੇ ਉਹਨੇ ਕਿਹਾ ਵੀ ਮੈਂ ਪੜ੍ਹਿਆ ਸੀਗਾ ਵੀ 50% ਲੋਕੀ ਤੋਂ $500 ਤੋਂ ਘੱਟ ਹੈਗੇ ਆ ਬਚਤ ਸੋ ਇਹ ਇੰਡੀਆ ਦੇ ਵਿੱਚ ਵੀ ਬਹੁਤ ਘੱਟ ਹੈਗਾ ਤੇ ਅਮਰੀਕਾ ਦੇ ਵਿੱਚ ਬਹੁਤ ਘੱਟ ਹੈਗਾ ਹਨਾ ਸੋ ਲੋਕੀ ਬਚਤ ਨਹੀਂ ਕਰਦੇ ਸਾਰੇ ਪੈਸੇ ਲਾਈਕ ਕੱਪੜੇ ਜਾਂ ਕਾਰਾਂ ਦੇ ਵਿੱਚ ਸਪੈਂਡ ਕਰਦੇ ਹੈਗੇ ਆ ਤਾਂ ਲੋਕੀ ਰੈਡੀ ਨਹੀਂ ਸੀਗੇ ਉਹਨੂੰ ਪਤਾ ਨਹੀਂ ਸੀ ਵੀ ਕੀ ਕਰਨਾ ਹੁਣ ਚਾਈਨਾ ਦੇ ਵਿੱਚ ਹੋਰ ਸੀਗਾ ਵੀ ਉੱਥੇ ਹੋਰ ਪੈਦਾ ਹੋਇਆ ਸੀਗਾ ਕਰੋਨਾ ਵਾਇਰਸ ਪਰ ਉੱਥੇ ਲੋਕੀ 50% ਪੈਸੇ ਹਰ ਸਾਲ ਬਚਤ ਕਰਦੇ ਹੈਗੇ ਆ ਤਾਂ ਕਿਸੇ ਦਾ ਡਰ ਨਹੀਂ ਸੀਗਾ ਜਦੋਂ ਉੱਥੇ ਜਰਨਲਿਸਟ ਜਾਂਦੇ ਆ ਲੋਕੀ ਨੂੰ ਲਾਈਕ ਆਮ ਲੋਕੀ ਨੂੰ ਪੁੱਛਦੇ ਹੁੰਦੇ ਆ ਵੀ ਤੁਹਾਡਾ ਕੀ ਹਾਲ ਹੈਗਾ ਕੀ ਚੱਲਦਾ ਹੈਗਾ ਤੇ ਲੋਕੀ ਕਰੋਨਾ ਵਾਇਰਸ ਤੋਂ ਥੋੜੇ ਮੋਟੇ ਡਰਦੇ ਹੈਗੇ ਆ ਪਰ ਉਹਦੇ ਇੰਨੇ ਉਹ ਐਵੇਂ ਕਹਿੰਦੇ ਹੁੰਦੇ ਆ ਵੀ ਆਪ ਨੂੰ ਪਤਾ ਵੀ ਇਹ ਵਰਗੀਆਂ ਚੀਜ਼ਾਂ ਹੁੰਦੀਆਂ ਹਨਾ ਇਕਾਨਮੀ ਕਈ ਵਾਰੀ ਸ਼ਟ ਡਾਊਨ ਹੁੰਦਾ ਤੇ ਆਪਣੀ ਬਚਤ ਹੈਗੀ ਹੈ ਤੇ ਇਸ ਤਾਂ ਅਸੀਂ ਬਾਲੇ ਡਰਦੇ ਨਹੀਂ ਹੈਗੇ ਜੇ ਕਈ ਮਹੀਨੇ ਵਾਸਤੇ ਕੰਮ ਨਹੀਂ ਕਰਨਾ ਮੈਂ ਤੁਹਾਨੂੰ ਹੋਰ ਇੱਕ ਹੋਰ ਦੇਸ਼ ਦੀ ਗੱਲ ਦੱਸਦਾ ਲੈਬਨਾਨ ਸੋ ਲੈਬਨਾਨ ਇੱਕ ਦੇਸ਼ ਹੈਗੀ ਮਿਡਲ ਈਸਟ ਦੇ ਵਿੱਚ ਪਰ ਬਹੁਤ ਅੱਗੇ ਦੇਸ਼ ਹੈਗੇ ਮਿਡਲ ਈਸਟ ਦੇ ਵਿੱਚ ਜਿਵੇਂ ਮਿਡਲ ਇਨਕਮ ਕੰਟਰੀ ਹੈਗੀ ਆ ਤੇ ਉੱਥੇ ਕੀ ਹੋਇਆ ਸੀਗਾ ਵੀ ਜਿਹੜੇ ਲੋਕਾਂ ਦੇ ਪੈਸੇ ਬੈਂਕ ਦੇ ਵਿੱਚ ਰੱਖਿਆ ਸੀਗਾ ਉਹਦੀ ਸੈਂਟਰਲ ਬੈਂਕ ਤੇ ਬੈਂਕਾਂ ਦੇ ਵਿੱਚ ਉਹ ਆਮ ਲੋਕੀ ਦੇ ਧੋਖਾ ਕਰਦੇ ਸੀਗੇ ਉਹਨੇ ਬੈਂਕ ਅਕਾਊਂਟ ਲਾਕ ਕੀਤਾ ਸੀਗਾ ਤੇ ਤੁਹਾਨੂੰ ਤੇ ਜਿਹੜਾ ਵੀ ਤੁਹਾਡਾ ਕਰੰਸੀ ਸੀਗਾ ਜਿਹੜੇ ਉਹਦੇ US ਡਾਲਰਸ ਰੱਖੇ ਸੀਗੇ ਬੈਂਕ ਦੇ ਵਿੱਚ ਉਹਨੂੰ ਕਹਿੰਦੇ ਸੀਗੇ ਵੀ ਤੁਹਾਨੂੰ ਆਹ ਐਕਸਚੇਂਜ ਰੇਟ ਤੇ ਵਾਪਸ ਮਿਲ ਸਕਦੇ ਆ ਪਰ ਉਹ ਐਕਸਚੇਂਜ ਰੇਟ ਬਹੁਤ ਜਿਵੇਂ ਬਹੁਤ ਪੈੜੀ ਐਕਸਚੇਂਜ ਰੇਟ ਸੀਗੀ ਫਿਰ ਉਹਦੇ ਨਾਲ ਲੋਕਾਂ ਦਾ ਐਵੇਂ ਇਕੱਠਾ ਹੋ ਗਿਆ ਵੀ ਇਹ ਪ੍ਰੋਬਲਮ ਹੁੰਦੀ ਹੈ ਵੀ ਜਦੋਂ ਐਵੇਂ ਦੁਨੀਆ ਬੰਦ ਹੁੰਦੀ ਆ ਤੁਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਜੇ ਤੁਹਾਡੇ ਪੈਸੇ ਬੈਂਕ ਦੇ ਵਿੱਚ ਹੈਗੇ ਆ ਫਿਰ ਤੁਹਾਡੇ ਹੱਥ ਜਿਹੜੀ ਚੀਜ਼ ਤੁਹਾਡੇ ਹੱਥ ਦੇ ਵਿੱਚ ਨਹੀਂ ਉਹ ਤੁਹਾਡੀ ਹੈਗੀ ਨਹੀਂਗੀ ਹਨਾ ਤੇ ਆਮ ਜਦੋਂ ਦੁਨੀਆ ਸਹੀ ਚੱਲਦੀ ਹੈਗੀ ਆ ਤੁਸੀਂ ਤੁਹਾਡੀ ਸੇਫਟੀ ਹੈਗੀ ਆ ਤੁਹਾਨੂੰ ਪਤਾ ਹੋਗਾ ਵੀ ਬੈਂਕ ਨੇ ਮੇਰੇ ਪੈਸੇ ਖਾਣੇ ਨਹੀਂ ਹੈਗੇ ਪਰ ਜਦੋਂ ਇਹ ਵਰਗੇ ਟਾਈਮ ਦੇ ਵਿੱਚ ਸਾਰਿਆਂ ਨੂੰ ਲੱਗਦਾ ਹੈਗਾ ਵੀ ਹੋਊਗਾ ਤੇ ਕਈ ਵਾਰੀ ਹੋ ਗਿਆ ਸੀ ਸੋ ਲੈਬਨਾਨ ਦੇ ਵਿੱਚ ਹੁਣ ਹੁੰਦਾ ਵੈਨੇਜ਼ੁਏਲਾ ਦੇ ਵਿੱਚ ਹੁਣ ਹੁੰਦਾ ਅਮਰੀਕਾ ਦੇ ਵਿੱਚ ਵੀ ਹੁਣ ਲਾਈਕ ਕਿਸੇ ਹੋਰ ਤਰੀਕੇ ਨਾਲ ਹੁੰਦੇ ਜਦੋਂ ਗਵਰਨਮੈਂਟ ਹਰ ਲੋਕ ਨੂੰ $600 ਦਿੰਦੇ ਸੀਗੇ ਹਰ ਹਫਤੇ ਹਨਾ ਜਦੋਂ ਇੰਨੇ ਪੈਸੇ ਪ੍ਰਿੰਟ ਹੁੰਦੇ ਆ ਫਿਰ ਜਿਹੜੇ ਵੀ ਤੁਹਾਡੇ ਛੋਟੇ ਜਿਹੇ ਬਚਤ ਸੀਗਾ ਬੈਂਕ ਅਕਾਊਂਟ ਦੇ ਵਿੱਚ ਉਹਦਾ ਹੁਣ ਫਾਇਦਾ ਘਟ ਗਿਆ ਹੈਗਾ ਹਾਂਜੀ ਤੇ ਮੈਂ ਇੱਕ ਹੋਰ ਚੀਜ਼ ਕਹਿਣਾ ਸੀਗਾ ਵੀ ਜਿਹੜਾ ਚਾਈਨਾ ਦਾ ਮੈਥਡ ਹੈਗਾ ਜਿਹੜੇ ਚਾਈਨੀਜ਼ ਲੋਕ ਇੰਨੇ ਬਚਤ ਕਰਦੇ ਆ ਇਹਦੇ ਬਹੁਤ ਫਾਇਦਾ ਹੈਗਾ ਵੀ ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀਗੇ ਵੀ ਕਈ ਚੀਜ਼ਾਂ ਤੁਸੀਂ ਕਰ ਸਕਦੇ ਆ ਕਈ ਚੀਜ਼ਾਂ ਲਾਈਕ ਆਪੇ ਹੁੰਦੇ ਹੈਗੇ ਆ ਹਨਾ ਸੋ ਜਿਹੜੀ ਕੀਮਤ ਉੱਪਰ ਥੱਲੇ ਜਾਊਗੀ ਪਰ ਤੁਹਾਡੀ ਸੇਵਿੰਗਸ ਰੇਟ ਤੁਹਾਡੇ ਹੱਥ ਦੇ ਵਿੱਚ ਹੈਗਾ ਸੋ ਲਾਈਕ ਤੁਹਾਡੇ ਆਮਦਨ ਘੱਟ ਖਰਚਾ ਤੁਹਾਡਾ ਬਚਤ ਹੈ ਤੇ ਬਹੁਤ ਲੋਕੀ ਜਿਹਦੀ ਆਮਦਨ ਵੱਧ ਹੈ ਪਰ ਉਹਦਾ ਜਿਹੜਾ ਖਰਚਾ ਆਮਦਨ ਤੋਂ ਵੀ ਜ਼ਿਆਦਾ ਹੈਗਾ ਸੋ ਜਿਹੜੇ ਅਮਰੀਕਾ ਦੇ ਵਿੱਚ ਸਿਸਟਮ ਹੈਗਾ ਆਸਟ੍ਰੇਲੀਆ ਸਾਰੀ ਵੈਸਟਰਨ ਕੰਟਰੀਜ਼ ਸਾਰੀ ਵੈਸਟਰਨ ਕੰਟਰੀਜ਼ ਐਵੇਂ ਹੀ ਹੁੰਦੇ ਆ ਹਨਾ ਸੋ ਪਰ ਕਈ ਲੋਕੀ ਹੈਗੇ ਆ ਜਿਹਦੀ ਆਮਦਨ ਘੱਟ ਹੈ ਪਰ ਉਹਦੇ ਖਰਚਾ ਵੀ ਘੱਟ ਰੱਖਦੇ ਹੈਗੇ ਆ ਤਾਂ ਉਹਦੇ ਨਾਲ ਉਹਦੀ ਬਚਤ ਹਰ ਸਾਲ ਵਧਾਈ ਜਾਂਦੇ ਆ ਸੋ ਚਾਈਨਾ ਦੇ ਵਿੱਚ ਇਹ ਸਿਸਟਮ ਹੈਗਾ ਇੰਡੀਆ ਦੇ ਵਿੱਚ ਵੀ ਕਈ ਵਾਰੀ ਇਹ ਸਿਸਟਮ ਹੁੰਦਾ ਹਨਾ ਤੇ ਇਹ ਵਧੀਆ ਸਿਸਟਮ ਹੁੰਦਾ ਵੀ ਤੁਸੀਂ ਆਪ ਦੀ ਕੰਟਰੋਲ ਦੇ ਵਿੱਚ ਲੈ ਸਕਦੇ ਆ ਤੁਹਾਡੇ ਬਚਤ ਕਰਨਾ
Perfect. Thank you for that, Prabjeet. ਤੁਸੀਂ ਲੈਬਨਾਨ ਦਾ ਐਗਜ਼ਾਮਪਲ ਬੜਾ ਚੰਗਾ ਯੂਜ਼ ਕੀਤਾ ਬਿਕੋਜ਼ ਲੈਬਨਾਨ ਦੀ ਜਿਹੜੀ ਆਈ ਥਿੰਕ ਗਵਰਨਮੈਂਟ ਨੇ ਉਹਨਾਂ ਦੀ ਇਕਨੋਮੀ ਦਾ ਇੰਨਾ ਬੁਰਾ ਹਾਲ ਕਰਤਾ ਹੈ ਗਾਇਜ਼ ਕਿ ਉੱਥੇ ਹੁਣ ਲੋਕੀ ਜਿਹੜੇ ਨੇ ਉੱਥੇ ਹੁਣ ਇਹ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਮਤਲਬ ਆਲਮੋਸਟ ਲਾਈਕ ਲੇਬਰ ਕਲਾਸ ਹੋ ਤੇ ਤੁਸੀਂ ਲੈਬਨੀਜ਼ ਕਰੰਸੀ ਦੇ ਵਿੱਚ ਤੁਹਾਨੂੰ ਪੈਸੇ ਮਿਲ ਰਹੇ ਨੇ ਤੇ ਜੇ ਤੁਸੀਂ ਚੰਗੇ ਪੈਸੇ ਬਣਾ ਰਹੇ ਹੋ ਜੇ ਤੁਸੀਂ ਮਤਲਬ ਤੇ ਤੁਹਾਨੂੰ USD ਦੇ ਵਿੱਚ ਤੁਸੀਂ ਪੈਸੇ ਕਮਾ ਰਹੇ ਹੋ ਕਿਉਂਕਿ ਉਹ ਲੈਬਨਾਨ ਦੇ ਵਿੱਚ ਲੋਕੀ ਆਪਣੀ ਕਰੰਸੀ ਯੂਜ਼ ਨਹੀਂ ਕਰ ਰਹੇ ਐਸ ਤੁਸੀਂ ਹਾਲ ਵੇਖੋ ਸੋ ਵੈਰੀ ਵੈਰੀ ਟਰੂ ਤੇ ਜਸਟ ਟੂ ਰਾਉਂਡ ਅਪ ਗਾਇਜ਼ ਬੇਸਿਕਲੀ ਪ੍ਰਭਜੀਤ ਨੇ ਜਿਹੜੇ ਸਾਨੂੰ ਆਪਸ਼ਨਸ ਦੱਸੇ ਨੇ ਉਹਨਾਂ ਨੇ ਇਹ ਆਪਸ਼ਨ ਸਾਨੂੰ ਇਹ ਦਿਮਾਗ ਦੇ ਵਿੱਚ ਰੱਖ ਕੇ ਦੱਸਿਆ ਕਿ ਤੁਹਾਨੂੰ ਇਹੋ ਜਿਹੀ ਚੀਜ਼ਾਂ ਦੇ ਵਿੱਚ ਇਨਵੈਸਟ ਕਰਨਾ ਚਾਹੀਦੀਆਂ ਨੇ ਜਿਹੜੀਆਂ ਚੀਜ਼ਾਂ ਦੀ ਅਮਾਉਂਟ ਲਿਮਿਟਿਡ ਹੈ ਨਾ ਤਾਂ ਕਿ ਉਹਦਾ ਇਵੈਂਚੁਅਲੀ ਸਮੇਂ ਦੇ ਨਾਲ ਪ੍ਰਾਈਸ ਵੱਧਦਾ ਜਾਏਗਾ ਕਿਉਂਕਿ ਉਹਨਾਂ ਨੇ ਸਾਨੂੰ ਐਗਜ਼ਾਮਪਲ ਦਿੱਤਾ ਗਵਰਨਮੈਂਟਸ ਜਿਵੇਂ ਨੋਟ ਛਾਪਦੇ ਨੇ ਹੈ ਨਾ ਤੇ ਹੁਣ ਗਵਰਨਮੈਂਟਸ ਕਿੰਨੇ ਵੀ ਨੋਟ ਛਾਪ ਸਕਦੇ ਨੇ ਹੁਣ ਜਿਹੜੀ ਚੀਜ਼ 10 ਸਾਲ ਪਹਿਲਾਂ 100 ਰੁਪਏ ਦੀ ਹੁੰਦੀ ਸੀ ਉਹੀ ਚੀਜ਼ ਹੁਣ ਮਹਿੰਗਾਈ ਜਿਹਨੂੰ ਅਸੀਂ ਕਹਿੰਦੇ ਆ 500 ਰੁਪਏ ਦੀ ਹੋ ਗਈ ਹੈ 1000 ਰੁਪਏ ਦੀ ਹੋ ਗਈ ਹੈ ਕਿਉਂ ਬਿਕੋਜ਼ ਗਵਰਨਮੈਂਟਸ ਜਿੰਨਾ ਚਾਹਣ ਜਾਂ ਬੈਂਕਸ ਜਿੰਨਾ ਚਾਹਣ ਪੈਸਾ ਪ੍ਰਿੰਟ ਕਰਦੇ ਰਹਿੰਦੇ ਨੇ ਤੇ ਓਵਰ ਟਾਈਮ ਜਿਹੜਾ ਤੁਸੀਂ ਬੈਂਕ ਦੇ ਵਿੱਚ ਪੈਸਾ ਰੱਖਿਆ ਹੋਇਆ ਹੈ ਉਹਦੀ ਵੈਲਿਊ ਸਿਰਫ ਘਟਦੀ ਜਾਏਗੀ ਤੇ ਪ੍ਰਭਜੀਤ ਨੇ ਜਿਹੜੇ ਤੁਹਾਨੂੰ ਆਪਸ਼ਨਸ ਦਿੱਤੇ ਨੇ ਰੀਅਲ ਏਸਟੇਟ ਗਵਰਨਮੈਂਟ ਦੇ ਵਿੱਚ ਇਨਵੈਸਟ ਕਰੋ ਰੀਅਲ ਏਸਟੇਟ ਬਿਟਕੋਇਨ 골ਡ ਇਹ ਸਾਰੇ ਕਿਉਂਕਿ ਲਿਮਿਟਿਡ ਨੇ ਇਹਨਾਂ ਦੀ ਅਨਲਿਮਿਟਿਡ ਅਮਾਉਂਟ ਨਹੀਂ ਹੈ ਇਹਦਾ ਮਤਲਬ ਵਿਦ ਟਾਈਮ ਇਹਨਾਂ ਦਾ ਜਿਹੜਾ ਕੀਮਤ ਹੈ ਉਹ ਸਿਰਫ ਵੱਧਦੀ ਜਾਏਗੀ ਤੇ ਤੁਸੀਂ ਹੁਣ ਇਹ ਸੋਚੋ ਕਿ ਤੁਸੀਂ ਆਪਣੇ ਅਗਲੇ ਪੁਸ਼ਤਾਂ ਨੂੰ ਕੀ ਦੇਣਾ ਚਾਹੁੰਦੇ ਹੋ ਕਰਜ਼ ਜਾਂ ਪੈਸਾ ਹੈ ਨਾ ਸੋ ਥੈਂਕ ਯੂ ਸੋ ਮਚ ਫॉर दैट ਪ੍ਰਭਜੀਤ ਤੇ ਹੁਣ ਹਰਕਰਨ ਅਸੀਂ ਤੁਹਾਡੇ ਵੱਲ ਜਾਂਦੇ ਆ ਤੁਸੀਂ ਟ੍ਰੇਡਿੰਗ ਦੇ ਗੁਰੂ ਹੋ ਤੇ ਤੁਹਾਡੀ ਥੋੜੀ ਜਿਹੜੀ ਨੌਲੇਜ ਹੈ ਉਹ ਟੋਟਲੀ ਤੁਹਾਡੇ ਮੈਥਡਸ ਡਿਫਰੈਂਟ ਨੇ ਤੇ ਕੀ ਸਾਨੂੰ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਟ੍ਰੇਡਿੰਗ ਦੇ ਬਾਰੇ ਕਿ ਕਿਹੜੇ ਪਪੂਲਰ ਤਰ੍ਹਾਂ ਦੇ ਟ੍ਰੇਡਿੰਗ ਦੇ ਤਰੀਕੇ ਹੁੰਦੇ ਨੇ ਲੌਂਗ ਟਰਮ ਸ਼ਾਰਟ ਟਰਮ ਇਹ ਲੋਕੀ ਬੜਾ ਪੁੱਛਦੇ ਨੇ ਤੇ ਲੋਕੀ ਇਹ ਵੀ ਪੁੱਛਦੇ ਨੇ ਮਾਰਜਨ ਟ੍ਰੇਡਿੰਗ ਬਾਰੇ ਤੇ ਥੋੜਾ ਉਹਦੇ ਬਾਰੇ ਤੁਸੀਂ ਸਾਨੂੰ ਦੱਸ ਸਕਦੇ ਹੋ ਸ਼ੋਰ ਹਾਂਜੀ ਸੋ ਟ੍ਰੇਡਿੰਗ ਦੇ ਜਿੱਦਾਂ ਕਈ ਜ਼ਿਆਦਾ ਮੈਥਡ ਹੁੰਦੇ ਜਿੱਦਾਂ ਕਾਫੀ ਲੋਕ ਜਦੋਂ ਚਾਰਟਸ ਜਿਹੜੇ ਦੇਖਦੇ ਆ ਤੁਸੀਂ ਹਰੇਕ ਸਟਾਕ ਦਾ ਤੁਸੀਂ ਦੇਖ ਸਕਦੇ ਆ ਵੀ ਉਹਦੀ ਕਿੰਨੀ ਪ੍ਰਾਈਸ ਆ ਉਹ ਕਿੱਥੇ ਕਿਹੜੀ ਪ੍ਰਾਈਸ ਆ ਜਿਹੜਾ ਉਹ ਬੀਟ ਕਰਨਾ ਚਾਹੁੰਦਾ ਆ ਤੇ ਕਿੱਥੇ ਉਹਨੂੰ ਸਪੋਰਟ ਮਿਲਦੀ ਆ ਸੋ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ ਵੀ ਜਿੱਦਾਂ ਕਹਿ ਲਓ ਵੀ ਬੋਇੰਗ ਸਟਾਕ ਆ ਤਾਂ ਇਹ ਜਿਹੜਾ ਸਟਾਕ ਆ ਇਹ ਜ਼ਿਆਦਾ 30 ਡੇਜ਼ ਦੇ ਵਿੱਚ ਇਹ ਸਿਰਫ 140 ਤੋਂ 160 ਦੇ ਵਿੱਚ ਉਹਦੀ ਪ੍ਰਾਈਸ ਰਹਿੰਦੀ ਆ 30 ਦਿਨਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਆਪਾਂ ਚਾਰਟ ਤੇ ਵੀ ਕੀ ਹੋ ਰਿਹਾ ਹਰਕਰਨ ਤੁਹਾਡੀ ਆਵਾਜ਼ ਨਹੀਂ ਆ ਰਹੀ ਹਰਕਰਨ ਤੁਹਾਡੀ ਆਵਾਜ਼ ਨਹੀਂ ਆ ਰਹੀ sorry can you hear me ਹਾਂਜੀ ਸੌਰੀ okay so ਤੁਸੀਂ ਇਦਾਂ ਟ੍ਰੈਂਡ ਲਾਈਨ ਸਪੋਰਟ ਦੇਖ ਸਕਦੇ ਆ ਵੀ ਇਹ ਸਟਾਕ 140 ਤੇ 160 ਦੇ ਵਿੱਚ ਰਹਿੰਦਾ ਆ ਜੇ ਉਹ ਤੁਸੀਂ ਕਹਿ ਲਓ ਵੀ ਉਹ ਡ੍ਰੌਪ ਚੱਲ ਜਵੇ 140 ਦੀ ਰੇਂਜ ਦੇ ਵਿੱਚ ਫਿਰ ਤੁਸੀਂ ਉਹਨੂੰ ਬਾਈ ਕਰ ਸਕਦੇ ਆ ਸੋ ਜਿਹੜੇ ਡੇ ਟ੍ਰੇਡਰ ਆ ਜ਼ਿਆਦਾ ਤੁਸੀਂ ਪਿਛਲੇ ਮਹੀਨੇ ਦੇ ਵਿੱਚ ਇਹ ਜਿਹੜਾ ਸਟਾਕ ਦੀ ਪ੍ਰਾਈਸ ਆ ਲੋਕੀ ਇਸ ਪ੍ਰਾਈਸ ਤੇ ਖਰੀਦ ਰਹੇ ਆ ਜਦੋਂ ਫਿਰ ਤੁਹਾਨੂੰ ਆਈਡੀਆ ਮਿਲਦਾ ਆ ਕਈ ਜਿਹੜੇ ਟ੍ਰੇਡਰ ਆ ਉਹ ਇਦਾਂ ਦੇ ਕਈ ਜ਼ਿਆਦਾ ਜਿਹੜੇ ਟ੍ਰੈਂਡ ਲਾਈਨ ਤੇ ਸਪੋਰਟ ਆ ਉਹ ਜ਼ਿਆਦਾ ਉਹਨੂੰ ਦੇਖ ਕੇ ਤਾਂ ਉਹ ਬਾਈ ਕਰਦੇ ਆ ਤੇ ਜਿਹੜੇ ਬਿਟਕੋਇਨ ਆ ਸਪੈਸ਼ਲੀ ਬਿਟਕੋਇਨ ਦੇ ਵਿੱਚ ਉਹ ਕੋਈ ਜਿੱਦਾਂ ਅਸੀਂ ਪਹਿਲਾਂ ਅਸੀਂ ਨਿਊਜ਼ ਦੀ ਗੱਲ ਕੀਤੀ ਸੀਗੀ ਸਟਾਕਸ ਤੇ ਬਿਟਕੋਇਨ ਉਹ ਨਿਊਜ਼ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਆ ਭਾਵੇਂ ਵਧੀਆ ਨਿਊਜ਼ ਹੋਵੇ ਤਾਂ ਭਾਵੇਂ ਘਟੀਆ ਨਿਊਜ਼ ਹੋਵੇ ਸੋ ਕਹਿ ਲਓ ਕਿ ਤੁਸੀਂ ਦੇਖ ਸਕਦੇ ਆ ਜਾਂ ਟਵਿੱਟਰ ਤੇ ਜਾਂ ਕੁਛ ਵੀ ਜਿੱਦਾਂ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਆ ਵੀ ਜ਼ਿਆਦਾ ਜਿਹੜੇ ਲੋਕੀ ਆ ਜ਼ਿਆਦਾ ਟ੍ਰੇਡਰ ਤੇ ਇਨਵੈਸਟਰ ਆ ਉਹ ਇੱਕ ਕੋਇਨ ਦੇ ਵਿੱਚ ਜ਼ਿਆਦਾ ਉਹਦੀ ਗੱਲ ਕਰ ਰਹੇ ਆ ਸੋ ਕੀ ਹੁੰਦਾ ਹੈ ਵੀ ਉਹ ਸ਼ੋਰਟ ਟਰਮ ਉਹ ਬਹੁਤ ਜ਼ਿਆਦਾ ਪ੍ਰਾਈਸ ਵੱਧ ਜਾਂਦੀ ਆ ਤਾਂ ਤੁਸੀਂ ਦੇਖ ਸਕਦੇ ਆ ਵੀ ਬਹੁਤ ਜ਼ਿਆਦਾ ਇੰਟਰਸਟ ਹੈਵੀ ਆ ਰਿਹਾ ਆ ਸੋ ਤੁਸੀਂ ਇੱਦਾਂ ਵੀ ਕਈ ਜ਼ਿਆਦਾ ਟ੍ਰੇਡਰਸ ਪੈਸੇ ਬਣਾਉਂਦੇ ਆ ਦੂਜੀ ਗੱਲ ਆਪਸ਼ਨ ਜਿਹੜੇ ਟ੍ਰੇਡਰ ਹੁੰਦੇ ਆ ਉਹਨਾਂ ਨੂੰ ਜ਼ਰੂਰੀ ਨਹੀਂ ਵੀ ਉਹ ਸਟਾਕ ਉੱਪਰ ਹਾਈ ਜਾਵੇ ਜਾਂ ਲੋ ਜਾਵੇ
ਜਿਹੜੇ ਆਪਸ਼ਨ ਟ੍ਰੇਡਰ ਆ ਜੇ ਸਟਾਕ ਥੱਲੇ ਵੀ ਚਲ ਜਾਵੇ ਉਹ ਤਾਂ ਵੀ ਪੈਸੇ ਬਣਾ ਸਕਦੇ ਆ। ਜੇ ਕਹਿ ਲਓ ਜੀ ਸਟਾਕ ਇਸ ਤਰ੍ਹਾਂ $20 ਆ ਤਾਂ ਇਹ ਤੁਹਾਨੂੰ ਲੱਗਦਾ ਵੀ ਕੋਈ ਬੈਡ ਨਿਊਜ਼ ਆ ਗਈ ਜਾਂ ਇਹ ਬਹੁਤ ਜ਼ਿਆਦਾ ਓਵਰ ਐਕਸਟੈਂਡਡ ਆ, ਜਿੱਦਾਂ ਸਾਡਾ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਟੈਕ ਸੈਕਟਰ ਬਹੁਤ ਜ਼ਿਆਦਾ ਓਵਰ ਐਕਸਟੈਂਡਡ ਆ। ਸੋ ਇਸ ਤਰ੍ਹਾਂ ਤੁਸੀਂ ਪੁੱਟ ਆਪਸ਼ਨਸ ਬਾਈ ਕਰ ਸਕਦੇ ਆ, ਜਿਹੜਾ ਮਤਲਬ ਵੀ ਆਹ ਵਾਲਾ ਸਟਾਕ $20 ਆ ਪਰ ਮੇਰਾ ਵੀ ਖਿਆਲ ਆ ਵੀ ਇਹ $15 ਆਊਗਾ। ਸੋ ਤੁਸੀਂ ਆਪਸ਼ਨ $15 ਵਾਲੇ ਆਪਸ਼ਨ ਲੈ ਸਕਦੇ ਆ। ਤਾਂ ਜਿਹੜਾ ਆਪਸ਼ਨ ਦਾ ਇੱਕ ਕੰਟਰੈਕਟ ਹੁੰਦਾ ਉਹਦਾ ਇਹ ਮੀਨਿੰਗ ਹੁੰਦਾ ਵੀ 100 ਸ਼ੇਅਰਸ ਆ। ਸੋ ਜਿਹੜੇ ਟ੍ਰੇਡਰ ਆ ਉਹਨਾਂ ਨੂੰ ਜ਼ਰੂਰੀ ਨਹੀਂ ਵੀ ਮਾਰਕੀਟ ਵੀ ਹਾਈ ਜਾ ਰਹੀ ਆ ਉਹ ਪੈਸੇ ਜਿੱਦਾਂ ਭਾਵੇਂ ਹਾਈ ਹੋਵੇ ਲੋ ਹੋਵੇ ਉਹ ਦੋਨੇ ਤਰ੍ਹਾਂ ਤੋਂ ਪੈਸੇ ਜਿੱਦਾਂ ਬਣਾ ਸਕਦੇ ਆ। ਦੂਜੀ ਗੱਲ ਤੁਸੀਂ ਪੁੱਛਿਆ ਸੀਗਾ ਮਾਰਜਨ ਟ੍ਰੇਡਿੰਗ ਦੀ। ਮਾਰਜਨ ਟ੍ਰੇਡਿੰਗ ਦਾ ਇਹ ਮਤਲਬ ਹੁੰਦਾ ਵੀ ਜਿੱਥੇ ਵੀ ਤੁਸੀਂ ਜਿਹੜੀ ਕੰਪਨੀ ਦੇ ਵੱਲੋਂ ਤੁਸੀਂ ਜਿੱਥੇ ਪਲੇਟਫਾਰਮ ਤੇ ਤੁਸੀਂ ਟ੍ਰੇਡ ਕਰ ਰਹੇ ਆ ਉਹ ਤੁਹਾਨੂੰ ਦੇ ਸਕਦੇ ਆ ਆਪਣੇ ਫੰਡ ਵੀ ਤੁਹਾਨੂੰ ਅਸੀਂ 10,000 ਰੁਪਈਆ ਦਿੰਦੇ ਆ ਤਾਂ ਤੁਸੀਂ ਜਿੱਦਾਂ ਉਹ ਬਾਏ ਕਰ ਸਕਦੇ ਆ। ਪਰ ਉਹਦੀਆਂ ਰਿਕੁਆਇਰਮੈਂਟ ਇਹ ਹੁੰਦੀਆਂ ਵੀ ਤੁਹਾਡੇ 50,000 ਹੋਣੇ ਚਾਹੀਦੇ ਆ। ਇਹ ਮੈਂ ਐਗਜ਼ਾਮਪਲ ਦਿੰਦਾ ਹੈ, ਪਤਾ ਨਹੀਂ ਵੀ ਹਰੇਕ ਪਲੇਟਫਾਰਮ ਡਿਫਰੈਂਟ ਹੁੰਦਾ ਆ। ਤਾਂ ਤੁਹਾਡੇ 50,000 ਟ੍ਰੇਡਿੰਗ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਕਰਕੇ ਤੁਹਾਨੂੰ 10,000 ਉੱਤੇ ਅਸੀਂ ਤੁਹਾਨੂੰ ਦਿੰਦੇ ਆ। ਤੁਸੀਂ ਇਹ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਇਹ ਅਸੀਂ ਜਿਹੜੇ ਪੈਸੇ ਆ ਉਹ ਸਾਡੇ ਨਹੀਂ ਆ, ਉਹ ਅਸੀਂ ਬਾਹਰੋਂ ਕਰ ਰਹੇ ਆ। ਜਦੋਂ ਅਸੀਂ ਕਿਸੇ ਤੋਂ ਲੈਂਦੇ ਆ ਪੈਸੇ ਉਹ ਰਿਟਰਨ ਵੀ ਦੇਣੇ ਪੈਣੇ। ਸੋ ਕਦੀ ਇਹ ਉਹਨਾਂ ਇਨਵੈਸਟਰਾਂ ਜਾਂ ਟ੍ਰੇਡਰਾਂ ਦੇ ਲਈ ਆ ਜਿਹੜੇ ਬਹੁਤ ਸਾਲਾਂ ਤੋਂ ਇਹ ਕਰ ਰਹੇ ਆ। ਇਹ ਬਹੁਤ ਜ਼ਿਆਦਾ ਇਹ ਤੁਹਾਡੇ ਲਈ ਜਿੱਦਾਂ ਬਹੁਤ ਵਧੀਆ ਵੀ ਹੁੰਦਾ ਕਿਉਂਕਿ ਤੁਹਾਨੂੰ ਐਕਸਟਰਾ ਪੈਸੇ ਮਿਲ ਰਹੇ ਆ ਤਾਂ ਤੁਸੀਂ ਜਿੰਨੇ ਜ਼ਿਆਦਾ ਉਹ ਪੈਸੇ ਜੇ ਤੁਸੀਂ ਵਧੀਆ ਕੰਪਨੀ ਦੇ ਵਿੱਚ ਟ੍ਰੇਡ ਕਰੋਗੇ ਤਾਂ ਤੁਹਾਡੇ ਪੈਸੇ ਵੱਧ ਵੀ ਸਕਦੇ ਆ। ਪਰ ਇਹਦਾ ਜ਼ਿਆਦਾ ਅਟਰੈਕਸ਼ਨ ਆਉਂਦਾ ਆ ਜਿੱਦਾਂ ਨਵੇਂ ਟ੍ਰੇਡਰ ਜਾਂ ਇਨਵੈਸਟਰ ਜਿਹੜੇ ਸਿੱਖਣਾ ਚਾਹੁੰਦੇ ਆ, ਲਰਨ ਕਰਨਾ ਚਾਹੁੰਦੇ ਵੀ ਜ਼ਿਆਦਾ ਉਹ ਪੈਸੇ ਕਮਾਉਣਾ ਚਾਹੁੰਦੇ ਆ। ਪਰ ਉਹਨਾਂ ਕੋਲ ਜਿੱਦਾਂ ਜ਼ਿਆਦਾ ਪੈਸੇ ਟ੍ਰੇਡ ਕਰਨ ਤੋਂ ਬਾਏ ਕਰਨ ਲਈ ਨਹੀਂ ਹੁੰਦਾ ਫਿਰ ਉਹਨਾਂ ਦਾ ਚਾਹੁੰਦੇ ਆ ਵੀ ਸਾਨੂੰ 10,000 ਮਿਲੇ ਉਹ ਅਸੀਂ ਯੂਜ਼ ਕਰੀਏ ਤਾਂ ਉਹਨਾਂ ਜ਼ਿਆਦਾ ਪੈਸੇ ਕਰਨ। ਪਰ ਇਹ ਬਹੁਤ ਜ਼ਿਆਦਾ ਹਾਈ ਰਿਸਕ ਹੁੰਦਾ ਆ। ਜੇ ਤੁਸੀਂ ਤੁਹਾਡੇ ਪੈਸੇ ਮਰ ਗਏ ਤਾਂ ਤੁਹਾਨੂੰ ਮਾਰਜਨ ਕਾਲ ਮੀਟ ਕਰਨੀ ਪੈਣੀ ਆ ਅਗਲੇ ਦਿਨ। ਜੇ ਤੁਸੀਂ ਉਹ ਨਾ ਕਰੋਗੇ ਤਾਂ ਤੁਹਾਡਾ ਬਹੁਤ ਜ਼ਿਆਦਾ ਜਿੱਦਾਂ ਨੁਕਸਾਨ ਹੋ ਸਕਦਾ ਹੈ, ਤੁਹਾਡਾ ਟ੍ਰੇਡਿੰਗ ਅਕਾਊਂਟ ਬੈਨ। ਹਾਂਜੀ, ਸੋ ਮਾਰਜਨ ਟ੍ਰੇਡਿੰਗ ਉਹ ਉਹਨਾਂ ਦੇ ਲਈ ਰਿਕੁਆਇਰ ਹੁੰਦਾ ਵੀ ਜਿਹੜੇ ਪੁਰਾਣੇ ਇਨਵੈਸਟਰ ਜਾਂ ਟ੍ਰੇਡਰ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਹੋਵੇ ਕਿਉਂਕਿ ਜਿਹੜੇ ਨਵੇਂ ਟ੍ਰੇਡਰ ਹੁੰਦੇ ਆ ਉਹਨਾਂ ਨੂੰ ਮਾਰਜਨ ਟ੍ਰੇਡਿੰਗ ਲਈ ਉੱਦਾਂ ਜਨਰਲ ਸੁਜੈਸ਼ਨ ਇਹ ਹੁੰਦਾ ਵੀ ਨਾ ਯੂਜ਼ ਕਰੋ ਕਿਉਂਕਿ ਜੇ ਤੁਹਾਡਾ ਪੈਸੇ ਜਿੱਦਾਂ ਗਵਾਹ ਹੋ ਜਾਣ ਤੁਹਾਨੂੰ ਅਗਲੇ ਦਿਨ ਦੇਣੇ ਪੈਣੇ ਆ ਤਾਂ ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਤੁਹਾਡਾ ਅਕਾਊਂਟ ਵੀ ਬੈਨ ਸਕਦਾ ਹੈ ਤਾਂ ਤੁਹਾਡੇ ਲੀਗਲ ਵੀ ਕੰਪਲਿਕੇਸ਼ਨਸ ਹੋ ਸਕਦੇ ਆ। ਸੋ ਇਸ ਜੀ ਓਵਰਵਿਊ ਟ੍ਰੇਡਿੰਗ ਤਾਂ ਮਾਰਜਨ ਟ੍ਰੇਡਿੰਗ ਵੀ। Perfect. Harkaran, thank you so much for that. I think कि लोਕਾਂ ਲਈ ਬਹੁਤ ਹੀ valuable ਗਿਆਨ ਹੈਗਾ ਹੈ because ਇਹ information ਆਸਾਨੀ ਨਾਲ ਕਿਸੇ ਨੂੰ ਨਹੀਂ ਮਿਲ ਸਕਦੀ ਤੇ ਬਹੁਤ ਸਾਰੇ ਲੋਕੀ ਟ੍ਰੇਡਿੰਗ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਇੰਨੇ ਸਾਰੇ ਆਪਸ਼ਨਸ ਹੁੰਦੇ ਨੇ ਤੇ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਵੇਂ ਟ੍ਰੇਡਿੰਗ ਦੇ ਵਿੱਚ ਸ਼ੁਰੂ ਕਰੋ ਹੈ ਨਾ। ਕਿਹੜਾ ਸਟਾਕ ਖਰੀਦੋ, ਕਿਹੜਾ ਕ੍ਰਿਪਟੋ ਖਰੀਦੋ ਤੇ ਤੁਸੀਂ ਇੱਕ ਗੱਲ ਬੜੀ ਇੰਟਰਸਟਿੰਗ ਕਹੀ ਹੈ ਕਿ ਟ੍ਰੈਂਡ ਲਾਈਨ ਸਪੋਰਟ ਤੇ ਇਹਦੇ ਬਾਰੇ ਮੈਂ ਰੀਸੈਂਟਲੀ ਸਿੱਖਿਆ ਹੈ। ਕ੍ਰਿਪਟੋ ਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਮੈਟ੍ਰਿਕ ਹੁੰਦੇ ਨੇ, ਦੋ ਤਰ੍ਹਾਂ ਦੇ ਨੰਬਰ ਹੁੰਦੇ ਨੇ ਜਿਹਨੂੰ ਅਸੀਂ ਬੜਾ ਟ੍ਰੇਡਰਸ ਧਿਆਨ ਦਿੰਦੇ ਨੇ, ਰੈਜ਼ਿਸਟੈਂਸ ਲੈਵਲ ਤੇ ਸਪੋਰਟ ਲੈਵਲ। ਤੇ ਕੀ ਟ੍ਰੈਂਡ ਲਾਈਨ ਸਪੋਰਟ ਵੀ ਥੋੜਾ ਇਦਾਂ ਹੀ ਹੋਇਆ? ਓਕੇ, ਸੋ ਗਾਇਜ਼ ਬੇਸਿਕਲੀ ਹਰਕਰਨ ਕੀ ਕਹਿ ਰਹੇ ਨੇ ਕਿ ਜੇ ਤੁਸੀਂ ਵੇਖੋ ਕੋਈ ਕੋਇਨ ਤੁਸੀਂ ਖਰੀਦਣਾ ਚਾਹੁੰਦੇ ਹੋ, ਠੀਕ ਹੈ, ਕੋਈ ਕ੍ਰਿਪਟੋ ਕਰੰਸੀ ਜਾਂ ਕੋਈ ਸਟਾਕ, ਤੁਸੀਂ ਵੇਖੋ ਲਾਸਟ 30 ਦਿਨਾਂ ਦੇ ਵਿੱਚ ਉਹਦੀ ਕਿਹੜੀ ਰੇਂਜ ਰਹੀ ਹੈ ਕਿ ਮੈਕਸਿਮਮ ਕਿੱਥੇ ਤੱਕ ਪਹੁੰਚਿਆ ਤੇ ਮਿਨੀਮਮ ਕਿੱਥੇ, ਕਿਹੜੇ ਮਤਲਬ ਰੇਂਜ ਦੇ ਵਿੱਚ ਬਾਉਂਸ ਕਰ ਰਿਹਾ ਹੈ ਨਾ। ਤੇ ਜਿਹੜਾ ਟੌਪ ਹੈ ਮਤਲਬ ਜਿੱਥੇ ਤੱਕ ਮੈਕਸਿਮਮ ਗਿਆ ਉਹ ਹੋ ਗਈ ਉਹਦੀ ਰੈਜ਼ਿਸਟੈਂਸ ਹੈ ਨਾ ਕਿ ਇੱਥੇ ਤੱਕ ਇਹਨੂੰ ਉਹਨੇ ਬ੍ਰੇਕ ਕਰਨਾ। ਜੇ ਇਹਨੂੰ ਉਹਨੇ ਬ੍ਰੇਕ ਕਰਤਾ ਮਤਲਬ ਹੁਣ ਪ੍ਰੋਬੇਬਲੀ ਨਾਟ ਅ ਗੁੱਡ ਟਾਈਮ ਟੂ ਬਾਏ ਕਿਉਂਕਿ ਹੁਣ ਉਹ ਪ੍ਰਾਈਸ ਉੱਤੇ ਜਾ ਰਿਹਾ ਤੇ ਨਹੀਂ ਪਤਾ ਕਿ ਕਿੰਨਾ ਉੱਤੇ ਜਾਏਗਾ। ਤੇ ਦੂਜਾ ਜਿਹੜਾ ਮੈਟ੍ਰਿਕ ਤੁਸੀਂ ਵੇਖਣਾ ਹੈ ਉਹ ਹੈਗਾ ਸਪੋਰਟ ਲੈਵਲ।
ਉਹਦਾ ਮਤਲਬ ਹੈ ਕਿ ਇੱਥੇ ਤੱਕ ਸਪੋਰਟ ਬਣੀ ਹੋਈ ਹੈ, ਇਹ ਨੰਬਰ ਤੋਂ ਪ੍ਰੋਬੇਬਲੀ ਉਹਨੇ ਥੱਲੇ ਨਹੀਂ ਜਾਣਾ ਇਹ ਪ੍ਰਾਈਸ ਤੋਂ। ਤੇ ਟ੍ਰੇਡਰਸ ਕੀ ਕਰਦੇ ਨੇ ਕਿ ਜਦੋਂ ਸਪੋਰਟ ਲੈਵਲ ਤੇ ਪ੍ਰਾਈਸ ਪਹੁੰਚਦਾ ਹੈ ਕੋਈ ਸਟਾਕ ਦਾ ਜਾਂ ਕੋਈ ਕੋਇਨ ਦਾ, ਤੇ ਉਹ ਸਪੋਰਟ ਲੈਵਲ ਤੇ ਖਰੀਦਦੇ ਨੇ ਤੇ ਰੈਜ਼ਿਸਟੈਂਸ ਲੈਵਲ ਤੇ ਯੂਜੂਲੀ ਉੱਥੇ ਫਿਰ ਵਹਿੰਦੇ ਨੇ ਕਿ ਹੁਣ ਅਸੀਂ ਵੇਚੀਏ ਜਾਂ ਨਹੀਂ। ਤੇ ਇਹ ਹੋ ਗਏ ਤੁਹਾਡੇ ਰੈਜ਼ਿਸਟੈਂਸ ਲੈਵਲ ਤੇ ਤੁਹਾਡੇ ਸਪੋਰਟ ਲੈਵਲ। ਤੇ ਦੂਜੀ ਤੁਸੀਂ ਗੱਲ ਕਹੀ ਹਰਕਰਨ ਕਿ ਤੁਹਾਡੇ ਜਿਹੜੇ ਸਟਾਕਸ ਨੇ ਤੇ ਕ੍ਰਿਪਟੋ ਨੇ, ਉਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਹੈਵੀਲੀ ਡਿਪੈਂਡੈਂਟ ਹੁੰਦਾ ਹੈ ਕਿ ਨਿਊਜ਼ ਤੇ ਟਵਿੱਟਰ ਤੇ ਉਹਨਾਂ ਦੇ ਬਾਰੇ ਕੀ ਨਿਊਜ਼ ਆ ਰਹੀ ਹੈ। ਠੀਕ ਹੈ, ਜੇ ਤੁਹਾਡੇ ਮਤਲਬ ਕੋਈ ਕ੍ਰਿਪਟੋ ਦਾ ਕੋਇਨ ਹੈ, ਉਹਨਾਂ ਦੇ ਟਵਿੱਟਰ ਦੇ ਉੱਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ, ਤੇ ਹਰਕਰਨ ਯੂਜਲੀ ਕੀ ਕਰਨਗੇ, ਜੇ ਕੋਈ ਸਟਾਕ ਹੈ ਜਾਂ ਉਹਨਾਂ ਦੀ ਚਰਚਾ, ਉਹ ਟਵਿੱਟਰ ਤੇ ਬਹੁਤ ਧਿਆਨ ਦਿੰਦੇ ਨੇ ਕਿਉਂਕਿ ਟ੍ਰੇਡਰਸ ਜਿਹੜੇ ਨੇ ਉਹ ਟਵਿੱਟਰ ਤੇ ਜ਼ਿਆਦਾ ਹੁੰਦੇ ਨੇ, ਹੈ ਨਾ। ਹਰਕਰਨ ਟਵਿੱਟਰ ਤੇ ਇਹਨਾਂ ਦੀ ਕੋਇਨਸ ਦੀ ਬੜੀ ਚਰਚਾ ਹੁੰਦੀ ਹੈ, ਤੇ ਉਹ ਟਵਿੱਟਰ ਤੇ ਵੇਖਦੇ ਨੇ ਕਿ ਹੁਣ ਕੀ ਜੇ ਕੋਈ ਕੋਇਨ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਉਹ ਕੋਇਨ ਨੂੰ ਵੇਖਦੇ ਨੇ, ਓਕੇ ਹੁਣ ਮੈਨੂੰ ਸ਼ਾਇਦ ਇਹ ਖਰੀਦਣਾ ਚਾਹੀਦਾ ਹੈ। ਫਿਰ ਉਹ ਚੈੱਕ ਕਰਨਗੇ ਟ੍ਰੈਂਡ ਲਾਈਨ ਹੈ, ਫਿਰ ਉਹ ਚੈੱਕ ਕਰਨਗੇ ਕਿ ਇੱਥੇ ਸਪੋਰਟ ਲਾਸਟ 30 ਦਿਨਾਂ ਦੇ ਵਿੱਚ ਇਹਦੀ ਸਪੋਰਟ ਤੇ ਰੈਜ਼ਿਸਟੈਂਸ ਲੈਵਲ ਕਿੱਥੇ ਬੈਠੀ ਹੋਈ ਹੈ, ਤੇ ਫਿਰ ਉਹ ਵੇਖਣ ਕਿ ਹੁਣ ਮੈਨੂੰ ਖਰੀਦਣਾ ਚਾਹੀਦਾ ਹੈ ਜਾਂ ਵੇਚਣਾ ਚਾਹੀਦਾ ਹੈ ਬੇਸਡ ਔਨ ਉਹ ਪ੍ਰਾਈਸ ਰੇਂਜ ਦੇ ਵਿੱਚ ਕਿੱਥੇ ਬੈਠੀ ਹੋਈ ਹੈ। ਸੋ ਦੈਟਸ ਵੈਰੀ ਗੁੱਡ। ਤੇ ਇੱਕ ਹੋਰ ਗੱਲ ਕਹੀ ਹੈ ਹਰਕਰਨ ਨੇ ਵਿਚ ਇਜ਼ ਵੈਰੀ ਇੰਟਰਸਟਿੰਗ। ਉਹਨਾਂ ਨੇ ਕਿਹਾ ਹੈ ਕਿ ਗਾਇਸ ਜਿਹੜੀ ਇਹ ਟ੍ਰੇਡਿੰਗ ਦੀ ਮਾਰਕੀਟ ਹੈ, ਜ਼ਰੂਰੀ ਨਹੀਂ ਕਿ ਤੁਸੀਂ ਜਦੋਂ ਪ੍ਰਾਈਸ ਉੱਤੇ ਜਾ ਰਿਹਾ ਤੁਸੀਂ ਉਦੋਂ ਹੀ ਪੈਸੇ ਕਮਾਣੇ ਆ। ਤੁਸੀਂ ਜੇ ਮਾਰਕੀਟ ਥੱਲੇ ਜਾ ਰਹੀ ਹੈ ਤੁਸੀਂ ਉਦੋਂ ਵੀ ਪੈਸੇ ਬਣਾ ਸਕਦੇ ਹੋ। ਉਹਨੂੰ ਕਹੀਦਾ ਹੈ ਆਪਸ਼ਨ ਟ੍ਰੇਡਿੰਗ। ਤੇ ਆਪਸ਼ਨ ਟ੍ਰੇਡਿੰਗ ਦੇ ਵਿੱਚ ਉਹਦਾ ਮਤਲਬ ਇਹ ਹੋਇਆ ਕਿ ਤੁਸੀਂ ਬੇਸਿਕਲੀ ਮਤਲਬ ਜਿਵੇਂ ਗੈਂਬਲ ਹੋ ਗਿਆ ਇੱਕ ਤਰ੍ਹਾਂ ਦਾ, ਕਿ ਤੁਸੀਂ ਗੈਂਬਲ ਕਰ ਰਹੇ ਹੋ, ਕਿ ਤੁਸੀਂ ਕਹਿ ਰਹੇ ਹੋ ਕਿ ਹਾਂ ਜੇ ਉਹਦੀ ਵੈਲਿਊ ਮਤਲਬ $20 ਤੇ ਮੈਨੂੰ ਲੱਗਦਾ ਹੈ ਕਿ $15 ਤੱਕ ਜਾਏਗੀ, ਤੇ ਉਹਦੇ ਉੱਤੇ ਵੀ ਤੁਸੀਂ ਪੈਸੇ ਫਿਰ ਇਦਾਂ ਬਣਾ ਸਕਦੇ ਹੋ ਕਿ ਜੇ ਮਾਰਕੀਟ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਾਈਸ ਥੱਲੇ ਡਿੱਗੇਗਾ ਇਹ ਵੈਲਿਊ ਜਾਂ ਸਟਾਕ ਦੀ, ਤੇ ਤੁਸੀਂ ਉਹਦੇ ਉੱਤੇ ਵੀ ਪੈਸੇ ਬਣਾ ਸਕਦੇ ਹੋ। ਸੋ ਦੈਟਸ ਆਪਸ਼ਨ ਟ੍ਰੇਡਿੰਗ। ਤੇ ਲਾਸਟ ਜਿਹੜੀ ਸਾਨੂੰ ਗੱਲ ਦੱਸੀ ਹੈ ਹਰਕਰਨ ਨੇ, ਜਿਹੜੀ ਬਹੁਤ ਮੈਨੂੰ ਕੁਐਸਚਨਸ ਪਰਸਨਲੀ ਆਉਂਦੇ ਨੇ, ਇਸ ਕਰਕੇ ਮੈਂ ਹਰਕਰਨ ਨੂੰ ਕਿਹਾ ਸੀ ਕਿ ਸਾਨੂੰ ਤੁਸੀਂ ਇਹਦੇ ਬਾਰੇ ਜ਼ਰੂਰ ਦੱਸੋ ਕਿ ਮਾਰਜਨ ਟ੍ਰੇਡਿੰਗ ਕੀ ਹੈਗੀ ਆ। ਤੇ ਮਾਰਜਨ ਟ੍ਰੇਡਿੰਗ ਇਹ ਗਾਇਸ ਬਹੁਤ ਹੀ ਇੰਟਰਸਟਿੰਗ ਕਨਸੈਪਟ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਰਿਸਕ ਹੈ। ਸੋ ਪਲੀਜ਼ ਧਿਆਨ ਦੇ ਨਾਲ ਸੁਣੋ ਕਿਉਂਕਿ ਹਰ ਕੋਈ ਇਹਦੇ ਵਿੱਚ ਜਾਣਾ ਚਾਹੁੰਦਾ ਹੈ। ਮਾਰਜਨ ਟ੍ਰੇਡਿੰਗ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ। ਮੰਨ ਲਓ ਤੁਹਾਡੇ ਕੋਲ 1000 ਰੁਪਏ ਨੇ, ਠੀਕ ਹੈ, ਤੇ ਤੁਸੀਂ ਮਾਰਜਨ ਟ੍ਰੇਡਿੰਗ ਕਰਦੇ ਹੋ ਤੇ ਤੁਸੀਂ ਆਈ ਥਿੰਕ ਟਾਈਮਸ 10 ਕਰ ਰਹੇ ਹੋ। ਜਿਹੜਾ ਐਕਸਚੇਂਜ ਤੁਸੀਂ ਯੂਜ਼ ਕਰ ਰਹੇ ਹੋ ਉਹ ਤੁਹਾਨੂੰ 10,000 ਰੁਪਏ ਦੇਗਾ, ਉਹ ਤੁਹਾਨੂੰ 9,000 ਰੁਪਏ ਦੇਣਗੇ ਤਾਂ ਕਿ ਤੁਹਾਡੇ ਕੋਲ ਟੋਟਲ 10,000 ਰੁਪਏ ਹੋ ਜਾਣ। ਸੋ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਵੱਲੋਂ 1000 ਰੁਪਏ ਲਾਇਆ ਤੇ ਤੁਹਾਡੇ ਐਕਸਚੇਂਜ ਨੇ ਤੁਹਾਨੂੰ 9,000 ਰੁਪਏ ਲੋਨ ਤੇ ਦਿੱਤੇ ਨੇ। ਹੁਣ ਤੁਸੀਂ ਇਹ 10,000 ਰੁਪਏ ਨੂੰ ਇਹਦੇ ਨਾਲ ਤੁਸੀਂ ਟ੍ਰੇਡਿੰਗ ਕਰ ਰਹੇ ਹੋ, ਠੀਕ ਹੈ। ਤੇ ਤੁਸੀਂ ਜੇ ਮੰਨ ਲਓ ਹਰਕਰਨ ਮੈਨੂੰ ਕਰੈਕਟ ਮੀ ਇਫ ਆਈ ਐਮ ਰੋਂਗ, ਜੇ ਮੰਨ ਲਓ ਕਿ ਤੁਸੀਂ ਇਹਦੇ ਵਿੱਚ ਮੁਨਾਫਾ ਹੁੰਦਾ ਹੈ, ਤੁਹਾਨੂੰ ਮੁਨਾਫਾ ਤੁਸੀਂ ਰੱਖੋ, ਪਰ ਜਿਹੜਾ ਤੁਸੀਂ 9,000 ਐਕਸਚੇਂਜ ਤੋਂ ਲਿਆ ਉਹ ਤੁਹਾਨੂੰ ਵਾਪਸ ਕਰਨਾ ਪਏਗਾ ਕਿਉਂਕਿ ਉਹ ਪੈਸਾ ਤੁਹਾਡਾ ਨਹੀਂ ਹੈ, ਹੈ ਨਾ। ਪਰ ਜੇ ਤੁਹਾਨੂੰ ਮੁਨਾਫਾ ਨਹੀਂ ਹੁੰਦਾ, ਆਈ ਥਿੰਕ ਜੇ ਮਤਲਬ ਪ੍ਰਾਈਸ ਥੱਲੇ ਚਲ ਜਾਂਦਾ ਹੈ ਤਾਂ ਤੁਹਾਡਾ ਪ੍ਰਾਈਸ ਕ੍ਰੈਸ਼ ਹੋ ਜਾਂਦਾ ਹੈ ਤੇ ਤੁਹਾਨੂੰ ਉਹ ਵਾਪਸ ਕਰਨਾ ਪੈਂਦਾ ਹੈ। ਕੀ ਵਾਪਸ ਕਰਨਾ ਪੈਂਦਾ ਹੈ? ਜਿਹੜੇ ਪੈਸੇ ਤੁਸੀਂ ਉਹਨਾਂ ਤੋਂ 9,000 ਬੋਰੋ ਕੀਤੇ ਨੇ ਆਪਣੀ ਜੇਬ ਤੋਂ ਵਾਪਸ ਕਰਨੇ ਪੈਂਦੇ ਨੇ। ਇਜ਼ ਦੈਟ ਇਟ? ਹਾਂਜੀ। ਸੋ ਜਿਹੜੇ ਪੈਸੇ ਤੁਸੀਂ ਬਾਰੋ ਕੀਤੇ, ਜਿਹੜੇ ਤੁਸੀਂ ਮਾਰਜਨ ਅਕਾਊਂਟ ਤੇ ਆ, ਉਹਨਾਂ ਦੇ ਲਿਮਿਟ ਹੁੰਦੀ ਆ। ਹਰਕਰਨ ਤੁਹਾਡਾ ਆਡੀਓ ਫਿਰ ਕੰਮ ਨਹੀਂ ਕਰ ਰਿਹਾ, ਤੁਹਾਡਾ ਗਿਆਨ ਸਾਨੂੰ ਨਹੀਂ ਮਿਲ ਰਿਹਾ ਤੁਹਾਡੀ ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ। Sorry, can you hear me now? ਹਾਂਜੀ ਹਾਂਜੀ। Okay, so ਉਹਨਾਂ ਦੇ ਜਦੋਂ ਵੀ ਤੁਸੀਂ ਪੈਸੇ ਜਿੱਦਾਂ ਬਾਰੋ ਕਰਦੇ ਆ, ਉਹ ਸਾਡੇ ਪੈਸੇ ਨਹੀਂ ਹੁੰਦੇ। ਜੇ ਕਹਿ ਲਓ ਅਸੀਂ $1000 ਆ ਸਾਡੇ ਅਕਾਊਂਟ ਦੇ ਵਿੱਚ, ਸਾਨੂੰ ਬੈਂਕ ਦੇ ਰਹੀ ਆ ਇੱਕ ਹੋਰ 1000 ਉੱਤੇ, ਉਹਨਾਂ ਦੀ ਇਹ ਲਿਮਿਟ ਹੁੰਦੀ ਆ ਵੀ ਤੁਹਾਡੇ ਅਕਾਊਂਟ ਦੇ ਵਿੱਚ $1000 ਜਿਹੜਾ ਤੁਹਾਡਾ ਆਪਣਾ ਉਹ ਰਹਿਣਾ ਚਾਹੀਦਾ ਆ। ਜੇ 1000 ਤੋਂ ਥੱਲੇ ਚੱਲ ਜਾਵੇ ਫਿਰ ਉਹ ਤੁਹਾਨੂੰ ਉਹ ਪੈਸੇ ਰਿਟਰਨ ਕਰਨੇ ਪੈਣੇ ਆ। ਜਿਹੜੇ ਪੈਸੇ ਤੁਸੀਂ ਉਹਦੇ ਤੇ ਬਣਾਓਗੇ ਉਹ ਠੀਕ ਆ, ਜਿੰਨੇ ਵੀ ਤੁਹਾਡੇ ਬਣ ਗਏ ਬਣ ਗਏ, ਪਰ ਜਿਹੜਾ ਵੀ 1000 ਜਿਹੜਾ ਬੈਂਕ ਨੇ ਤੁਹਾਨੂੰ ਦਿੱਤਾ ਉਹ ਤੁਹਾਨੂੰ ਰਿਟਰਨ ਕਰਨਾ ਪੈਣਾ ਹੈ। ਉਹ ਉਹਨਾਂ ਦੇ ਪੈਸੇ ਆ, ਉਹ ਤੁਹਾਡੇ ਨਹੀਂ। ਉਹ ਤੁਸੀਂ ਬਾਹਰੋਂ ਕਰ ਸਕਦੇ ਆ, ਤੁਹਾਨੂੰ ਦੇ ਸਕਦੇ ਆ, ਤੁਸੀਂ ਉਹਦੇ ਨਾਲ ਖਰੀਦ ਸਕਦੇ ਆ, ਪਰ ਐਂਡ ਦੇ ਵਿੱਚ ਉਹ ਪੈਸੇ ਉਹਨਾਂ ਦੇ ਆ, ਉਹ ਸਾਡੇ ਨਹੀਂ। ਹਾਂਜੀ,
ਸੋ ਦੈਟਸ ਵਨ ਥਿੰਗ ਗਾਇਜ਼ ਕਿ ਬਹੁਤ ਵੱਡਾ ਰਿਸਕ ਹੈ ਕਿਉਂਕਿ ਜੇ ਤੁਹਾਡੇ ਪੈਸੇ ਜੋ ਤੁਸੀਂ ਮੁਨਾਫਾ ਬਣਾਉਣਾ ਚਾਹੁੰਦੇ ਹੋ ਨਹੀਂ ਬਣਦਾ, ਮੰਨ ਲਓ ਕੋਇਨ ਕ੍ਰੈਸ਼ ਜੋ ਵੀ ਹੋ ਜਾਂਦਾ ਹੈ, ਤੇ ਉਹ ਪੈਸੇ ਤੁਹਾਨੂੰ ਆਪਣੀ ਜੇਬ ਤੋਂ ਵਾਪਸ ਕਰਨੇ ਪੈਣਗੇ। ਤੇ ਸੋ ਬਹੁਤ ਵੱਡਾ ਰਿਸਕ ਹੁੰਦਾ ਹੈ। ਇਸ ਕਰਕੇ ਆਈ ਥਿੰਕ ਕਿ ਹਰਕਰਨ ਨੇ ਵੀ ਕਿਹਾ ਸੀ ਕਿ ਜੇ ਤੁਸੀਂ ਨਵੇਂ ਹੋ, ਮਾਰਜਨ ਟ੍ਰੇਡਿੰਗ ਦੇ ਵਿੱਚ ਨਾ ਜਾਓ। ਹਾਂ, ਤੁਸੀਂ ਪੈਸਾ ਬਣਾ ਸਕਦੇ ਹੋ, ਪਰ ਜਿਹੜਾ ਰਿਸਕ ਹੈ ਪੈਸਾ ਲੂਜ਼ ਕਰਨ ਦਾ ਉਹ ਬਹੁਤ ਵੱਡਾ ਹੈ। ਸੋ ਇਹ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਤੇ ਥੈਂਕ ਯੂ ਸੋ ਮਚ ਹਰਕਰਨ, ਬਹੁਤ ਚੰਗਾ ਗਿਆਨ। ਐਂਡ ਆਮ ਸ਼ੋਰ ਕਿ ਪ੍ਰਭਜੀਤ ਨੇ ਜਿਹੜੇ ਸਾਨੂੰ ਪੁਆਇੰਟਸ ਦੱਸੇ ਨੇ ਟ੍ਰੈਡੀਸ਼ਨਲ ਇਨਵੈਸਟਮੈਂਟ ਦੇ ਵਿੱਚ, ਤੇ ਹਰਕਰਨ ਨੇ ਜਿਹੜੇ ਸਾਨੂੰ ਪੁਆਇੰਟਸ ਦਿੱਤੇ ਨੇ ਉਹਦੇ ਵਿੱਚ ਅਸੀਂ ਲਾਈਕ ਈਵਨ ਜੇ ਇੱਕ ਪੂਰਾ ਵੈਬਿਨਾਰ ਕਰੀਏ ਸਿਰਫ ਇੱਕ ਮੈਥਡ ਤੇ ਜਾਂ ਇੱਕ ਇਨਵੈਸਟਮੈਂਟ ਤੇ, ਉਹ ਵੀ ਕਾਫੀ ਨਹੀਂ ਹੋਏਗਾ ਬਿਕੋਜ਼ ਦੇयर ਸੋ ਮਚ ਇਨਫੋਰਮੇਸ਼ਨ। ਤੇ ਹੁਣ ਅਸੀਂ ਗੱਲ ਕਰਨੇ ਹਾਂ ਪ੍ਰਭਜੀਤ ਦੇ ਨਾਲ ਕਿ ਪ੍ਰਭਜੀਤ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਜੇ ਲੋਕੀ ਇਹਦੇ ਨਾਲ ਸ਼ੁਰੂ ਕਰਨਾ ਚਾਹੁੰਦੇ ਨੇ ਬੌਂਡਸ ਵਗੈਰਾ ਦੇ ਨਾਲ, ਕਿਵੇਂ ਹਾਊ ਕੈਨ ਦੇ ਗੈਟ ਸਟਾਰਟਡ ਇਨ ਇੰਡੀਆ? ਸੋ ਮੈਨੂੰ ਬਾਂਡਸ ਦੇ ਬਾਰੇ ਐਕਚੁਅਲੀ ਇੰਡੀਆ ਦੇ ਵਿੱਚ ਮੈਨੂੰ ਪਤਾ ਨਹੀਂ ਹੈਗਾ, ਤੇ ਮੈਂ ਐਕਚੁਅਲੀ ਰეკਮੈਂਡ ਕਰਦਾ ਵੀ ਹੁਣ ਬਾਂਡਸ ਦਾ ਟਾਈਮ ਨਹੀਂ ਹੈਗਾ, ਤੇ ਹੁਣ ਕਈ ਸਾਲਾਂ ਵਾਸਤੇ। ਸੋ ਜਦੋਂ ਬਾਂਡਸ ਦਾ ਟਾਈਮ ਸੀ 40 ਸਾਲ ਪਿੱਛੇ, ਜਦੋਂ ਰੇਟਸ 20% ਤੇ ਸੀਗੇ, ਹਰ ਸਾਲ ਜਿਹੜੀ ਅਮਰੀਕਨ ਫੈਡਰਲ ਸੈਂਟਰਲ ਬੈਂਕ CBI ਸੀਗੀ ਉਹ ਰੇਟ ਕੱਟਦੇ ਸੀਗੇ। ਸੋ ਜਦੋਂ ਰੇਟ ਕੱਟਦੀ ਹੁੰਦੀ ਆ ਤੇ ਤੁਹਾਡਾ ਪਹਿਲਾਂ ਵੱਧ ਰੇਟ ਹੈਗਾ, ਫਿਰ ਤੁਹਾਨੂੰ ਪੈਸੇ ਲਾਈਕ ਤੁਹਾਡੀ ਉਹਦੀ ਕੀਮਤ ਵੱਧ ਜਾਂਦੀ ਹੈਗੀ ਹੈ, ਹਨਾ। ਸੋ ਜਦੋਂ ਵੀ ਉਹ ਰੇਟ ਕੱਟਦੇ ਸੀਗੇ ਤੁਹਾਡੀ ਕੀਮਤ ਵੱਧਦੀ ਸੀਗੀ। ਸੋ ਜੇ ਤੁਸੀਂ 40 ਸਾਲ ਪਹਿਲਾਂ ਬਾਂਡਸ ਦਿੰਦੇ ਸੀਗੇ ਫਿਰ ਵਧੀਆ ਗੱਲ ਸੀਗੀ। ਹੁਣ ਟਾਈਮ ਨਹੀਂ ਹੈਗਾ ਬਾਂਡਸ ਵਾਸਤੇ, ਪਰ ਸਟਾਕਸ ਵਾਸਤੇ ਹੈਗਾ। ਸੋ ਤੁਸੀਂ ਆਈ ਥਿੰਕ ਮੋਤੀ ਲਾਲ ਇੱਕ ਕੰਪਨੀ ਹੈਗੀ ਜਿਹੜੀ ਇਨਵੈਸਟਮੈਂਟਸ ਕਰਦੇ ਹੈਗੇ ਆ, ਤੇ ਜਿਹੜੀ ਮੈਂ ਪਹਿਲਾਂ ਕਿਹਾ ਸੀਗਾ ICICI ਬੈਂਕ ਤੇ HDFC ਸਿਕਿਉਰਿਟੀਜ਼। ਤੇ ਮੈਂ ਐਕਚੁਅਲੀ ਮਾਰਜਨ ਟ੍ਰੇਡਿੰਗ ਦੇ ਵਾਸਤੇ ਇੱਕ ਕਹਾਣੀ ਸੁਣਾਉਣਾ ਹੈਗਾ ਵੀ। ਤੁਹਾਨੂੰ ਪਤਾ ਹੋਊਗਾ ਵੀ ਜਿਹੜੇ ਵਾਰਨ ਬਫੇਟ ਤੇ ਚਾਰਲੀ ਮੰਗਰ ਦੋ ਅਮੀਰ ਲੋਕ ਹੈਗੇ ਆ ਜਿਹਨੇ ਇੱਕ ਹਿੱਸੇਦਾਰੀ ਨਾਲ ਵਪਾਰ ਕੀਤਾ, ਤੇ ਪਰ ਇੱਕ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਇੱਕ ਤੀਜਾ ਬੰਦਾ ਵੀ ਸੀਗਾ ਜਿਹਨੇ ਉਹਦੇ ਨਾਲ ਸ਼ੁਰੂ ਕੀਤਾ ਸੀ, ਪਰ ਉਹਦਾ ਨਾਂ ਹੁਣ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਉਹਦਾ ਨਾਂ ਕੀ ਸੀ। ਤੇ ਇੱਕ ਆਪਣਾ ਦੇਸੀ ਵਪਾਰੀ ਨੇ ਉਹਦੇ ਬਾਰੇ ਪੁੱਛਿਆ ਸੀਗਾ, ਮੋਨੀਸ਼ ਪੋਬਰਾਏ। ਤੇ ਜੇ ਤੁਸੀਂ ਹਿੰਦੀ ਸੁਣਦੇ ਹੈਗੇ ਆ ਜਾਂ ਤੁਸੀਂ ਚਾਹੁੰਦੇ ਆਪਣੇ ਲੋਕਾਂ ਤੋਂ ਸੁਣਨਾ ਹੈਗਾ, ਮੋਨੀਸ਼ ਪੋਬਰਾਏ ਬਹੁਤ ਵਧੀਆ ਚੀਜ਼ਾਂ ਲਿਖਦਾ ਹੈਗਾ ਤੇ ਬੋਲਦਾ ਹੈਗਾ। ਉਹਦੇ YouTube ਦੇ ਵਿੱਚ ਬਥੇਰੀਆਂ ਵੀਡੀਓ ਹੈਗੀਆਂ। ਤੇ ਉਹਨੇ ਵਾਰਨ ਬਫੇਟ ਨੂੰ ਪੁੱਛਿਆ ਵੀ ਇਹ ਜਿਹੜਾ ਤੀਜੇ ਬੰਦੇ ਨੂੰ ਕੀ ਹੋਇਆ ਸੀਗਾ, ਤੇ ਵਾਰਨ ਬਫੇਟ ਨੇ ਕਿਹਾ ਵੀ ਮੈਂ ਤੇ ਚਾਰਲੀ ਨੂੰ ਪਤਾ ਸੀ ਵੀ ਅਸੀਂ ਅਮੀਰ ਬਣੋਗੇ, ਕੱਲੀ ਸਵਾਲ ਸੀ ਵੀ ਕਦੋਂ ਬਣੋਗੇ। ਵੀ ਆਪਣੀ ਬਚਤ ਬਣੀ ਜਾਂਦੀ ਸੀ, ਹਰ ਸਾਲ ਵਧੀ ਜਾਂਦੀ ਸੀਗੀ, ਤੇ ਕੱਲੀ ਸਵਾਲ ਸੀਗੀ ਵੀ ਕਦੋਂ ਅਮੀਰ ਬਣੋਗੇ। ਪਰ ਜਿਹੜਾ ਆ ਤੀਜਾ ਬੰਦਾ ਸੀਗਾ ਕਾਲਜ ਦੇ ਵਿੱਚ ਸੀ, ਤਾਂ ਮਾਰਜਨ ਟ੍ਰੇਡਿੰਗ ਕਰਦਾ ਸੀਗਾ, ਤੇ ਉਹਨੇ ਇੰਨਾ ਵੱਡਾ ਘਾਟਾ ਖਾ ਲਿਆ ਵੀ ਉਹਨੇ ਜਿਹੜੇ ਉਹਦੇ 10 ਜਾਂ 20 ਸਾਲ ਦੇ ਬਚਤ ਖਰਾਬ ਕੀਤੇ ਸੀਗੇ ਇੱਕ ਸਾਲ ਦੇ ਵਿੱਚ। ਤੇ ਜਿਹੜੀ ਫਿਰ ਬਾਅਦ ਪੈਸੇ ਮਿਲਨੇ ਸੀਗੇ ਤੇ ਵਿਆਜ ਮਿਲਨੇ ਸੀਗੇ ਉਹ ਵੀ ਖਰਾਬ ਕੀਤੇ ਉਹ ਬੰਦੇ ਨੇ। ਸੋ ਜਿਹੜੇ ਚਾਰਲੀ ਮੰਗਰ ਤੇ ਵਾਰਨ ਬਫੇਟ 1 ਜਾਂ 2 ਜਾਂ 3 ਨੰਬਰ ਤੇ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਅਮੀਰ ਬੰਦੇ ਹੈਗੇ ਆ। ਤੇ ਜਿਹੜਾ ਤੀਜਾ ਬੰਦਾ ਸੀਗਾ ਉਹਨੇ ਬਾਲੀ ਕਾਲੀ ਦੇ ਵਿੱਚ ਉਹ ਚਾਹੁੰਦਾ ਸੀ ਵੀ ਹਰ ਸਾਲ ਇਨਵੈਸਟਮੈਂਟ ਨੂੰ ਗੁਣਾ ਕਰੋ। ਉਹ ਵਰਗੇ ਬੰਦੇ ਨੂੰ ਐਵੇਂ ਹੀ ਹੁੰਦਾ ਵੀ ਬਹੁਤ ਛੇਤੀ ਉਹਦੀ ਕਾਟਾ ਖਾਂਦੇ ਹੈਗੇ ਆ। ਸੋ ਹਰ ਕਾਰਨ ਤੁਹਾਨੂੰ ਪਤਾ ਹੋਊਗਾ ਵੀ ਕਈ ਜਿਹੜੇ ਲੋਕ ਬਾਲੀ ਕਾਲਜ ਦੇ ਵਿੱਚ ਹੈਗੇ ਆ ਉਹਨੂੰ ਐਵੇਂ ਹੀ ਹੁੰਦਾ ਹਨਾ। ਤੁਸੀਂ ਆਪ ਨੂੰ ਦੱਸ ਸਕਦੇ ਆ ਵੀ ਜਦੋਂ ਕੋਈ ਤੁਹਾਨੂੰ ਨਵੀਂ ਇਨਵੈਸਟਮੈਂਟ ਭੇਜਦਾ ਹੈਗਾ ਜਾਂ ਕਹਿੰਦਾ ਵੀ ਹਨਾ ਆ ਸਟਾਕ ਉੱਪਰ ਹੀ ਜਾਊਗਾ ਹਨਾ, ਤੁਸੀਂ ਦੇਖਦੇ ਹੋ ਨੇ ਵੀ ਜਿਹੜੇ ਉਹ ਵਰਗੇ ਲੋਕ ਉਹ ਪੈਸੇ ਬਣਾਉਂਦੇ ਆ ਜਾਂ ਕਾਟਾ ਖਾਂਦੇ ਆ? ਤੁਹਾਡੇ ਐਕਸਪੀਰੀਅੰਸ ਵਿੱਚ ਤੁਸੀਂ ਹੋਰ ਦੇਖਿਆ ਹੋਇਆ ਨਾ? ਹਾਂਜੀ, ਜਦੋਂ ਵੀ ਇਦਾਂ ਹੁੰਦਾ ਆ ਕਿਸੇ ਨੇ ਤੁਹਾਨੂੰ ਹਰਕਰਨ ਤੁਹਾਡਾ ਆਡੀਓ All right, I think it'll come back. There we go. Can you guys hear me now? ਹਾਂਜੀ। So ਜਦੋਂ ਵੀ ਇਦਾਂ ਹੁੰਦਾ ਆ ਉਹ ਜਿੱਦਾਂ ਕੋਈ ਵੀ ਉਹਨਾਂ ਨੂੰ ਦੱਸ ਦਿੰਦਾ ਜਾਂ ਕੁਛ ਕਿਤੇ ਦੇਖ ਲੈਂਦੇ ਵੀ ਆ, ਜਿੱਦਾਂ ਉਹਨਾਂ ਨੇ ਕੁਛ ਪੜ੍ਹ ਲੈਣਾ ਤਾਂ ਉਹ ਕਹਿਣਾ ਜੀ ਆਹ ਤੁਸੀਂ ਬਾਏ ਕਰੋ, ਇਦਾਂ ਕਰੋ। ਜਦੋਂ ਵੀ ਇਦਾਂ ਹੋਵੇ ਉਹ ਕਦੀ ਵੀ ਪ੍ਰਾਈਸ ਜਿੱਦਾਂ ਵੱਧਦੀ ਨਹੀਂ। ਇਹ ਜਿੱਦਾਂ
ਬਹੁਤ ਜ਼ਿਆਦਾ ਜਿੱਦਾਂ ਟੈਕਨੀਕਲ ਐਨਾਲਿਸਿਸ ਫਾਈਨੈਂਸ਼ੀਅਲ ਐਨਾਲਿਸਿਸ ਉਹ ਦੇਖ ਕੇ ਤਾਂ ਤੁਸੀਂ ਡਿਟਰਮਿਨ ਕਰ ਸਕਦੇ ਆ ਮੈਂ ਜਿੱਦਾਂ ਪਰਸਨਲ ਮੇਰਾ ਇਹ ਓਪੀਨੀਅਨ ਆ ਜੇ ਤੁਹਾਨੂੰ ਕੋਈ ਕਵੇ ਵੀ ਆਹ ਵਾਲੀ ਚੀਜ਼ ਤੁਹਾਡਾ ਆਡੀਓ ਫੇਰ ਬੰਦ ਹੋ ਗਿਆ ਹਰਕਰਨ can you hear me now ਹਾਂਜੀ 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 so ਤੁਹਾਨੂੰ ਮੈਂ ਕਿਹਾ ਸੀਗਾ ਤੁਹਾਨੂੰ ਸੁਣ ਗਿਆ ਹੈਗਾ ਥੋੜਾ ਹਾਂਜੀ ਸੋ ਜਦੋਂ ਵੀ ਇਦਾਂ ਹੁੰਦਾ ਆ ਤਾਂ ਕਾਫੀ ਮੋਸਟ ਆਫ ਟਾਈਮ ਵੀ ਇਹ ਪ੍ਰਾਈਸ ਜਿਹੜਾ ਨਹੀਂ ਵੱਧਦੀ ਕਿਉਂਕਿ ਉਹਨਾਂ ਨੇ ਕਿਤੇ ਤੋਂ ਸੁਣਿਆ ਹੁੰਦਾ ਆ ਉਹਨਾਂ ਨੇ ਜਾਂ ਕੋਈ ਕੁਝ ਪੜ੍ਹ ਲਿਆ ਪਰ ਉਹਨਾਂ ਨੇ ਪੂਰੀ ਰਿਸਰਚ ਨਹੀਂ ਕਰੀ ਪਰ ਜ਼ਿਆਦਾ ਟਾਈਮ ਇਦਾਂ ਹੁੰਦਾ ਵੀ ਉਹ ਪ੍ਰਾਈਸ ਲੋ ਹੁੰਦੀ ਆ ਇਹ ਸਹੀ ਗੱਲ ਆ ਭਾਜੀ ਹਾਂਜੀ ਬਿਲਕੁਲ ਥੈਂਕਸ ਫॉर दैट ਤੇ ਪ੍ਰਭਜੀਤ ਤੁਸੀਂ ਕੁਝ ਹੋਰ ਕਹਿਣਾ ਸੀ ਹਾਂ ਇੱਕ ਹੋਰ ਚੀਜ਼ ਕਹਿਣਾ ਸੀਗਾ ਮੈਂ ਕਈ ਕੁਐਸਚਨਸ ਦੇਖੇ ਸੀਗੇ ਵੀ ਜਿਹੜੇ ਕਿੰਨੇ ਕੋਇਨਸ ਹੈਗੇ ਆ 7000 ਕੋਇਨਸ ਹੈਗੇ ਆ ਜਾਂ ਇੰਡੀਆ ਦੇ ਵਿੱਚ ਬਾਲੇ ਕੋਇਨਸ ਚੱਲਦੇ ਹੈਗੇ ਆ ਹਨਾ ਤੇ ਮੈਂ ਐਵੇਂ ਕਹਿਣਾ ਚਾਹੁੰਦਾ ਵੀ ਅਮਰੀਕਾ ਦੇ ਵਿੱਚ ਵੀ ਆਹ ਹਾਲ ਹੈਗਾ ਤੇ ਚਾਈਨਾ ਦੇ ਵਿੱਚ ਵੀ ਆਹ ਹਾਲ ਹੈਗਾ ਤੇ ਕਿ ਹੋਰ ਬੰਦੇ ਨੇ ਵਧੀਆ ਸਵਾਲ ਪੁੱਛਿਆ ਵੀ ਜੇ ਕੋਈ ਨਵੀਂ ਟੈਕਨੋਲੋਜੀ ਆ ਗਈ ਫਿਰ ਬਿਟਕੋਇਨ ਨੂੰ ਕੀ ਹੋਊਗਾ ਤੇ ਮੈਂ ਐਵੇਂ ਕਹਿਣਾ ਚਾਹੁੰਦਾ ਹਾਂ ਵੀ ਜਿਹੜੀ ਬਿਟਕੋਇਨ ਦੀ ਇਹ ਟੈਕਨੋਲੋਜੀ ਹੈਗੀ ਆ ਵੀ ਇਹ ਅੱਧੀ ਗੱਲ ਟੈਕਨੋਲੋਜੀ ਦੀ ਹੈਗੀ ਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਕੋਈ ਟੈਕਨੋਲੋਜੀ ਨੂੰ ਚੇਂਜ ਨਹੀਂ ਕਰ ਸਕਦਾ ਸੋ ਜਿਹੜੇ ਵੱਡੇ ਤੋਕੇ ਕਿਵੇਂ ਚੱਲਦੇ ਹੈਗੇ ਆ ਹਨਾ ਇੱਕ ਪਹਿਲੀ ਗੱਲ ਜਿਹੜੇ ਲੋਕ ਨੂੰ ਵੇਚਦੇ ਹੈਗੇ ਉਹਨੂੰ ਆਪ ਬਾਲਾ ਪਤਾ ਨਹੀਂ ਹੈਗਾ ਹਨਾ ਤੇ ਐਵੇਂ ਤਾਂ ਉਹਨੂੰ ਕਹਿੰਦੇ ਹੈਗੇ ਵੀ ਜੇ ਤੁਸੀਂ ਹੋਰ ਕਿਸੇ ਲੋਕ ਨੂੰ ਵੇਚਦੇ ਆ ਫਿਰ ਤੁਹਾਨੂੰ ਥੋੜਾ ਜਿਹਾ ਮਿਲੂਗਾ ਹਨਾ ਤਾਂ ਲੋਕੀ ਵੇਚਦੇ ਹੈਗੇ ਆ ਸੋ ਇਹ ਇੱਕ ਥੋਕਾ ਦਾ ਹਿਊਰਿਸਟਿਕ ਹੈਗਾ ਤੁਹਾਨੂੰ ਪਤਾ ਲੱਗਦਾ ਵੀ ਜਦੋਂ ਕੋਈ ਤੁਹਾਨੂੰ ਕਹਿੰਦਾ ਵੀ ਆਹ ਲੈ ਲਾ ਤੇ ਹੋਰ ਕਿਸੇ ਨੂੰ ਵੇਚ ਲਾ ਹਨਾ ਫਿਰ ਇਹ ਧੋਖਾ ਹੈਗਾ ਤੇ ਜਿਹੜੇ ਇਹ ਸਾਰੇ ਸਕੈਮਸ ਜਿਵੇਂ ਇੰਡੀਆ ਦੇ ਵਿੱਚ ਹੁਣ ਫੋਰਸੇਜ ਬਹੁਤ ਚੱਲਦਾ ਹੈਗਾ ਹਨਾ ਤੇ ਚਾਈਨਾ ਦੇ ਵਿੱਚ ਵੀ ਬਹੁਤ ਨਹੀਂ ਫਿਲੀਪੀਨਸ ਦੇ ਵਿੱਚ ਚੱਲਦਾ ਫਿਲੀਪੀਨਸ ਦੇ ਵਿੱਚ ਸ਼ੁਰੂ ਹੋਇਆ ਹਨਾ ਤੇ ਤੁਸੀਂ ਦੇਖ ਸਕਦੇ ਆ ਹਨਾ ਵੀ ਬਲੌਕਚੇਨ ਦੇ ਨਾਲ ਤੁਸੀਂ ਸਭ ਕੁਝ ਦੇਖ ਸਕਦੇ ਵੀ ਪੈਸੇ ਅੰਦਰ ਕਿਵੇਂ ਜਾਂਦਾ ਹੈਗਾ ਤੁਹਾਨੂੰ ਪਤਾ ਲੱਗਦਾ ਵੀ ਵੱਧ ਗਿਆ ਸੀਗਾ ਤੇ ਹੁਣ ਥੱਲੇ ਜਾਂਦਾ ਹੈਗਾ ਸੋ ਜਿਹੜੇ ਲੋਕੀ ਨੇ ਹੁਣ ਥੋਕੇ ਕਰਨੇ ਸੀਗੇ ਹੁਣ ਥੋਕੇ ਕਰਦੇ ਹੈਗੇ ਆ ਤੇ ਹੁਣ ਤੁਸੀਂ ਨਵੇਂ ਪੈਸੇ ਨਾ ਪਾਓ ਤੇ ਆਹੀ ਪ੍ਰੋਬਲਮ ਹੁੰਦੀ ਹੈ ਵੀ ਜਿਹੜੇ ਇਹ ਕੋਇਨਸ ਲੋਕੀ ਬਣਾਉਂਦੇ ਹੈਗੇ ਇੱਕ ਤੁਹਾਨੂੰ ਨਵੀਂ ਚੀਜ਼ ਨਹੀਂ ਬਣਾਉਂਦੇ ਇਹ ਕੱਲੇ ਧੋਖੇ ਕਰਨ ਵਾਸਤੇ ਕਰਦੇ ਹੈਗੇ ਆ ਤੇ ਕਈ ਵਾਰੀ ਜਿਹੜੇ ਹੁਣ ਸੁਸ਼ੀ ਸਵਾਪ ਨਾਲ ਹੁਣ ਹੋਇਆ ਸੀਗਾ ਹਨਾ ਜਿਹੜੇ ਵੱਡੇ ਇਨਵੈਸਟਰ ਸੀਗੇ ਉਹ ਆਮ ਲੋਕੀ ਨੂੰ ਧੋਖੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜਾ ਇੱਕ ਉਹਦਾ ਡਿਵੈਲਪਰ ਸੀਗਾ ਜਿਹੜਾ ਤੀਜਾ ਬੰਦਾ ਸੀਗਾ ਉਹਨੇ ਸਾਰੇ ਟ੍ਰੈਜਰੀ ਦੇ ਪੈਸੇ ਖੋ ਕੇ ਭੱਜ ਗਿਆ 5% ਪੂਰੇ ਫਿਰ ਇੱਕ ਚੌਥਾ ਬੰਦੇ ਨੂੰ ਪਤਾ ਲੱਗਿਆ ਵੀ ਇਹ ਬੰਦੇ ਨੇ ਮੇਰੇ ਪੈਸੇ ਨਾਲ ਭੱਜ ਲਿਆ ਤੇ ਉਹਨੂੰ ਹੈਕ ਕਰਕੇ ਉਹਦਾ ਨਾਂ ਦੱਸਿਆ ਸਾਰਿਆਂ ਨੂੰ ਵੀ ਇਹ ਬੰਦਾ ਹੈਗਾ ਇੱਥੇ ਇਹ ਕਰਦੇ ਰਹਿੰਦਾ ਹੈ ਇਹਨੂੰ ਲੈ ਲਓ ਹਨਾ ਤੇ ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਨਾਲ ਤੁਹਾਨੂੰ ਲਾਈਕ 10 ਸਾਲ 20 ਸਾਲ ਅੱਗੇ ਤੁਹਾਨੂੰ ਪੈਸੇ ਮਿਲਣੇ ਨਹੀਂ ਹੈਗੇ ਜਾਂ ਤੁਹਾਡੇ ਪੈਸੇ ਰਹਿਣੇ ਨਹੀਂ ਹੈਗੇ ਹਨਾ ਇਹ ਜਿਹੜੇ ਥੋਕੇ ਦੇ ਕੰਮ ਹੈਗੇ ਆ ਤੁਹਾਨੂੰ ਹਰ ਮਿੰਟ ਦੇਖਣ ਦੀ ਲੋੜ ਹੈਗੀ ਆ ਹਨਾ ਤੇ ਇਹ ਫਿਰ I mean ਦੂਜੀ ਇੱਕ ਗੱਲ ਹੈਗੀ ਵੀ ਗਲਤ ਚੀਜ਼ ਹੈਗੀ ਹੈ ਦੂਜੀ ਗੱਲ ਹੈਗੀ ਵੀ ਤੁਹਾਨੂੰ ਬਾਲੇ ਵਾਪਸ ਪੈਸੇ ਮਿਲਣੇ ਨਹੀਂ ਹੈਗੇ ਅਸੀਂ ਕਿੰਨੇ ਵਾਰੀ ਦੇਖੇ ਕਿੰਨੇ ਚੀਜ਼ਾਂ ਹਨਾ ਐਮਵੇ ਇੰਸ਼ੋਰੈਂਸ ਕਿੰਨੀਆਂ ਚੀਜ਼ਾਂ ਦੇਖੀਆਂ ਇਸ ਸਟਾਈਲ ਦੀ ਹੈਗੀਆਂ ਤੇ ਇਹ ਧੋਖੇ ਹੈਗੇ ਤੇ ਇਹ ਤੋਂ ਜ਼ਰੂਰ ਦੂਰ ਰਹੋ Absolutely. Thank you for that, Prabjeet. ਇਹ ਗੱਲ ਹੈਗੀ ਹੈ ਬਹੁਤ ਮੈਂ ਵੀ ਸੁਸ਼ੀ ਦੇ ਬਾਰੇ ਸੁਣਿਆ ਸੀ ਕਿ ਉਹਨੇ ਇੰਨਾ ਆਪਣਾ 5% ਵੇਚਤਾ ਹਾਏ ਕੀ ਪੂਰੀ ਦੁਨੀਆ ਉਹਦੇ ਪਿੱਛੇ ਪੈ ਗਈ ਤੇ ਉਹਨੂੰ ਵਾਪਸ ਕਰਨਾ ਪਿਆ ਇਹ ਵੀ ਗੱਲ ਹੈ ਗਾਇਸ ਕਿ ਜੇ ਤੁਸੀਂ ਟੈਕਨੋਲੋਜੀ ਦੇ ਦੁਨੀਆ ਦੇ ਵਿੱਚ ਹੋ ਜੇ ਕੋਈ ਬਹੁਤ ਵੱਡਾ ਬੰਦਾ ਤੁਹਾਨੂੰ ਧੋਖਾ ਕਰਦਾ ਉਹਨੂੰ ਲੱਭ ਸਕਦੇ ਪਰ ਜੇ ਤੁਹਾਨੂੰ ਇਹ ਐਰੇ ਗਹਿਰੇ ਧੋਖਾ ਕਰ ਰਹੇ ਨੇ ਉਹਨਾਂ ਨੂੰ ਲੱਭਣਾ ਔਖਾ ਹੈ ਕਿਉਂਕਿ ਉਹਨਾਂ ਨੇ ਕੋਈ ਵੱਡੇ ਬੰਦੇ ਨੂੰ ਨਹੀਂ ਲੁੱਟਿਆ ਜਿਹੜਾ ਜਾ ਕੇ ਹੁਣ ਉਹਨਾਂ ਨੂੰ ਆਪਣੇ ਇੰਨੇ ਪੈਸੇ ਦੇ ਕੇ ਹੈਕਰਸ ਨੂੰ ਹਾਇਰ ਕਰਕੇ ਉਹਨੂੰ ਲੱਭ ਲੇਗਾ ਹੈਨਾ ਤੇ ਜੇ ਸਾਡੇ ਵਾਂਗੂ ਨਾਰਮਲ ਲੋਕਾਂ ਨੂੰ ਹੈਕ ਕਰ ਰਹੇ ਨੇ ਤੇ ਅਸੀਂ ਕਿਵੇਂ ਆਪਣੇ ਪੈਸੇ ਰਿਕਵਰ ਕਰਾਂਗੇ ਸੋ ਇਟਸ ਵੈਰੀ ਵੈਰੀ ਇੰਪੋਰਟੈਂਟ ਤੇ ਹਰਕਰਨ ਤੁਹਾਡੇ ਲਈ ਇੱਕ ਕਮੈਂਟ ਆਇਆ ਕੁਲਦੀਪ ਸਿੰਘ ਤੋਂ ਕਿ ਹਰਕਰਨ ਨੂੰ ਨਵਾਂ ਸਪੀਕਰ ਲੈ ਕੇ ਦਿੱਤਾ ਜਾਵੇ ਪਲੀਜ਼ ਪੇ ਦਿਓ ਅਸੀਂ ਇੱਕ ਪਟੀਸ਼ਨ ਸ਼ੁਰੂ ਕਰ ਦਾਂਗੇ ਤੇ ਕਰਾਊਡ ਫੰਡਿੰਗ ਲਾਂਚ ਕਰ ਦਾਂਗੇ ਤੁਹਾਡੇ ਲਈ ਇੱਕ ਨਵਾਂ ਇੰਟਰਨੈਟ ਕਨੈਕਸ਼ਨ ਵੀ ਖਰੀਦਿਆ ਜਾਏਗਾ ਕੁਲਦੀਪ ਸਿੰਘ ਕਹਿ ਰਹੇ ਨੇ ਕਿ ਉਹ ਆਪ ਤੁਹਾਨੂੰ ਖਰੀਦ ਕੇ ਦੇਣਗੇ ਥੈਂਕ ਯੂ ਕੁਲਦੀਪ ਮੇਰਾ ਜਨਮ ਦਿਨ ਆਉਣ ਵਾਲਾ ਹੀ ਆ ਇਹ ਪੰਜਾਬ ਤੋਂ ਵੱਲੋਂ ਤੁਹਾਨੂੰ ਗਿਫਟ ਆ ਰਿਹਾ ਕੈਲੀਫੋਰਨੀਆ ਦੇ ਵਿੱਚ ਬੈਠੇ ਤੁਹਾਨੂੰ ਵੇਖੋ ਸਪੀਕਰਸ ਤੇ ਇੰਟਰਨੈਟ ਮਿਲ ਰਿਹਾ
ਹਾਂਜੀ ਤੇ ਗਾਇਜ਼ ਆਈ ਥਿੰਕ ਅਸੀਂ ਸਾਰਾ ਕੁਝ ਹੁਣ ਮੇਨ ਜਿਹੜੇ ਟੌਪਿਕ ਸੀ ਅਸੀਂ ਗੱਲ ਕਰ ਲਈ ਹੈ। ਆਈ ਥਿੰਕ ਹਰਕਰਨ ਕੀ ਤੁਹਾਨੂੰ ਤੁਸੀਂ ਹੋਰ ਕੁਝ ਦੱਸਣਾ ਚਾਹੁੰਦੇ ਹੋ ਸਾਨੂੰ ਕਿ ਕਿਵੇਂ ਲੋਕੀ ਸ਼ੁਰੂਆਤ ਕਰ ਸਕਦੇ ਨੇ ਜੇ ਉਹ ਜਾਣਾ ਚਾਹੁੰਦੇ ਨੇ ਸਟਾਕ ਟ੍ਰੇਡਿੰਗ ਵਿੱਚ ਕ੍ਰਿਪਟੋ ਟ੍ਰੇਡਿੰਗ ਦੇ ਵਿੱਚ? ਨਹੀਂ ਜ਼ਿਆਦਾ ਇਨਫੋਰਮੇਸ਼ਨ ਜੇ ਸਟਾਰਟ ਕਰਨਾ ਹੋਵੇ ਜਿੱਦਾਂ ਤੁਸੀਂ ਚਾਰਟਸ ਤੇ ਸਟਾਰਟ ਕਰੋ। ਚਾਰਟਸ ਦੇਖੋ ਵੀ ਸਟਾਕਸ ਕ੍ਰਿਪਟੋ ਕੋਇਨ ਕੀ ਕਰ ਰਹੇ ਆ, ਕਿੱਥੇ ਪ੍ਰਾਈਸ ਐਕਸ਼ਨ ਆ, ਅੱਜ ਕੀ ਹੋਇਆ, ਜਿੱਦਾਂ ਕੱਲ ਕੀ ਹੋਇਆ ਸੀ, ਕਾਹਤੇ ਇਹ ਸਟਾਕ ਵੱਧ ਰਿਹਾ ਆ ਘਟ ਰਿਹਾ ਆ। ਜਿੰਨਾ ਚੱਕਰ ਤੁਸੀਂ ਆਪਣਾ ਟਾਈਮ ਉਹਦੇ ਤੇ ਕਰੋਗੇ ਉਹਨਾਂ ਚੱਕਰ ਤੁਹਾਨੂੰ ਛੇਤੀ ਉਹ ਜਦੋਂ ਤੁਸੀਂ ਲਰਨ ਕਰ ਸਕਦੇ ਆ। ਇਹ ਏਦਾਂ ਨਹੀਂ ਕੋਈ ਵੀ ਕਹਿ ਸਕਦਾ ਵੀ ਆਹ ਪ੍ਰਾਈਸ ਇੰਨੀ ਹੋ ਜਾਣੀ ਉੱਦਾਂ ਹੈ। ਉਹਦੇ ਲਈ ਤੁਹਾਨੂੰ ਕੋਈ ਰੀਜ਼ਨ ਹੋਣਾ ਚਾਹੀਦਾ ਹੈ। ਤੁਸੀਂ ਜਿੱਦਾਂ ਫੰਡਾਮੈਂਟਲਸ ਉਹਦੇ ਉਹ ਸਿੱਖੋ, ਉਹਦੀ ਪ੍ਰਾਈਸ ਸਿੱਖੋ, ਵੀ ਚਾਰਟਸ ਕੀ ਕਰ ਰਹੇ ਆ, ਤਾਂ ਕੋਈ ਕੰਪਨੀ ਦੀ ਨਿਊਜ਼ ਕੀ ਹੈਗੀ ਆ। ਤਾਂ ਹੋਰ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਮੇਰਾ ਫੇਕ ਕਨੈਕਸ਼ਨ ਜਿੱਦਾਂ ਹੋ ਗਿਆ ਫਿਰ No, thank you for that. ਇੱਕ ਹੋਰ ਹਰਕਰਨ ਜੀ ਤੁਸੀਂ ਆਪਣਾ ਕੈਮਰਾ ਔਨ ਆਫ ਕਰਕੇ ਔਨ ਕਰ ਸਕਦੇ ਹੋ ਕਿਉਂਕਿ ਤੁਹਾਡਾ ਕੈਮਰਾ ਫ੍ਰੀਜ਼ ਹੋ ਗਿਆ ਹੈ। ਨਹੀਂ ਹੁਣ ਚੱਲ ਰਿਹਾ, ਦੈਟਸ ਫਾਈਨ। ਤੇ ਇੱਕ ਹੋਰ ਮੈਸੇਜ ਆਇਆ ਪ੍ਰਭਕਰਨ ਸਿੰਘ ਤੋਂ ਕਿ ਭਾਜੀ ਮੇਰੀ ਟ੍ਰੇਡ ਮਾਰਕੀਟ 'ਚ ਪ੍ਰੋਫਿਟ ਕਰਾ ਦਿਓ, ਮੈਂ ਤੁਹਾਨੂੰ ਬਰਥਡੇ ਤੇ ਸਪੀਕਰ ਗਿਫਟ ਕਰ ਦੂੰਗਾ। ਪਰਫੈਕਟ। On that point, ਪ੍ਰਭਕਰਨ ਐਕਚੁਅਲੀ ਹਰਕਰਨ ਟਵਿੱਟਰ ਤੇ ਹੈਗੇ ਨੇ ਤੇ ਉਹ ਕੋਇਨਸ ਦੇ ਬਾਰੇ ਗੱਲਾਂ ਕਰਦੇ ਨੇ। ਪਰ ਜੇ ਹਰਕਰਨ ਦੇ ਨਾਲ ਮੈਂ ਗੱਲ ਕਰਾਂਗੀ ਜੇ ਉਹਨਾਂ ਕੋਲ ਟਾਈਮ ਹੈਗਾ ਅਸੀਂ ਇਹ ਵੀ ਬਹੁਤ ਇੰਪੋਰਟੈਂਟ ਗੱਲ ਹੈ ਗਾਇਸ, ਧਿਆਨ ਨਾਲ ਸੁਣੋ ਕਿਉਂਕਿ ਹੁਣ ਸਾਡਾ ਟਾਈਮ ਖਤਮ ਹੋ ਗਿਆ ਹੈ ਤੇ ਹੁਣ ਅਸੀਂ ਕਾਲ ਨੂੰ ਰੈਪ ਅਪ ਕਰ ਰਹੇ ਹਾਂ। ਪਰ ਬਹੁਤ ਸਾਰੇ ਲੋਕਾਂ ਕੋਲ ਤੁਹਾਡੇ ਕੋਲ ਬਹੁਤ ਚੰਗੇ ਚੰਗੇ ਕੁਐਸਚਨਸ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਤੁਹਾਡੇ ਕੁਐਸਚਨਸ ਤੁਹਾਨੂੰ ਆਨਸਰ ਮਿਲੇ ਤੇ ਤਾਂ ਕਿ ਤੁਹਾਡਾ ਹੋਰ ਇਹਦੇ ਵਿੱਚ ਇੰਟਰਸਟ ਹੋਏ ਤੇ ਹੋਰ ਤੁਸੀਂ ਤੁਹਾਨੂੰ ਰਾਈਟ ਇਨਫੋਰਮੇਸ਼ਨ ਮਿਲੇ ਤੇ ਰਾਈਟ ਗਾਈਡੈਂਸ ਮਿਲੇ। ਤੇ ਮੈਂ ਆਪਣੇ ਹੁਣ ਫੇਸਬੁੱਕ ਦੇ ਉੱਤੇ ਇਹਦੋਂ ਬਾਅਦ ਆਪਣਾ ਇੱਕ ਗਰੁੱਪ ਸ਼ੇਅਰ ਕਰਾਂਗੀ ਜਿਹੜਾ ਅਸੀਂ ਗਰੁੱਪ ਫੇਸਬੁੱਕ ਫੈਨ ਪੇਜ ਦੇ ਨਾਲ ਜੋੜਿਆ ਹੋਇਆ ਹੈ। ਠੀਕ ਹੈ, ਤੇ ਤੁਸੀਂ ਉਹਦੇ ਵਿੱਚ ਸਾਡੇ ਨਾਲ ਜੁੜੋ ਤੇ ਸਾਨੂੰ ਕੁਐਸਚਨਸ ਪੁੱਛੋ। ਠੀਕ ਹੈ, ਕਮੈਂਟ ਕਰੋ ਉੱਥੇ ਕਿ ਤੁਹਾਡਾ ਕੀ ਕੁਐਸਚਨ ਹੈ ਤੇ ਉਹ ਕੁਐਸਚਨ ਦੇ ਵਿੱਚ ਫਿਰ ਅਸੀਂ ਜੋ ਵੀ ਰਾਈਟ ਬੰਦਾ ਹੈ ਨਾ ਉਹਦੇ ਲਈ ਉਹ ਆਨਸਰ ਕਰਨਗੇ। ਤੇ ਇਹਦੇ ਨਾਲ ਜੇ ਕੋਈ ਤੀਜੇ ਬੰਦੇ ਦਾ ਵੀ ਸੇਮ ਕੁਐਸਚਨ ਸੀਗਾ ਉਹਨਾਂ ਲਈ ਵੀ ਆਨਸਰ ਹੋ ਜਾਏਗਾ। ਠੀਕ ਹੈ, ਤੇ ਪਲੀਜ਼ ਗਰੁੱਪ ਜੁਆਇਨ ਕਰਿਓ। ਮੈਂ ਆਪਣੇ ਫੇਸਬੁੱਕ ਤੇ ਪਾਵਾਂਗੀ ਹੁਣੇ ਇਹਦੇ ਕਾਲ ਤੋਂ ਬਾਅਦ ਮੈਂ ਆਪਣੇ ਫੇਸਬੁੱਕ ਫੈਨ ਪੇਜ ਤੇ ਸ਼ੇਅਰ ਕਰਾਂਗੀ ਔਰ ਗਰੁੱਪ ਦਾ ਲਿੰਕ ਜੁਆਇਨ ਕਰੋ ਤੇ ਸਾਨੂੰ ਕੁਐਸਚਨਸ ਪੁੱਛੋ ਤੇ ਤੁਹਾਡੇ ਨਾਲ ਫਿਰ ਹਰਕਰਨ ਤੇ ਪ੍ਰਭਜੀਤ ਜੁੜਨਗੇ ਤੇ ਆਨਸਰ ਕਰਨਗੇ। ਤੇ ਦੂਜੀ ਮੈਂ ਗੱਲ ਕਹਿਣੀ ਚਾਹੁੰਦੀ ਸੀ ਕਿ ਹਰਕਰਨ ਆਪਣੇ ਟਵਿੱਟਰ ਦੇ ਉੱਤੇ ਬਹੁਤ ਸਾਰੇ ਸਟਾਕਸ ਦੇ ਬਾਰੇ ਗੱਲਾਂ ਕਰਦੇ ਨੇ ਤੇ ਉਹ ਇਹ ਵੀ ਸ਼ੇਅਰ ਕਰਦੇ ਨੇ ਕਿ ਕਿੱਥੇ ਕਿੱਥੇ ਉਹ ਆਪਣਾ ਪੈਸਾ ਪਾ ਰਹੇ ਨੇ। ਤੇ ਮੈਂ ਜੇ ਤੁਸੀਂ ਚਾਹੁੰਦੇ ਹੋ ਟਵਿੱਟਰ ਦੇ ਉੱਤੇ ਫੋਲੋ ਕਰ ਸਕਦੇ ਹੋ ਪਰ ਜੇ ਬਹੁਤ ਸਾਰੀ ਡਿਮਾਂਡ ਹੈ ਇਸ ਗੱਲ ਦੀ ਤੇ ਆਮ ਸ਼ੋਰ ਕਿ ਅਸੀਂ ਹਰਕਰਨ ਨੂੰ ਫੋਰਸਫੁਲੀ ਅਸੀਂ ਉਹਨਾਂ ਨੂੰ ਗਰੁੱਪ ਦੇ ਵਿੱਚ ਵੀ ਕਹਿ ਸਕਦੇ ਕਿ ਸਾਡੇ ਨਾਲ ਵੀ ਥੋੜਾ ਸ਼ੇਅਰ ਕਰੋ ਕਿ ਕਿਹੜੇ ਸਟਾਕਸ ਦੇ ਵਿੱਚ ਤੁਸੀਂ ਪੈਸਾ ਪਾ ਰਹੇ ਹੋ ਤੇ ਕਿੱਥੇ ਕਿੱਥੇ ਤੁਸੀਂ ਆਪਣੀ ਨਜ਼ਰ ਰੱਖ ਰਹੇ ਹੋ। ਆਈ ਥਿੰਕ ਤੁਹਾਡੇ ਸਭ ਦੇ ਲਈ ਐਜ਼ ਅ ਗਾਈਡੈਂਸ ਬਹੁਤ ਚੰਗੀ ਗੱਲ ਹੋਏਗੀ। ਤੇ ਬਾਕੀ ਗਾਇਜ਼ ਬਹੁਤ ਮੈਨੂੰ ਲੱਗਦਾ ਹੈ ਕਿ ਬਹੁਤ ਚੰਗਾ ਇਵੈਂਟ ਹੋਇਆ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਵੀ ਸਿੱਖਣ ਨੂੰ ਮਿਲਿਆ ਬਹੁਤ ਤੇ ਹੋਪਫੁਲੀ ਗਾਇਸ ਤੁਹਾਨੂੰ ਵੀ ਸਿੱਖਣ ਨੂੰ ਮਿਲਿਆ। ਤੇ ਅਸੀਂ ਜਿਵੇਂ ਮੈਂ ਕਿਹਾ ਸੀ ਕਿ ਹੋਰ ਇਦਾਂ ਇਵੈਂਟਸ ਕਰਦੇ ਰਵਾਂਗੇ ਤੇ ਅਸੀਂ ਤੇ ਚਾਹੁੰਦੇ ਹਾਂ ਮੈਂ ਪ੍ਰਭਜੀਤ ਨਾਲ ਗੱਲ ਕੀਤੀ ਸੀ ਕਿ ਅਸੀਂ ਚਾਹੁੰਦੇ ਹਾਂ ਅਸੀਂ ਹਰ ਹਫਤੇ ਤੁਹਾਡੇ ਨਾਲ ਜੁੜੀਏ ਤਾਂ ਕਿ ਰੈਗੂਲਰ ਤੁਹਾਡੇ ਨਾਲ ਮਿਲਦੇ ਰਹੀਏ ਤੇ ਸਟੇ ਅਪ ਟੂ ਡੇਟ ਵਿਦ ਦੈਟ। ਮੈਂ ਉਹਦੇ ਲਈ ਨਿਊਜ਼ ਲੈ ਕੇ ਆਉਂਦੀ ਹਾਂ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਨਾਲ ਤੁਹਾਨੂੰ ਆਪਣਾ ਟਾਈਮ ਦਿੱਤਾ, ਤੁਸੀਂ ਸਾਡੇ ਨਾਲ 1 ਘੰਟਾ ਜੁੜੇ ਰਹੇ। ਤੇ ਪ੍ਰਭਜੀਤ ਹਰਕਰਨ ਥੈਂਕ ਯੂ ਸੋ ਮਚ। ਉੱਥੇ ਮੈਂ ਜਾਣਦੀ ਹਾਂ ਸਵੇਰ ਹੈਗੀ ਯੂਐਸ ਦੇ ਵਿੱਚ ਤੇ ਤੁਸੀਂ ਛੇਤੀ ਉੱਠ ਕੇ ਸਾਡੇ ਨਾਲ ਜੁੜੇ ਤੇ ਤੁਸੀਂ ਪਲੈਨਿੰਗ ਕਰਕੇ ਸਾਡੇ ਲਈ ਸੇਵਾ ਹੈ। ਪੰਜਾਬੀ ਵਿੱਚ ਬੋਲਣਾ ਸਾਡੇ ਲਈ ਇੰਨਾ ਈਜ਼ੀ ਨਹੀਂ ਹੈਗਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਤੁਹਾਡੇ ਲੋਕਾਂ ਦੇ ਨਾਲ ਘੁਟਾਲੇ ਨਾ ਹੋਣ ਤੇ ਰਾਈਟ ਗਾਈਡੈਂਸ ਮਿਲੇ। ਸੋ guys thank you so much to the ਦਰਸ਼ਕ to the speakers ਤੇ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ